पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ जी। वाहिगुरू जी का खालसा वाहिगुरू जी की फतेह। किताब 20वीं सदी दी सिख राजनीति भाग 14वां पन्ना नंबर 246। फैडरलिज्म वल मोड़ा। पंजाब अंदर गैर कांग्रेसी सरकार कायम करन दा पलेठा यतन भावें बहुता सफल ते उत्साहजनक नहीं सी रहा, पर इस तजर्बे चों अकाली लीडरशिप ने कुछ राजसी मत्तां ਜ਼ਰੂਰ ਪੱਲੇ ਬੰਨ ਲਈਆਂ ਸਨ। 1967 ਵਿੱਚ ਕਾਂਗਰਸ ਦੇ ਵਿਰੋਧ ਵਿੱਚ ਵਗੀ ਜ਼ੋਰਦਾਰ ਹਵਾ ਦੇ ਬਾਵਜੂਦ ਵੀ ਜੇਕਰ ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਅਕਾਲੀ ਦਲ ਨਾਲੋਂ ਦੁੱਗਣੀਆਂ ਸੀਟਾਂ ਜਿੱਤਣ ਵਿੱਚ ਸਫਲ ਹੋ ਗਈ ਸੀ ਤਾਂ ਇਸ ਦੀ ਵੱਡੀ ਵਜ੍ਹਾ ਇਹ ਸੀ ਕਿ ਕਾਂਗਰਸ ਦੇ ਵਿਰੋਧ ਵਿੱਚ ਪਈ ਵੋਟ ਕਈ ਖਾਨਿਆਂ ਵਿੱਚ ਵੰਡੀ ਗਈ ਸੀ। ਉਦਾਹਰਣ ਵਜੋਂ ਅਕਾਲੀ ਦਲ ਮਾਸਟਰ ਨੂੰ ਪਈਆਂ ਕੁੱਲ 4.56% ਵੋਟਾਂ ਅਕਾਲੀ ਦਲ ਸੰਤ ਦੇ ਉਮੀਦਵਾਰਾਂ ਨੂੰ ਸ਼ਹਿਰੀ ਖੇਤਰਾਂ ਅੰਦਰ ਤਕੜੀ ਠਿੱਬੀ ਲਾਉਣ ਦਾ ਸਬੱਬ ਹੋ ਨਿਬੜੀਆਂ ਸਨ। ਕੁੱਲ ਪਈਆਂ ਵੋਟਾਂ ਚੋਂ ਅਕਾਲੀ ਦਲ ਦੁਆਰਾ ਹਾਸਲ ਕੀਤੀਆਂ 20.49% ਵੋਟਾਂ ਤੋਂ ਇਲਾਵਾ 9.36% ਜਨਸੰਘ ਦੇ ਅਤੇ ਲਗਭਗ 8% ਕਮਿਊਨਿਸਟ ਪਾਰਟੀਆਂ ਦੇ ਪੇਟੇ ਜਾ ਪਈਆਂ ਸਨ। ਇਸ ਤਰ੍ਹਾਂ ਵੋਟਾਂ ਦੇ ਇਸ ਅੰਕ ਗਣਿਤ ਦਾ ਹਿਸਾਬ ਲਾਇਆ ਕਾਂਗਰਸ ਵਿਰੋਧੀ ਦਲਾਂ ਦੇ ਰਲਵੇਂ ਯਤਨਾਂ ਨਾਲ ਕਾਂਗਰਸ ਪਾਰਟੀ ਨੂੰ ਪੰਜਾਬ ਅੰਦਰ ਸੌਖ ਨਾਲ ਹੀ ਹਕੂਮਤੀ ਸੱਤਾ ਤੋਂ ਲਾਂਭੇ ਰੱਖਿਆ ਜਾ ਸਕਦਾ ਸੀ। ਸਰਦਾਰ ਗੁਰਨਾਮ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਇਹਨਾਂ ਦਲਾਂ ਦੀ ਰਲਵੀਂ ਸ਼ਮੂਲੀਅਤ ਨੇ ਅਜਿਹੇ ਕਾਂਗਰਸ ਵਿਰੋਧੀ ਸਾਂਝੇ ਚੋਣ ਮੁਹਾਜ਼ ਲਈ ਲੋੜੀਂਦਾ ਆਧਾਰ ਤੇ ਮਾਹੌਲ ਪੈਦਾ ਕਰ ਦਿੱਤਾ ਸੀ। ਸੋ ਅਕਾਲੀ ਲੀਡਰਸ਼ਿਪ ਨੇ ਆਗਾਮੀ ਮੱਧਕਾਲੀ ਚੋਣਾਂ ਅੰਦਰ ਕਾਂਗਰਸ ਨੂੰ ਸਿੱਧੀ ਲੜਾਈ ਦੇਣ ਦੇ ਉਦੇਸ਼ ਨਾਲ ਇੱਕ ਤਾਂ ਆਪਣੇ ਘਰ ਅੰਦਰਲੀ ਦੁਫੇੜ ਨੂੰ ਖਤਮ ਕਰਨ ਅਰਥਾਤ ਅਕਾਲੀ ਦਲ ਦੇ ਦੋਨੋਂ ਗੁੱਟਾਂ ਨੂੰ ਮੁੜ ਇਕਜੁੱਟ ਕਰਨ ਲਈ ਪਹਿਲ ਕਦਮੀ ਆਰੰਭ ਦਿੱਤੀ। ਦੂਜਾ ਗੈਰ ਕਾਂਗਰਸੀ ਦਲਾਂ ਨਾਲ ਖਾਸ ਕਰਕੇ ਹਿੰਦੂ ਵੋਟਰਾਂ ਅੰਦਰ ਚੋਖਾ ਪ੍ਰਭਾਵ ਰੱਖਣ ਲਈ ਜਨਸੰਘ ਪਾਰਟੀ ਨਾਲ ਸਾਂਝਾ ਗੰਢਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ। ਇਸ ਤੋਂ ਇਲਾਵਾ ਅਕਾਲੀ ਲੀਡਰਸ਼ਿਪ ਨੇ 1967 ਵਿੱਚ ਪੰਜਾਬ ਅੰਦਰ ਗੈਰ ਕਾਂਗਰਸੀ ਸਰਕਾਰ ਕਾਇਮ ਕਰਨ ਦੇ ਥੋੜ ਚਿਰੇ ਤਜਰਬੇ ਤੋਂ ਇਹ ਸਬਕ ਗ੍ਰਹਿਣ ਕਰ ਲਿਆ ਕਿ ਜਿੰਨਾ ਚਿਰ ਭਾਰਤ ਅੰਦਰ ਰਾਜਾਂ ਉੱਤੇ ਕੇਂਦਰ ਦੇ ਕੰਟਰੋਲ ਦੀਆਂ ਤਣੀਆਂ ਢਿੱਲੀਆਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਚਿਰ ਅਕਾਲੀ ਦਲ ਤੇ ਇਸ ਵਰਗੀਆਂ ਹੋਰ ਇਲਾਕਾਈ ਤਾਕਤਾਂ ਨਾ ਤਾਂ ਰਾਜਾਂ ਅੰਦਰ ਆਪਣੀਆਂ ਟਿਕਵੀਆਂ ਹਕੂਮਤਾਂ ਕਾਇਮ ਕਰ ਸਕਦੀਆਂ ਹਨ ਅਤੇ ਨਾ ਹੀ ਆਪਣੀ ਮਰਜ਼ੀ ਦੀਆਂ ਨੀਤੀਆਂ ਲਾਗੂ ਕਰ ਸਕਦੀਆਂ ਹਨ। ਅਕਾਲੀ ਲੀਡਰਸ਼ਿਪ ਦੁਆਰਾ ਹਾਸਲ ਕੀਤੀ ਇਹ ਸੋਝੀ ਗੂੜੇ ਅਰਥ ਰੱਖਦੀ ਸੀ। ਅਕਾਲੀ ਲੀਡਰਸ਼ਿਪ ਦੀ ਰਾਜਨੀਤਿਕ ਸੋਚਣੀ ਅੰਦਰ ਸ਼ਾਮਲ ਹੋਏ ਇਸ ਨਵੇਂ ਤੱਤ ਨੇ ਨਾ ਸਿਰਫ ਅਕਾਲੀ ਰਾਜਨੀਤੀ ਨੂੰ ਇੱਕ ਨਵੀਂ ਪਟੜੀ ਉੱਤੇ ਚਾੜ ਦਿੱਤਾ, ਸਗੋਂ ਇਸ ਨਾਲ ਦੇਸ਼ ਦੀ ਰਾਜਨੀਤੀ ਅੰਦਰ ਵੀ ਇੱਕ ਵੱਡੇ ਫੇਰ ਬਦਲ ਦਾ ਮੁੱਢ ਵੱਜ ਗਿਆ। ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਮੁਸਲਿਮ ਲੀਡਰਸ਼ਿਪ ਨੇ ਆਪਣੇ ਘੱਟ ਗਿਣਤੀ ਹਿੱਤਾਂ ਦੀ ਸੁਰੱਖਿਆ ਲਈ ਫੈਡਰਲ ਤਾਣੇ ਬਾਣੇ ਦੀ ਡਟਵੀਂ ਵਜਾਹਤ ਕੀਤੀ ਸੀ। ਮੁਸਲਿਮ ਲੀਡਰਸ਼ਿਪ ਦਾ ਤਰਕ ਬੜਾ ਸਿੱਧਾ ਤੇ ਸਪਸ਼ਟ ਸੀ। ਬਹੁ ਗਿਣਤੀ ਦੇ ਰਾਜ ਹੇਠ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਤਾਕਤਾਂ ਦੇ ਕੇਂਦਰੀਕਰਨ ਦੇ ਰੁਝਾਨ ਨੂੰ ਠੱਲ ਪਾਉਣੀ ਅਤੀ ਜ਼ਰੂਰੀ ਹੈ। ਇਸ ਕਰਕੇ ਜਿੱਥੇ ਹਿੰਦੂ ਲੀਡਰਸ਼ਿਪ ਵੱਲੋਂ ਘੱਟ ਗਿਣਤੀ ਭਾਈਚਾਰਿਆਂ ਉੱਤੇ ਆਪਣਾ ਗਲਬਾ ਸਥਾਪਿਤ ਕਰਨ ਲਈ ਮੁੱਖ ਰੂਪ ਵਿੱਚ ਇਕਾਤਮਿਕ ਢਾਂਚੇ ਉੱਤੇ ਦੱਬ ਦਿੱਤੀ ਜਾਂਦੀ ਰਹੀ, ਉੱਥੇ ਮੁਸਲਿਮ ਲੀਡਰਸ਼ਿਪ ਦੁਆਰਾ ਪੂਰੇ ਧੜੱਲੇ ਤੇ ਅਡੋਲਤਾ ਨਾਲ ਫੈਡਰਲ ਢਾਂਚੇ ਦੀ ਵਜ਼ਾਹਤ ਕੀਤੀ ਜਾਂਦੀ ਰਹੀ। ਸਿੱਖ ਲੀਡਰਸ਼ਿਪ ਕਿਉਂਕਿ ਵਿਚਾਰਧਾਰਕ ਤੇ ਰਾਜਸੀ ਤੌਰ ਤੇ ਹਿੰਦੂ ਲੀਡਰਸ਼ਿਪ ਦੀ ਪਿਛਲੱਗ ਬਣੀ ਹੋਈ ਸੀ। ਦੂਜਾ, ਉਸਨੂੰ ਹਿੰਦੂ ਦਾਬੇ ਨਾਲੋਂ ਪੰਜਾਬ ਅੰਦਰ ਮੁਸਲਿਮ ਗਲਬੇ ਦਾ ਖਤਰਾ ਵੱਧ ਹਕੀਕੀ ਤੇ ਨਜ਼ਦੀਕੀ ਦਿਖਾਈ ਦਿੰਦਾ ਸੀ। ਇਸ ਕਰਕੇ ਸਿੱਖ ਲੀਡਰਸ਼ਿਪ ਦੁਆਰਾ ਫੈਡਰਲ ਢਾਂਚੇ ਦਾ ਜਨੂੰਨ ਦੀ ਪੱਧਰ ਤੇ ਵਿਰੋਧ ਕੀਤਾ ਜਾਂਦਾ ਰਿਹਾ। ਵੰਡ ਤੋਂ ਪਹਿਲਾਂ ਹਿੰਦੂ ਲੀਡਰਸ਼ਿਪ ਦੇ ਕੁਝ ਵਰਗਾਂ ਨੂੰ ਮੁਸਲਿਮ ਦਬਾਅ ਸਦਕਾ ਫੈਡਰਲਿਜ਼ਮ ਦੇ ਹੱਕ ਵਿੱਚ ਜੋ ਝੂਠੀ ਮੁੱਠੀ ਹਾਮੀ ਭਰਨੀ ਪੈਂਦੀ ਸੀ, ਵੰਡ ਤੋਂ ਬਾਅਦ ਇਸ ਦੀ ਕੋਈ ਲੋੜ ਨਹੀਂ ਸੀ ਰਹੀ। ਇਸ ਕਰਕੇ ਆਜ਼ਾਦੀ ਤੋਂ ਬਾਅਦ ਹਿੰਦੂ ਲੀਡਰਸ਼ਿਪ ਦੀਆਂ ਮਨੋ ਖਾਹਿਸ਼ਾਂ ਵੱਧ ਖੁੱਲ੍ਹ ਕੇ ਪ੍ਰਗਟ ਹੋਣ ਲੱਗ ਪਈਆਂ। ਵਿਧਾਨ ਸਾਜ ਅਸੈਂਬਲੀ ਅੰਦਰ ਸੰਵਿਧਾਨ ਦੇ ਖਰੜੇ ਉੱਤੇ ਬਹਿਸ ਕਰਦਿਆਂ ਹੋਇਆਂ ਅਲੱਗ-ਅਲੱਗ ਵੰਨਗੀ ਦੀ ਹਿੰਦੂ ਲੀਡਰਸ਼ਿਪ ਦੁਆਰਾ ਇਕਾਤਮਿਕ ਢਾਂਚੇ ਦੇ ਪੱਖ ਵਿੱਚ ਜ਼ੋਰਦਾਰ ਦਲੀਲਬਾਜ਼ੀ ਕੀਤੀ ਗਈ। ਭਾਵੇਂ ਵੰਡ ਤੋਂ ਬਾਅਦ ਪੰਜਾਬ ਅੰਦਰ ਮੁਸਲਿਮ ਗਲਬੇ ਦਾ ਖਤਰਾ ਪੂਰਨ ਤੌਰ ਤੇ ਅਲੋਪ ਹੋ ਗਿਆ ਸੀ ਅਤੇ ਹਿੰਦੂ ਆਗੂਆਂ ਦੀਆਂ ਘੱਟ ਗਿਣਤੀ ਭਾਈਚਾਰਿਆਂ ਨੂੰ ਦੁਬੈਲ ਬਣਾਉਣ ਦੀਆਂ ਖਾਹਿਸ਼ਾਂ ਤੇ ਰੁਚੀਆਂ ਸਾਫ਼ ਪ੍ਰਗਟ ਹੋ ਗਈਆਂ ਸਨ, ਪਰ ਇਸ ਦੇ ਬਾਵਜੂਦ ਸਿੱਖ ਲੀਡਰਸ਼ਿਪ ਦੀ ਰਾਜਨੀਤਿਕ ਚੇਤਨਾ ਅਜੇ ਵੀ ਪਿਛਲੇ ਪੜਾਅ ਉੱਤੇ ਹੀ ਅਟਕੀ ਹੋਈ ਸੀ। ਸੰਵਿਧਾਨ ਦੇ ਖਰੜੇ ਉੱਤੇ ਹੋਈ ਬਹਿਸ ਦੌਰਾਨ ਸਿੱਖ ਨੁਮਾਇੰਦਿਆਂ ਦੇ ਮੂੰਹੋਂ ਫੈਡਰਲਿਜ਼ਮ ਦੇ ਪੱਖ ਵਿੱਚ ਇੱਕ ਸ਼ਬਦ ਤੱਕ ਨਹੀਂ ਸੀ ਫੁੱਟਿਆ, ਜਦੋਂ ਕਿ ਮੁਸਲਿਮ ਨੁਮਾਇੰਦਿਆਂ ਮੁਹੰਮਦ ਇਸਮਾਇਲ ਸਾਹਿਬ, ਮੌਲਾਨਾ ਹਸਰਤ ਮੋਹਾਨੀ, ਨਜ਼ੀਰ ਅਹਿਮਦ,
ਬੀ ਪੋਕਰ ਸਾਹਿਬ ਆਦਿ ਨੇ ਹਿੰਦੂ ਆਗੂਆਂ ਦੀਆਂ ਘੱਟ ਗਿਣਤੀ ਭਾਈਚਾਰਿਆਂ ਦੇ ਸਿਰਾਂ ਤੇ ਇਕਾਤਮਿਕ ਸੰਵਿਧਾਨ ਮੜਨ ਦੀਆਂ ਨੀਤਾਂ ਤੇ ਕੋਸ਼ਿਸ਼ਾਂ ਵਿਰੁੱਧ ਤਿੱਖਾ ਪ੍ਰਤੀਕਰਮ ਪ੍ਰਗਟਾਉਂਦਿਆਂ ਹੋਇਆਂ ਫੈਡਰਲ ਢਾਂਚੇ ਦੇ ਪੱਖ ਵਿੱਚ ਪ੍ਰਭਾਵਸ਼ਾਲੀ ਦਲੀਲਬਾਜ਼ੀ ਕੀਤੀ। ਸਿੱਖ ਨੁਮਾਇੰਦਿਆਂ ਨੇ ਨਾ ਸਿਰਫ ਵਿਧਾਨ ਸਾਜ ਅਸੈਂਬਲੀ ਅੰਦਰ ਫੈਡਰਲਿਜ਼ਮ ਬਾਰੇ ਪੂਰੀ ਤਰ੍ਹਾਂ ਚੁੱਪ ਸਾਧੀ ਰੱਖੀ, ਸਗੋਂ 1952 ਤੋਂ ਲੈ ਕੇ 1967 ਤੱਕ ਪਾਰਲੀਮੈਂਟ ਅੰਦਰ ਇਸ ਮਸਲੇ ਬਾਰੇ ਵਾਰ-ਵਾਰ ਛਿੜੀ ਚਰਚਾ ਦੇ ਬਾਵਜੂਦ ਕਿਸੇ ਵੀ ਸਿੱਖ ਨੁਮਾਇੰਦੇ ਨੇ ਇਕਾਤਮਿਕ ਢਾਂਚੇ ਨੂੰ ਰੱਦ ਕਰਕੇ ਫੈਡਰਲ ਢਾਂਚੇ ਦੀ ਵਕਾਲਤ ਕਰਨ ਦੀ ਰਾਜਸੀ ਦਾਨਸ਼ਮੰਦੀ ਨਹੀਂ ਦਿਖਾਈ। ਹਾਲਾਂਕਿ ਇਸ ਅਰਸੇ ਦੌਰਾਨ ਸਰਦਾਰ ਹੁਕਮ ਸਿੰਘ, ਸਰਦਾਰ ਅਜੀਤ ਸਿੰਘ ਸਰਹੱਦੀ ਅਤੇ ਸਰਦਾਰ ਕਪੂਰ ਸਿੰਘ ਵਰਗੇ ਪੜ੍ਹੇ ਲਿਖੇ ਤੇ ਕਾਬਲ ਵਿਅਕਤੀਆਂ ਨੂੰ ਲੋਕ ਸਭਾ ਅੰਦਰ ਬੈਠਣ ਤੇ ਬੋਲਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। 60ਵਿਆਂ 'ਚ ਜਾ ਕੇ ਸਿੱਖ ਲੀਡਰਸ਼ਿਪ ਦੁਆਰਾ ਫੈਡਰਲਿਜ਼ਮ ਦੇ ਪੱਖ ਵਿੱਚ ਕੱਟੇ ਗਏ ਮੋੜੇ ਦੇ ਕਾਰਨ ਆਰਥਿਕ ਅਤੇ ਰਾਜਨੀਤਿਕ ਦੋਨੋਂ ਸਨ। 1967 ਦੀਆਂ ਚੋਣਾਂ ਅੰਦਰ ਅਕਾਲੀ ਦਲ ਤੋਂ ਇਲਾਵਾ ਕੁਝ ਹੋਰ ਇਲਾਕਾਈ ਰਾਜਸੀ ਦਲਾਂ ਨੂੰ ਵੀ ਕਾਂਗਰਸ ਪਾਰਟੀ ਨੂੰ ਲਾਂਭੇ ਕਰਕੇ ਰਾਜ ਸੱਤਾ ਸੰਭਾਲਣ ਦਾ ਮੌਕਾ ਨਸੀਬ ਹੋਇਆ। ਕਾਂਗਰਸ ਪਾਰਟੀ ਦੀ ਰਾਜਸੀ ਅਜਾਰੇਦਾਰੀ ਨੂੰ ਕਰਾਰਾ ਝਟਕਾ ਦੇਣ ਵਾਲੇ ਇਸ ਰਾਜਸੀ ਵਰਤਾਰੇ ਦਾ ਭਾਰਤ ਦੇ ਸਮਾਜੀ ਆਰਥਿਕ ਖੇਤਰ ਅੰਦਰ ਵਾਪਰੀਆਂ ਵੱਡੀਆਂ ਤਬਦੀਲੀਆਂ ਨਾਲ ਗਹਿਰਾ ਸੰਬੰਧ ਜੁੜਿਆ ਹੋਇਆ ਸੀ। ਭਾਰਤੀ ਗਣਰਾਜ ਦਾ ਸੰਵਿਧਾਨ ਤਿਆਰ ਕਰਨ ਮੌਕੇ ਭਾਵੇਂ ਫੈਡਰਲਿਜ਼ਮ ਦੇ ਅਸੂਲ ਨੂੰ ਸਿੱਧੇ ਤੌਰ ਤੇ ਰੱਦਿਆ ਨਹੀਂ ਸੀ ਗਿਆ, ਪਰੰਤੂ ਇਸ ਦਾ ਦਾਇਰਾ ਤੇ ਅਰਥ ਇਸ ਕਦਰ ਸੁੰਗੇੜ ਦਿੱਤੇ ਗਏ ਸਨ ਕਿ ਸੰਵਿਧਾਨ ਉੱਤੇ ਲੱਗਾ ਫੈਡਰਲਿਜ਼ਮ ਦਾ ਠੱਪਾ ਅਰਥਹੀਣ ਹੋ ਕੇ ਰਹਿ ਗਿਆ ਸੀ। ਜਦ ਇਸ ਸੰਵਿਧਾਨ ਨੂੰ ਲਾਗੂ ਕਰਨ ਦੀ ਵਾਰੀ ਆਈ ਤਾਂ ਫੈਡਰਲਿਜ਼ਮ ਦੀ ਭਾਵਨਾ ਦਾ ਪੂਰੀ ਤਰ੍ਹਾਂ ਘਾਤ ਕਰ ਦਿੱਤਾ ਗਿਆ। ਰਫਤਾ ਪਰ ਵਿਉਂਤਬੱਧ ਤਰੀਕੇ ਨਾਲ ਕੀਤੀਆਂ ਗਈਆਂ ਤਰਮੀਮਾਂ ਨਾਲ ਸੰਵਿਧਾਨ ਅੰਦਰ ਦਰਜ ਫੈਡਰਲ ਅੰਸ਼ਾਂ ਨੂੰ ਵੱਡੀ ਪੱਧਰ ਤੇ ਖੋਰਾ ਲਾ ਦਿੱਤਾ ਗਿਆ। ਸਿੱਟੇ ਵਜੋਂ ਭਾਰਤ ਦੇ ਰਾਜਸੀ ਢਾਂਚੇ ਨੇ ਅਜਿਹਾ ਇਕਾਤਮਿਕ ਖਾਸਾ ਗ੍ਰਹਿਣ ਕਰ ਲਿਆ ਕਿ ਰਾਜਾਂ ਦੇ ਆਰਥਿਕ ਤੇ ਰਾਜਸੀ ਜੀਵਨ ਦੀਆਂ ਸਭੇ ਅਹਿਮ ਰਗਾਂ ਕੇਂਦਰ ਦੀ ਗ੍ਰਿਫਤ ਵਿੱਚ ਆ ਗਈਆਂ ਤੇ ਰਾਜ ਸਰਕਾਰਾਂ ਦੀ ਹੈਸੀਅਤ ਜ਼ਿਲ੍ਹਾ ਪ੍ਰੀਸ਼ਦਾਂ ਤੇ ਨਗਰ ਪਾਲਿਕਾਵਾਂ ਵਾਲੀ ਬਣ ਕੇ ਰਹਿ ਗਈ। ਹਿੰਦੂ ਹਾਕਮਾਂ ਦੇ ਕੇਂਦਰੀਕਰਨ ਦੇ ਰਾਹ ਤੇ ਬੇਰੋਕ ਅੱਗੇ ਵਧਣ ਵਿੱਚ ਕਈ ਗੱਲਾਂ ਸਹਾਈ ਹੋਈਆਂ। ਕੁੱਲ ਤੋਂ ਪਹਿਲੀ ਗੱਲ, ਕੇਂਦਰਵਾਦ ਬਹੁਗਿਣਤੀ ਵਰਗ ਦੇ ਹੱਥ ਵਿੱਚ ਅਜਿਹਾ ਹਥਿਆਰ ਹੈ ਜੋ ਘੱਟ ਗਿਣਤੀ ਭਾਈਚਾਰਿਆਂ ਉੱਤੇ ਰਾਜਨੀਤਿਕ ਤੇ ਸੱਭਿਆਚਾਰਕ ਗਲਬਾ ਪਾਉਣ 'ਚ ਬੇਹੱਦ ਉਪਯੋਗੀ ਸਾਬਤ ਹੁੰਦਾ ਹੈ। ਘੱਟ ਗਿਣਤੀ ਭਾਈਚਾਰਿਆਂ ਦੀ ਆਪਣੀ ਵਿਲੱਖਣ ਹਸਤੀ ਬਰਕਰਾਰ ਰੱਖਣ ਦੀ ਹਰ ਰੀਝ ਨੂੰ ਵੱਖਵਾਦ ਦਾ ਨਾਂ ਦੇ ਕੇ ਕੇਂਦਰੀਕਰਨ ਦੇ ਪੱਖ ਵਿੱਚ ਆਮ ਮਾਹੌਲ ਤਿਆਰ ਕੀਤਾ ਜਾਂਦਾ ਰਿਹਾ। ਬਹੁਗਿਣਤੀ ਵਰਗ ਦੇ ਵੱਡੇ ਹਿੱਸਿਆਂ ਅੰਦਰ ਉਭਾਰਿਆ ਹਿੰਦੂਵਾਦੀ ਜਜ਼ਬਾ ਕੇਂਦਰੀਕਰਨ ਦੀਆਂ ਤਾਕਤਾਂ ਨੂੰ ਬਲ ਮੁਹੱਈਆ ਕਰਦਾ ਰਿਹਾ। ਦੂਜੀ ਗੱਲ, ਆਜ਼ਾਦੀ ਤੋਂ ਬਾਅਦ ਕਾਂਗਰਸੀ ਹਾਕਮਾਂ ਨੇ ਸੋਵੀਅਤ ਯੂਨੀਅਨ ਦੇ ਮਾਡਲ ਤੋਂ ਪ੍ਰਭਾਵਿਤ ਹੋ ਕੇ ਭਾਰਤ ਅੰਦਰ ਜੋ ਆਰਥਿਕ ਢਾਂਚਾ ਉਸਾਰਿਆ, ਉਸਨੇ ਕਸਵੇਂ ਕੇਂਦਰੀ ਕੰਟਰੋਲ ਵਾਲੀ ਰਾਜਨੀਤਿਕ ਪ੍ਰਣਾਲੀ ਨੂੰ ਨਰੋਆ ਆਰਥਿਕ ਆਧਾਰ ਮੁਹੱਈਆ ਕੀਤਾ। ਕੇਂਦਰੀ ਯੋਜਨਾਕਾਰੀ ਦੇ ਸੰਕਲਪ ਤੇ ਆਧਾਰਿਤ ਪਬਲਿਕ ਸੈਕਟਰ ਦੀ ਪ੍ਰਧਾਨਤਾ ਵਾਲਾ ਅਰਥਚਾਰਾ ਦੇਸ਼ ਦੀ ਆਰਥਿਕ ਜ਼ਿੰਦਗੀ ਉੱਤੇ ਕੇਂਦਰ ਸਰਕਾਰ ਦੇ ਸੰਪੂਰਨ ਗਲਬੇ ਦੀਆਂ ਹਾਲਤਾਂ ਪੈਦਾ ਕਰਦਾ ਸੀ। ਭਾਰਤ ਦੀ ਵੱਡੀ ਸਰਮਾਏਦਾਰੀ, ਜੋ ਕਿ ਮੁੱਖ ਤੌਰ ਤੇ ਹਿੰਦੂ ਹੈ, ਸ਼ੁਰੂ ਤੋਂ ਹੀ ਤਾਕਤਾਂ ਦੇ ਕੇਂਦਰੀਕਰਨ ਦੇ ਪੱਖ ਵਿੱਚ ਰਹੀ ਹੈ। ਕਾਰਨ ਇਹ ਕਿ ਆਰਥਿਕ ਤੇ ਰਾਜਸੀ ਕੇਂਦਰੀਕਰਨ ਵੱਡੀ ਸਰਮਾਏਦਾਰੀ ਦੇ ਵਰਗ ਹਿੱਤਾਂ ਦੀ ਪੂਰਤੀ ਕਰਦਾ ਹੈ। ਇਸ ਦੇ ਨਾਲ ਉਸ ਲਈ ਸਮੁੱਚੀ ਭਾਰਤੀ ਮੰਡੀ ਨੂੰ ਆਪਣੀ ਲੋਟੂ ਜਕੜ ਵਿੱਚ ਲੈਣਾ ਆਸਾਨ ਹੋ ਜਾਂਦਾ ਹੈ। ਪਰ ਸਮਾਂ ਪੈਣ ਨਾਲ ਜਦ ਰਾਜਾਂ ਅੰਦਰਲੀ ਸਥਾਨਕ ਸਰਮਾਏਦਾਰੀ ਦੇ ਵੀ ਖੰਭ ਨਿਕਲਣੇ ਸ਼ੁਰੂ ਹੋ ਗਏ ਤਾਂ ਉਸ ਨੂੰ ਰਾਜਾਂ ਦੇ ਆਰਥਿਕ ਜੀਵਨ ਉੱਤੇ ਕੇਂਦਰੀ ਹਕੂਮਤ ਦੇ ਜ਼ਰੀਏ ਵੱਡੀ ਸਰਮਾਏਦਾਰੀ ਦੇ ਕਸਵੇਂ ਕੰਟਰੋਲ ਦੀ ਚੁਭਣ ਮਹਿਸੂਸ ਹੋਣ ਲੱਗੀ, ਜਿਸ ਵਿੱਚੋਂ ਰਾਜਾਂ ਨੂੰ ਵਧੇਰੇ ਵਿੱਤੀ ਅਧਿਕਾਰਾਂ ਦੀ ਮੰਗ ਉੱਠਣ ਲੱਗੀ। ਪਰ ਸਥਾਨਕ ਸਰਮਾਏਦਾਰੀ ਦੀ ਆਵਾਜ਼ ਅਤੇ ਤਾਕਤ ਕਮਜ਼ੋਰ ਹੋਣ ਕਰਕੇ ਕੇਂਦਰ ਸਰਕਾਰ ਅਤੇ ਵੱਡੀ ਸਰਮਾਏਦਾਰੀ ਨੇ ਇਸ ਮੰਗ ਨੂੰ ਬਹੁਤਾ ਨਾ ਗੌਲਿਆ। ਕਾਂਗਰਸ ਪਾਰਟੀ ਦੇ ਰੂਪ ਵਿੱਚ ਵਿਸ਼ਾਲ ਜਨਤਕ ਆਧਾਰ ਵਾਲਾ ਮਜ਼ਬੂਤ ਦੇਸ਼ ਵਿਆਪੀ ਰਾਜਸੀ ਸੰਗਠਨ ਭਾਰਤ ਅੰਦਰ ਫੈਡਰਲਿਜ਼ਮ ਦੀ ਮੰਗ ਅਤੇ ਭਾਵਨਾ ਨੂੰ ਨਕਾਰਨ ਵਾਲਾ ਇੱਕ ਤਾਕਤਵਰ ਰਾਜਸੀ ਫੈਕਟਰ ਸਾਬਤ ਹੋਇਆ। ਪਰੰਤੂ ਜਦ 60ਵਿਆਂ 'ਚ ਜਾ ਕੇ ਦੇਸ਼ ਦੇ ਕੁਝ ਭਾਗਾਂ ਅੰਦਰ ਹਰੇ ਇਨਕਲਾਬ ਦੀ ਸਫਲਤਾ ਸਦਕਾ ਧਨਾਢ ਕਿਸਾਨ ਵਰਗਾਂ ਨੇ ਆਰਥਿਕ ਅਤੇ ਰਾਜਸੀ ਖੇਤਰ ਅੰਦਰ ਵੱਡੀ ਸਰਮਾਏਦਾਰੀ ਨਾਲ ਮੜਿੱਕਣਾ ਸ਼ੁਰੂ ਕਰ ਦਿੱਤਾ ਤਾਂ ਭਾਰਤ ਅੰਦਰ ਰਾਜਨੀਤੀ ਦਾ ਇੱਕ ਅਸਲੋਂ ਹੀ ਨਵਾਂ ਮੂੰਹ ਮੱਥਾ ਉਭਰਨ ਲੱਗਾ। ਪਾਰਲੀਮਾਨੀ ਜਮਹੂਰੀਅਤ ਅੰਦਰ ਸੰਖਿਆ ਦੀ ਨਿਰਣਾਕਾਰੀ ਮਹੱਤਤਾ ਹੋਣ ਕਰਕੇ ਕਿਸਾਨ ਵਰਗ ਦੀ ਆਵਾਜ਼ ਨੂੰ ਅਣਗੌਲਿਆ ਕਰ ਸਕਣਾ ਸੰਭਵ ਨਹੀਂ।
इस करके जद देश के कुछ भागां अंदर धनाड़ किसानी राजसी सत्ता की दावेदार बन के उभर आई तो एकात्मिक ढांचे दीयां बुनियादां तिड़कणियां शुरू हो गईयां। आर्थिक तौर ते बलशाली होया धनाड़ किसान वधेरे आर्थिक ते राजसी खुल्लां दी लोड़ महसूस करन लगा। उस अंदर वड्डी सरमाएदारी दे आर्थिक ते राजसी गलबे तो सुतंत्र होण दी सोच अते रुचि पनपन लगी। पर विचारधारक तौर ते वड्डी हिंदू सरमाएदारी दे गहरे प्रभाव हेठ होण करके अते खुद गरीब पेंडू जनता दी लुट खसुट आसरे पलण वाला एक मायाधारी वर्ग होण करके धनाड़ किसानी दीयां वड्डी सरमाएदारी नाल अनेकां सांझां जुड़ियां होईयां हन। ਭਾਰਤ ਦੀ ਆਰਥਿਕ ਤੇ ਰਾਜਸੀ ਪ੍ਰਣਾਲੀ ਨਾਲ ਜਿੱਥੇ ਉਸਦੇ ਕੁਝ ਝਗੜੇ ਅਤੇ ਵਿਰੋਧ ਹਨ, ਉੱਥੇ ਨਾਲ ਹੀ ਇਸ ਪ੍ਰਣਾਲੀ ਨਾਲ ਉਸਦੇ ਡੂੰਘੇ ਹਿੱਤ ਵੀ ਜੁੜੇ ਹੋਏ ਹਨ। ਜੇਕਰ ਨਿਰੋਲ ਵਰਗ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਵੱਡੀ ਸਰਮਾਏਦਾਰੀ ਨਾਲ ਉਸਦਾ ਝਗੜਾ ਵਧੇਰੇ ਹਿੱਸੇ ਪੱਤੀ ਦਾ ਹੀ ਹੈ। ਇਸ ਕਰਕੇ ਆਮ ਨਿਯਮ ਦੇ ਤੌਰ ਤੇ ਧਨਾੜ ਕਿਸਾਨ ਵਰਗ ਅੰਦਰ ਵੱਡੀ ਹਿੰਦੂ ਸਰਮਾਏਦਾਰੀ ਦੇ ਆਰਥਿਕ ਅਤੇ ਰਾਜਸੀ ਗਲਬੇ ਦੀ ਛੱਟ ਨੂੰ ਪੂਰਨ ਰੂਪ ਵਿੱਚ ਗਲੋਂ ਲਾ ਸੁੱਟਣ ਦੀ ਨਾ ਤਾਂ ਇੱਛਾ ਹੈ ਅਤੇ ਨਾ ਹੀ ਦ੍ਰਿੜਤਾ। ਉਸ ਦੀ ਇਸ ਵਜੂਦ ਸਮੂਹੀ ਕਮਜ਼ੋਰੀ ਦਾ ਰਾਜਸੀ ਖੇਤਰ ਅੰਦਰ ਪ੍ਰਗਟਾਵਾ ਆਮ ਦੇਖਣ ਨੂੰ ਮਿਲਦਾ ਹੈ। ਜਿਵੇਂ ਕਿ ਪਿੱਛੇ ਜ਼ਿਕਰ ਹੋ ਚੁੱਕਾ ਹੈ ਕਿ 1967 ਵਿੱਚ ਜਦ ਇਸ ਵਰਗ ਦੀਆਂ ਨੁਮਾਇੰਦਾ ਰਾਜਸੀ ਤਾਕਤਾਂ ਨੂੰ ਦੇਸ਼ ਦੇ ਕੁਝ ਭਾਗਾਂ ਅੰਦਰ ਰਾਜਸੀ ਸੱਤਾ ਮਾਨਣ ਦਾ ਮੌਕਾ ਨਸੀਬ ਹੋਇਆ ਤਾਂ ਉਸਨੇ ਆਪਣੇ ਵਰਗ ਹਿੱਤਾਂ ਨੂੰ ਭਾਉਂਦੀਆਂ ਆਰਥਿਕ ਨੀਤੀਆਂ ਲਾਗੂ ਕਰਨ ਲਈ ਰਾਜਾਂ ਨੂੰ ਆਰਥਿਕ ਤੇ ਰਾਜਨੀਤਿਕ ਖੁਦਮੁਖਤਿਆਰੀ ਦੀ ਲੋੜ ਮਹਿਸੂਸ ਕੀਤੀ। ਇਸ ਵਿੱਚੋਂ ਹੀ ਅੱਡ-ਅੱਡ ਮੌਕਿਆਂ ਤੇ ਅੱਡ-ਅੱਡ ਰਾਜਸੀ ਤਾਕਤਾਂ ਦੁਆਰਾ ਫੈਡਰਲ ਢਾਂਚੇ ਦੇ ਪੱਖ ਵਿੱਚ ਆਵਾਜ਼ ਉਠਾਈ ਜਾਣ ਲੱਗੀ। परंतु धनाड़ किसान वर्ग की उपर बयानी कमजोरी ते सीमताई कारण उसकी फैडरल ढांचे लई जद्दोजहद अंदर डावाडोलता ते निताणगी उगड़ के प्रगट होंदी रही। 1967 तो बाद की अकाली राजनीति का उपर बयाने संदर्भ विच रख के विश्लेषण किया जाए तो अकाली लीडरशिप द्वारा आनंदपुर साहिब के मते प्रति अपनाए थड़कवें पैंतड़ियां का रहस खुद ब खुद उजागर हो जाता है। फैडरल ढांचे की मंग सब तो पहला तिखे रूप विच धुर दखण विचों उठी। शुरुआती दौर अंदर उत्थे इस मंग का सिद्धे रूप विच धनाड़ किसान वर्ग की चढ़त नाल कोई संबंध नहीं सी जुड़िया होया। यह तामिल लोकां दा द्रावड़ी जज्बा सी जो उन्हां नूं ब्राह्मणवादी विचारधारा नाल तिखे टकराव वल धक रहा सी। पंजाबियां अंदर तमिलनाडु अंदर द्रावड़ लहर का पूरा बोलबाला सी अते तामिल जनता ब्राह्मणवादी गलबे नूं किसी भी रूप विच प्रवान करन लई तैयार नहीं सी। 60वें च आके कई कारणा करके द्रावड़ लहर अंदरला विचारधारक तत्त कमज़ोर पै तुरिया अते उस अंदर ब्राह्मणवाद नाल समझौते दीआं करुचियां जोर फड़न लगियां। समा पैण नाल तामिल समाज अंदर एक अजिहा मायाधारी वर्ग पैदा हो गया जिस दे भारत की वड्डी हिंदू सरमाएदारी नाल झगड़े अते विरोध तां हन, पर नाल ही उस अंदर वड्डी हिंदू सरमाएदारी नाल समझौते ते सांझ भ्याली दा भी जोरदार झुकाअ देखण नूं मिलदा है। तमिलनाडु अंदर पंजाबियां च उठी वखरे द्रावड़ देश की मंग दा 60वें च आके राजा लई वध अधिकारां दी मंग ते निबेड़ा हो गया। तमिलनाडु की DMK सरकार ने 22 सितंबर 1969 नूं PV राजमन्नर की अगवाई हेठ एक कमेटी कायम की जिसनूं केंद्र अते राज्यां दे संबंधां बारे पूरी भरवीं रिपोर्ट तैयार करन दा काम सौंपिया गया। इस कमेटी द्वारा 27 मई 1971 नूं जारी की गई रिपोर्ट भारत अंदर फैडरल ढांचे की उसारी का मत रखण वालियां ताकतां लई एक राहनुमा दस्तावेज का रुतबा अख्तियार कर गई। पंजाब अंदर इस वर्तारे ने तमिलनाडु नाल कुछ मिलवां अते कुछ वखरा अमल अख्तियार किया। बाहर मुखी रूप विच सिख पंथ का ब्राह्मणवाद नाल विरोध द्रावड़ लहर नालों वध बुनियादी ते वध डूंगा है, पर सिख पंथ ते सिख लीडरशिप अंदर सिक्खी की चेतना की घाट होने करके भारत की आज़ादी तो बाद सिख कौम ने इतिहास अंदर अपना सुतंत्र वहन निर्धारित करने की बजाय अमली पद्धर ते भारती हाकमां की चौकीदारी का रोल अख्तियार कर लिया। जद दखण अंदर द्रावड़ लहर ब्राह्मणवाद नाल तिखा दस्त पंजा लै रही सी तां सिख लीडरशिप ने इस दी हमायत विच नितरन दी बजाय हिंदू हाकमां दी रीसे देश की एकता ते अखंडता का राग अलापी रखिया। कश्मीर अते उत्तर पूर्वी खिते दीआं कौमीयतां वल्लों भारती हाकमां दे सामराजी गलबे तो मुक्त होण लई विड्डे संघर्षां प्रति भी सिख लीडरशिप का वतीरा आम करके नकारी ही रहा। भावें 1965 विच मास्टर तारा सिंह वल्लों दिल्ली विखे कौमांतरी प्रैस कानफ्रेंस अंदर जारी किए
ਅਹਿਮ ਨੀਤੀ ਬਿਆਨ ਅੰਦਰ ਹਿੰਦੂ ਹਾਕਮਾਂ ਵੱਲੋਂ ਤਾਕਤ ਦੇ ਜ਼ੋਰ ਨਾਲ ਦਬਾ ਕੇ ਰੱਖੀਆਂ ਇਹਨਾਂ ਕੌਮੀਅਤਾਂ ਦੀਆਂ ਆਜ਼ਾਦੀ ਦੀਆਂ ਰੀਝਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ ਗਿਆ ਸੀ। ਪਰ ਉਦੋਂ ਵੀ ਉਸਨੇ ਭਾਰਤ ਦੇ ਰਾਜਕੀ ਢਾਂਚੇ ਅੰਦਰ ਬੁਨਿਆਦੀ ਰੱਦੋ-ਬਦਲ ਕਰਕੇ ਇਸ ਦੀ ਫੈਡਰਲ ਲੀਹਾਂ ਤੇ ਮੁੜ ਉਸਾਰੀ ਕਰਨ ਦਾ ਨਿਖਰਵਾਂ ਸਿਧਾਂਤਕ ਪੈਂਤੜਾ ਨਾ ਉਭਾਰਿਆ। 1959 ਵਿੱਚ ਜਦ ਜਵਾਹਰ ਲਾਲ ਨਹਿਰੂ ਨੇ ਕੇਰਲਾ ਅੰਦਰ ਕਮਿਊਨਿਸਟ ਪਾਰਟੀ ਦੀ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਗੈਰ ਜਮਹੂਰੀ ਤਰੀਕੇ ਨਾਲ ਭੰਗ ਕਰਕੇ ਕੇਂਦਰ ਸਰਕਾਰ ਦੀ ਨੰਗੀ ਆਪ ਹੁਦਰਾਸ਼ਾਹੀ ਦਾ ਮੁਜ਼ਾਹਰਾ ਕੀਤਾ ਤਾਂ ਸਿੱਖ ਲੀਡਰਸ਼ਿਪ ਨੇ ਅਤੇ ਪਾਰਲੀਮੈਂਟ ਅੰਦਰ ਬੈਠੇ ਸਿੱਖ ਨੁਮਾਇੰਦਿਆਂ ਨੇ ਮੁਕੰਮਲ ਚੁੱਪ ਵੱਟੀ ਰੱਖੀ। ਸਿੱਖਾਂ ਦੇ ਕੁਝ ਵਰਗਾਂ ਅੰਦਰ ਕਈ ਮੌਕਿਆਂ ਤੇ ਸਿੱਖ ਕੌਮ ਲਈ ਖੁਦ ਮੁਖਤਿਆਰ ਦਰਜੇ ਦੀ ਸੋਚ ਅਤੇ ਮੰਗ ਤਾਂ ਜ਼ਰੂਰ ਜ਼ੋਰ ਫੜਦੀ ਰਹੀ, ਪਰੰਤੂ ਸਮੁੱਚੇ ਦੇਸ਼ ਦੇ ਰਾਜਕੀ ਢਾਂਚੇ ਅੰਦਰ ਰੱਦੋ-ਬਦਲ ਕਰਕੇ ਇਸ ਨੂੰ ਫੈਡਰਲ ਰੂਪ ਦੇਣ ਦੀ ਮੰਗ ਅਕਾਲੀ ਦਲ ਨੇ ਪਹਿਲੀ ਵੇਰ 1968 ਵਿੱਚ ਜਾ ਕੇ ਕੀਤੀ, ਜਦ 30 ਸਤੰਬਰ ਨੂੰ ਬਟਾਲਾ ਵਿਖੇ ਸੰਤ ਫਤਿਹ ਸਿੰਘ ਦੀ ਅਗਵਾਈ ਹੇਠ ਹੋਈ ਅਕਾਲੀ ਕਾਨਫਰੰਸ ਅੰਦਰ ਇਸ ਬਾਰੇ ਇੱਕ ਬਕਾਇਦਾ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਇਹ ਸਪਸ਼ਟ ਮਤ ਉਭਾਰਿਆ ਗਿਆ ਕਿ ਪਿਛਲੇ 20 ਸਾਲਾਂ ਦੇ ਦੌਰਾਨ ਦੇਸ਼ ਦੇ ਰਾਜਕੀ ਖੇਤਰ ਅੰਦਰ ਵੱਡੀਆਂ ਤਬਦੀਲੀਆਂ ਵਾਪਰ ਚੁੱਕੀਆਂ ਹਨ, ਜਿਸ ਨਾਲ ਇਹ ਜ਼ਰੂਰੀ ਹੋ ਗਿਆ ਹੈ ਕਿ ਬਦਲੀਆਂ ਹੋਈਆਂ ਹਾਲਾਤਾਂ ਦੇ ਤਹਿਤ ਕੇਂਦਰ ਰਾਜ ਸਬੰਧਾਂ ਬਾਰੇ ਮੁੜ ਵਿਚਾਰ ਕੀਤੀ ਜਾਵੇ। ਦੇਸ਼ ਦੇ ਕਈ ਰਾਜਾਂ ਵਿੱਚ ਗੈਰ ਕਾਂਗਰਸੀ ਸਰਕਾਰਾਂ ਹੋਂਦ ਵਿੱਚ ਆਈਆਂ ਹਨ ਅਤੇ ਸੱਤਾ ਤੇ ਕਾਬਜ਼ ਕਾਂਗਰਸ ਪਾਰਟੀ ਨੇ ਗੈਰ ਕਾਂਗਰਸੀ ਸਰਕਾਰਾਂ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਸੰਵਿਧਾਨ ਦੀ ਦੁਰਵਰਤੋਂ ਕੀਤੀ ਹੈ। ਇਸ ਕਰਕੇ ਪਿਛਲੇ ਤਜਰਬੇ ਦੀ ਰੌਸ਼ਨੀ ਵਿੱਚ ਇਹ ਲਾਜ਼ਮੀ ਬਣ ਗਿਆ ਹੈ ਕਿ ਭਾਰਤੀ ਸੰਵਿਧਾਨ ਬਾਰੇ ਮੁੜ ਵਿਚਾਰ ਕੀਤੀ ਜਾਵੇ ਅਤੇ ਨਵੀਆਂ ਹਾਲਤਾਂ ਦੇ ਅਨੁਸਾਰ ਰਾਜਾਂ ਤੇ ਕੇਂਦਰ ਦੇ ਸਬੰਧਾਂ ਵਿੱਚ ਤਬਦੀਲੀਆਂ ਕੀਤੀਆਂ ਜਾਣ। ਜੇਕਰ ਮਤੇ ਦੀਆਂ ਉਪਰੋਕਤ ਸਤਰਾਂ ਨੂੰ ਗੌਰ ਨਾਲ ਵਾਚਿਆ ਜਾਵੇ ਤਾਂ 60ਵਿਆਂ 'ਚ ਅਕਾਲੀ ਦਲ ਉੱਤੇ ਕਾਬਜ਼ ਹੋਈ ਨਵੀਂ ਅਕਾਲੀ ਲੀਡਰਸ਼ਿਪ ਦੀ ਰਾਜਸੀ ਵਿਚਾਰਧਾਰਾ ਦਾ ਉਹ ਲੱਛਣ ਸਾਫ਼ ਪ੍ਰਗਟ ਹੋ ਜਾਂਦਾ ਹੈ, ਜਿਸ ਨੇ ਅਕਾਲੀ ਰਾਜਨੀਤੀ ਨੂੰ ਰਵਾਇਤੀ ਲੀਹ ਉੱਤੋਂ ਲਾ ਕੇ ਇੱਕ ਨਵੀਂ ਪਟੜੀ ਉੱਤੇ ਚਾੜ ਦਿੱਤਾ। ਭਾਰਤ ਅੰਦਰ ਫੈਡਰਲਿਜ਼ਮ ਦੀ ਗੱਲ ਦੋ ਅਲੱਗ-ਅਲੱਗ ਸੰਦਰਭਾਂ ਵਿੱਚ ਉੱਠਦੀ ਰਹੀ ਹੈ। ਪਿੱਛੇ ਜ਼ਿਕਰ ਹੋ ਚੁੱਕਾ ਹੈ ਕਿ ਫੈਡਰਲ ਢਾਂਚੇ ਦੀ ਮੰਗ ਸਭ ਤੋਂ ਪਹਿਲਾਂ ਮੁਸਲਿਮ ਲੀਗ ਨੇ ਉਭਾਰੀ ਸੀ। ਉਸ ਦੀ ਇਹ ਮੰਗ ਬਹੁਗਿਣਤੀ ਵਰਗ ਦੇ ਆਗੂਆਂ ਦੀਆਂ ਗਾਲਬਾਨਾ ਪ੍ਰਵਰਤੀਆਂ ਦੇ ਸਨਮੁਖ ਘੱਟ ਗਿਣਤੀ ਧਾਰਮਿਕ ਸੱਭਿਆਚਾਰਕ ਭਾਈਚਾਰਿਆਂ ਦੇ ਹਿੱਤਾਂ ਦੀ ਸੁਰੱਖਿਆ ਦੇ ਸਰੋਕਾਰਾਂ ਵਿੱਚ ਨਿਕਲੀ ਸੀ। ਆਜ਼ਾਦੀ ਤੋਂ ਬਾਅਦ ਦੱਖਣ ਦੇ ਦਰਾਵੜ ਦਲਾਂ ਨੇ ਵੀ ਮੁੱਖ ਤੌਰ ਤੇ ਆਪਣੀ ਸੱਭਿਆਚਾਰਕ ਪਛਾਣ ਦੀ ਰਾਖੀ ਲਈ ਹੀ ਬ੍ਰਾਹਮਣਵਾਦੀ ਗਲਬੇ ਤੋਂ ਛੁਟਕਾਰਾ ਹਾਸਲ ਕਰਨ ਦਾ ਨਾਅਰਾ ਬੁਲੰਦ ਕੀਤਾ ਸੀ। ਦੇਸ਼ ਅੰਦਰ ਅਜਿਹੀਆਂ ਬਹੁਤ ਸਾਰੀਆਂ ਸੱਭਿਆਚਾਰਕ ਤੇ ਨੀਮ ਰਾਜਸੀ ਤਾਕਤਾਂ ਸਨ ਜੋ ਭਾਰਤ ਦੀ ਸੱਭਿਆਚਾਰਕ ਅਨੇਕਤਾ ਉੱਤੇ ਬਲ ਦਿੰਦੀਆਂ ਹੋਈਆਂ ਕੇਂਦਰੀਕਰਨ ਦੇ ਰੁਝਾਨ ਦਾ ਤਿੱਖਾ ਵਿਰੋਧ ਕਰਦੀਆਂ ਸਨ। 60ਵਿਆਂ ਤੱਕ ਅਕਾਲੀ ਲੀਡਰਸ਼ਿਪ ਵੀ ਸਿੱਖ ਮਸਲੇ ਨੂੰ ਮੁੱਖ ਤੌਰ ਤੇ ਸਿੱਖਾਂ ਦੀ ਵੱਖਰੀ ਧਾਰਮਿਕ ਤੇ ਸੱਭਿਆਚਾਰਕ ਪਛਾਣ ਦੀ ਰਾਖੀ ਦੇ ਮਸਲੇ ਵਜੋਂ ਦੇਖਦੀ ਰਹੀ ਸੀ। ਇਸ ਵਿੱਚੋਂ ਹੀ ਸਿੱਖ ਕੌਮ ਲਈ ਖੁਦ ਮੁਖਤਿਆਰ ਦਰਜੇ ਦੀ ਮੰਗ ਵਰਗੀਆਂ ਰੈਡੀਕਲ ਪੋਜੀਸ਼ਨਾਂ ਜਨਮ ਲੈਂਦੀਆਂ ਸਨ। ਪਰੰਤੂ 1967 ਤੋਂ ਬਾਅਦ ਕੁਝ ਰਾਜਸੀ ਤਾਕਤਾਂ ਵੱਲੋਂ ਉਭਾਰੀ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਦਾ ਆਧਾਰ ਅਤੇ ਸੰਦਰਭ ਅਸਲੋਂ ਹੀ ਅਲੱਗ ਸੀ। ਇਹ ਆਰਥਿਕ ਤੌਰ ਤੇ ਬਲਸ਼ਾਈ ਹੋਏ ਖੇਤਰੀ ਸਰਮਾਏਦਾਰ ਵਰਗਾਂ ਦੀ ਵੱਡੀ ਹਿੰਦੂ ਸਰਮਾਏਦਾਰੀ ਦੀ ਜਕੜਬੰਦੀ ਨੂੰ ਤੋੜ ਕੇ ਆਪਣੇ ਅਗਲੇਰੇ ਵਿਕਾਸ ਦਾ ਰਾਹ ਪੱਧਰਾ ਕਰਨ ਦੀ ਲੋੜ 'ਚੋਂ ਨਿਕਲਿਆ ਰਾਜਨੀਤਿਕ ਪ੍ਰੋਗਰਾਮ ਸੀ, ਜਿਸ ਵਿੱਚ ਧਾਰਮਿਕ ਸੱਭਿਆਚਾਰਕ ਪੱਖ ਪਿਛਵਾੜੇ ਧੱਕ ਦਿੱਤਾ ਗਿਆ ਸੀ। ਅਕਾਲੀ ਦਲ ਦੇ ਬਟਾਲਾ ਕਾਨਫਰੰਸ ਵਾਲੇ ਮਤੇ ਅੰਦਰ ਨੋਟ ਕਰਨ ਵਾਲੀ ਅਹਿਮ ਗੱਲ ਇਹ ਹੈ ਕਿ ਇਸ ਵਿੱਚ ਭਾਰਤ ਦੀ ਧਾਰਮਿਕ ਸੱਭਿਆਚਾਰਕ ਅਨੇਕਤਾ ਅਤੇ ਹਿੰਦੂਵਾਦੀ ਤਾਕਤਾਂ ਦੀਆਂ ਘੱਟ ਗਿਣਤੀ ਭਾਈਚਾਰਿਆਂ ਨੂੰ ਦੁਬੇਲ ਬਣਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਦਾ ਕੋਈ ਇਸ਼ਾਰੇ ਮਾਤਰ ਵੀ ਜ਼ਿਕਰ ਦੇਖਣ ਨੂੰ ਨਹੀਂ ਮਿਲਦਾ। ਮਤੇ ਅੰਦਰ ਨੋਟ ਕੀਤਾ ਗਿਆ ਇਹ ਤੱਥ ਗਲਤ ਨਹੀਂ ਸੀ ਕਿ ਦੇਸ਼ ਦੇ ਕਈ ਰਾਜਾਂ ਵਿੱਚ ਗੈਰ ਕਾਂਗਰਸੀ ਸਰਕਾਰਾਂ ਹੋਂਦ ਵਿੱਚ ਆਈਆਂ ਹਨ ਅਤੇ ਸੱਤਾ ਤੇ ਕਾਬਜ਼ ਕਾਂਗਰਸੀ ਪਾਰਟੀ ਨੇ ਗੈਰ ਕਾਂਗਰਸੀ ਸਰਕਾਰਾਂ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਸੰਵਿਧਾਨ ਦੀ ਦੁਰਵਰਤੋਂ ਕੀਤੀ। ਅਕਾਲੀ ਦਲ ਦੁਆਰਾ ਮਤੇ ਅੰਦਰ ਲਈ ਗਈ ਇਹ ਪੋਜੀਸ਼ਨ ਵੀ ਗਲਤ ਨਹੀਂ ਸੀ ਕਿ ਭਾਰਤ ਦਾ ਸੰਵਿਧਾਨ ਹਕੀਕੀ ਫੈਡਰਲ ਆਧਾਰ ਤੇ ਹੋਣਾ ਚਾਹੀਦਾ ਹੈ ਅਤੇ ਰਾਜਾਂ ਨੂੰ ਵਧੇਰੇ ਖੁਦਮੁਖਤਿਆਰੀ ਮਿਲਣੀ ਚਾਹੀਦੀ ਹੈ। ਮਤੇ ਦੀ ਰੜਕਵੀਂ ਉਕਾਈ ਇਹ ਸੀ ਕਿ ਕੇਂਦਰੀਕਰਨ ਦੇ ਰੁਝਾਨ ਦਾ ਤੱਥ ਨੋਟ ਕਰਨ ਲੱਗਿਆਂ ਇਸ ਪਿੱਛੇ ਕੰਮ ਕਰਦੀ ਸੋਚ ਅਤੇ ਭਾਵਨਾ ਦੀ ਨਿਸ਼ਾਨਦੇਹੀ ਕਰਨ ਤੋਂ ਟਾਲਾ ਵੱਟਿਆ ਗਿਆ ਸੀ, ਜਿਸ ਨਾਲ ਇਸ ਰਾਜਸੀ ਵਰਤਾਰੇ ਦਾ ਪੂਰਾ ਸਹੀ ਤੇ ਮੁਕੰਮਲ ਵਿਸ਼ਲੇਸ਼ਣ ਸਾਹਮਣੇ ਨਹੀਂ ਸੀ ਆ ਸਕਿਆ। ਇਸ ਅੱਧੇ ਅਧੂਰੇ ਵਿਸ਼ਲੇਸ਼ਣ ਸਦਕਾ ਫੈਡਰਲ ਢਾਂਚੇ ਦੀ ਉਚਿਤ ਮੰਗ ਦਾ ਜੋ ਆਧਾਰ ਪੇਸ਼ ਕੀਤਾ ਗਿਆ ਉਹ ਬਹੁਤ ਪਿਚਕਵਾਂ ਸੀ।
ਗੱਲ ਸਿਰਫ ਇੰਨੀ ਨਹੀਂ ਸੀ ਕਿ ਪਿਛਲੇ 20 ਸਾਲਾਂ ਦੇ ਦੌਰਾਨ ਸੱਤਾ ਤੇ ਕਾਬਜ਼ ਕਾਂਗਰਸੀ ਪਾਰਟੀ ਨੇ ਕੁਝ ਰਾਜਾਂ ਅੰਦਰ ਕਾਇਮ ਹੋਈਆਂ ਗੈਰ ਕਾਂਗਰਸੀ ਸਰਕਾਰਾਂ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਸੰਵਿਧਾਨ ਦੀ ਦੁਰਵਰਤੋਂ ਕੀਤੀ ਸੀ। ਇਦੋਂ ਵੀ ਵੱਧ ਕੇ ਹਕੀਕਤ ਇਹ ਸੀ ਕਿ ਦੇਸ਼ ਅੰਦਰ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਨਾਲ ਸ਼ਰੀਹਣ ਵਿਤਕਰਾ, ਬੇਇਨਸਾਫੀ ਤੇ ਵਧੀਕੀ ਹੋ ਰਹੀ ਸੀ। ਫਿਰਕੂ ਦੰਗਿਆਂ ਦੇ ਨਾਂ ਹੇਠ ਮੁਸਲਮਾਨਾਂ ਦਾ ਹਕੂਮਤੀ ਸਰਪ੍ਰਸਤੀ ਹੇਠ ਜਗ੍ਹਾ ਜਗ੍ਹਾ ਕਤਲੇਆਮ ਰਚਿਆ ਜਾ ਰਿਹਾ ਸੀ। ਸਿੱਖਾਂ ਤੇ ਈਸਾਈਆਂ ਨੂੰ ਹਰ ਜਗ੍ਹਾ ਕੈਰੀ ਅੱਖ ਨਾਲ ਦੇਖਿਆ ਜਾ ਰਿਹਾ ਸੀ। ਦੇਸ਼ ਭਰ ਦੇ ਲੋਕਾਂ ਉੱਤੇ ਜ਼ੋਰੋ ਜਬਰੀ ਹਿੰਦੂ ਸੱਭਿਆਚਾਰਕ ਮੜਨ ਅਤੇ ਉਹਨਾਂ ਦੀਆਂ ਅਲੱਗ-ਅਲੱਗ ਧਾਰਮਿਕ, ਭਾਸ਼ਾਈ ਤੇ ਸੱਭਿਆਚਾਰਕ ਪਛਾਣਾਂ ਨੂੰ ਮਲੀਆ ਮੇਟ ਕਰਕੇ ਸਮੁੱਚੇ ਭਾਰਤ ਨੂੰ ਇੱਕੋ ਸਾਵੇਂ ਹਿੰਦੂ-ਹਿੰਦੀ ਸੱਭਿਆਚਾਰ ਵਿੱਚ ਰੰਗਣ ਦੀਆਂ ਫਾਸ਼ੀ ਪ੍ਰਵਿਰਤੀਆਂ ਬਿਫਰ ਕੇ ਸਾਹਮਣੇ ਆ ਰਹੀਆਂ ਸਨ। ਹਕੀਕਤ ਵਿੱਚ ਇਹ ਉਹ ਗਰਭਸ਼ਾਲਾ ਹੈ ਜਿਸ ਚੋਂ ਭਾਰਤ ਅੰਦਰ ਕੇਂਦਰੀਕਰਨ ਦਾ ਰੁਝਾਨ ਜੀਵਨਦਾਨ ਤੇ ਸ਼ਕਤੀ ਗ੍ਰਹਿਣ ਕਰਦਾ ਹੈ। ਇਸ ਕਰਕੇ ਇਹਨਾਂ ਹਿੰਦੂ ਫਾਸ਼ੀ ਪ੍ਰਵਿਰਤੀਆਂ ਨੂੰ ਹਮਲੇ ਦਾ ਨਿਸ਼ਾਨਾ ਬਣਾਏ ਬਿਨਾਂ ਭਾਰਤ ਅੰਦਰ ਕੇਂਦਰੀਕਰਨ ਦੇ ਰੁਝਾਨ ਨੂੰ ਠੱਲ ਪਾਉਣ ਦਾ ਕੋਈ ਵੀ ਯਤਨ ਸਕਾਰਥ ਨਹੀਂ ਹੋ ਸਕਦਾ। ਕੇਂਦਰੀਕਰਨ ਦੇ ਰੁਝਾਨ ਨੂੰ ਹਿੰਦੂ ਫਾਸ਼ੀ ਪ੍ਰਵਿਰਤੀਆਂ ਦੇ ਸੰਦਰਭ ਨਾਲੋਂ ਤੋੜ ਕੇ ਦੇਖਣਾ ਅਕਾਲੀ ਲੀਡਰਸ਼ਿਪ ਕੋਲੋਂ ਕੋਈ ਅਨਭੋਲ ਵਸ ਹੋਈ ਭੁੱਲ ਨਹੀਂ ਸੀ। ਇਹ ਨਵੀਂ ਅਕਾਲੀ ਲੀਡਰਸ਼ਿਪ ਦਾ ਉਸਦੀ ਵਿਚਾਰਧਾਰਕ ਤਾਸੀਰ ਤੇ ਵੇਲੇ ਦੀਆਂ ਰਾਜਸੀ ਗਰਜਾਂ ਚੋਂ ਨਿਕਲਿਆ ਸੁਚੇਤ ਰਾਜਸੀ ਪੈਂਤੜਾ ਸੀ। ਅਸਲ ਵਿੱਚ ਫੈਡਰਲ ਢਾਂਚੇ ਦੀ ਮੰਗ ਦੇ ਰੂਪ ਵਿੱਚ ਨਵੀਂ ਅਕਾਲੀ ਲੀਡਰਸ਼ਿਪ ਨੂੰ ਸੰਘਰਸ਼ ਦਾ ਇੱਕ ਅਜਿਹਾ ਠੋਸ ਤੇ ਪ੍ਰਭਾਵਕਾਰੀ ਮੁੱਦਾ ਮਿਲ ਗਿਆ ਸੀ ਜੋ ਕਿ ਇੱਕ ਤਾਂ ਸਿੱਖ ਪੰਥ ਅੰਦਰਲੀਆਂ ਸਰਮਾਏਦਾਰ ਤਾਕਤਾਂ, ਖਾਸ ਕਰਕੇ ਪੇਂਡੂ ਧਨਾੜ ਤੱਤਾਂ ਦੇ ਆਰਥਿਕ ਤੇ ਰਾਜਸੀ ਹਿੱਤਾਂ ਦੇ ਅਨੁਕੂਲ ਸੀ। ਦੂਜਾ, ਇਸ ਨਾਲ ਸਿੱਖ ਪੰਥ ਦੀ ਨਿਆਰੀ ਕੌਮੀ ਹਸਤੀ ਉੱਤੇ ਬਲ ਦੇਣ ਵਾਲੀ ਰਾਜਸੀ ਧਾਰਾ ਨਾਲੋਂ ਸਪਸ਼ਟ ਰੂਪ 'ਚ ਸਿਧਾਂਤਕ ਨਿਖੇੜਾ ਕਰਕੇ ਮਾਸਟਰ ਤਾਰਾ ਸਿੰਘ ਦੀ ਰਾਜਸੀ ਵਿਚਾਰਧਾਰਾ ਨਾਲ ਵਧੇਰੇ ਅਸਰਦਾਰ ਤਰੀਕੇ ਨਾਲ ਨਿਪਟਿਆ ਜਾ ਸਕਦਾ ਸੀ। ਇਸ ਤੋਂ ਇਲਾਵਾ ਅਕਾਲੀ ਦਲ ਨੂੰ ਇੱਕ ਅਫਿਰਕੂ ਤਾਕਤ ਵਜੋਂ ਪੇਸ਼ ਕਰਕੇ ਪੰਜਾਬ ਦੇ ਅੰਦਰ ਤੇ ਪੰਜਾਬ ਤੋਂ ਬਾਹਰ ਹੋਰਨਾਂ ਕਾਂਗਰਸ ਵਿਰੋਧੀ ਰਾਜਸੀ ਦਲਾਂ ਨਾਲ ਮੇਲ-ਜੋਲ ਸਥਾਪਿਤ ਕਰਨ ਦਾ ਭਰੋਸੇਯੋਗ ਆਧਾਰ ਸਿਰਜਿਆ ਜਾ ਸਕਦਾ ਸੀ ਜੋ ਕਿ ਪੰਥ ਅੰਦਰਲੀਆਂ ਸਰਮਾਏਦਾਰ ਤਾਕਤਾਂ ਦੀ ਦ੍ਰਿਸ਼ਟੀ ਤੋਂ ਭਾਰਤ ਦੇ ਕਾਇਮ ਮੁਕਾਮ ਆਰਥਿਕ ਤੇ ਰਾਜਸੀ ਢਾਂਚੇ ਅੰਦਰ ਆਪਣੇ ਜਮਾਤੀ ਆਰਥਿਕ ਹਿੱਤਾਂ ਦੀ ਸੁਰੱਖਿਆ ਤੇ ਵਧਾਰੇ ਲਈ ਬੇਹੱਦ ਜ਼ਰੂਰੀ ਸੀ। ਇਸ ਤਰ੍ਹਾਂ ਬਟਾਲਾ ਕਾਨਫਰੰਸ ਦੇ ਮਤੇ ਨਾਲ ਪੇਂਡੂ ਸਿੱਖ ਸਰਮਾਏਦਾਰੀ ਦੇ ਹਿੱਤਾਂ ਨੂੰ ਪਰਨਾਈ ਨਵੀਂ ਅਕਾਲੀ ਲੀਡਰਸ਼ਿਪ ਨੂੰ ਇੱਕ ਅਜਿਹਾ ਰਾਜਸੀ ਮੁੱਦਾ ਤੇ ਨਾਅਰਾ ਮਿਲ ਗਿਆ ਜਿਸ ਨਾਲ ਸਿੱਖ ਲਹਿਰ ਦੇ ਮੂਲ ਉਦੇਸ਼ਾਂ, ਬੁਨਿਆਦੀ ਕਾਰਜਾਂ ਤੇ ਚੋਟ ਨਿਸ਼ਾਨੇ ਅੰਦਰ ਅਛੋਪਲੇ ਹੀ ਵੱਡੀ ਫੇਰਬਦਲ ਹੋ ਗਈ। ਅਕਾਲੀ ਦਲ ਦੇ ਮਤਿਆਂ ਤੇ ਅਕਾਲੀ ਆਗੂਆਂ ਦੇ ਕਥਨਾਂ ਅੰਦਰ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਬਚਾਉਣ ਤੇ ਪ੍ਰਫੁੱਲਤ ਕਰਨ ਦਾ ਰਸਮੀ ਜ਼ਿਕਰ ਜ਼ਰੂਰ ਹੁੰਦਾ ਰਿਹਾ, ਪਰੰਤੂ ਅਕਾਲੀ ਦਲ ਦੇ ਪ੍ਰੋਗਰਾਮ ਤੇ ਕਾਰਜਾਂ ਅਮਲਾਂ ਅੰਦਰੋਂ ਇਸ ਦੀ ਆਭਾ ਨਿਰੰਤਰ ਗਾਇਬ ਹੁੰਦੀ ਚਲੀ ਗਈ। ਅਕਾਲੀ ਲੀਡਰਸ਼ਿਪ ਅੰਦਰ ਸਿੱਖ ਪੰਥ ਦੀ ਸੁਤੰਤਰ ਪਛਾਣ ਨੂੰ ਹਿੰਦੂਵਾਦੀ ਤਾਕਤਾਂ ਹੱਥੋਂ ਦਰਪੇਸ਼ ਖਤਰੇ ਨੂੰ ਘਟਾ ਕੇ ਦੇਖਣ ਜਾਂ ਉੱਕਾ ਹੀ ਨਜ਼ਰ ਅੰਦਾਜ਼ ਕਰ ਦੇਣ ਦੀ ਕੁਰੂਚੀ ਜ਼ੋਰ ਫੜ ਗਈ। ਸਿੱਖੀ ਦੇ ਤੇਜ਼ੀ ਨਾਲ ਹੋ ਰਹੇ ਜਾਂ ਕੀਤੇ ਜਾ ਰਹੇ ਬ੍ਰਾਹਮਣੀਕਰਨ ਬਾਰੇ ਤਾਂ ਨਵੀਂ ਅਕਾਲੀ ਲੀਡਰਸ਼ਿਪ ਨੂੰ ਉੱਕਾ ਹੀ ਸੋਝੀ ਜਾਂ ਚਿੰਤਾ ਨਹੀਂ ਸੀ, ਕਿਉਂਕਿ ਖੁਦ ਇੱਕ ਲੋਟੂ ਸਰਮਾਏਦਾਰ ਵਰਗ ਹੋਣ ਕਰਕੇ ਉਸਦੀ ਸਿੱਖ ਧਰਮ ਦੇ ਮੂਲ ਸਿਧਾਂਤਾਂ ਤੇ ਕਦਰਾਂ ਕੀਮਤਾਂ ਨਾਲ ਦਿਲੀ ਪ੍ਰਤੀਬੱਧਤਾ ਨਹੀਂ। ਉਸਦੀ ਵੱਧ ਰੁਚੀ ਸਿੱਖ ਜਨਤਾ ਅੰਦਰ ਮੌਜੂਦ ਸਿੱਖੀ ਦੇ ਜਜ਼ਬੇ ਦਾ ਆਪਣੇ ਜਮਾਤੀ ਸਿਆਸੀ ਹਿੱਤਾਂ ਲਈ ਇਸਤੇਮਾਲ ਕਰਨ ਵਿੱਚ ਹੈ। ਉਸਦਾ ਜਮਾਤੀ ਰੁਤਬਾ ਤੇ ਲੋਟੂ ਪ੍ਰਵਿਰਤੀ ਉਸਨੂੰ ਖੁਦ ਸਿੱਖ ਵਿਚਾਰਧਾਰਾ ਅੰਦਰ ਬ੍ਰਾਹਮਣਵਾਦੀ ਖੋਟ ਰਲਾਉਣ ਦੇ ਅਮਲ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹੀ ਵਜ੍ਹਾ ਹੈ ਕਿ ਜਦ ਤੱਕ 80ਵਿਆਂ 'ਚ ਜਾ ਕੇ ਸਿੱਖ ਸੰਘਰਸ਼ ਨੇ ਇਨਕਲਾਬੀ ਮੋੜਾ ਨਹੀਂ ਕੱਟ ਲਿਆ, ਤਦ ਤੱਕ ਅਕਾਲੀ ਲੀਡਰਸ਼ਿਪ ਦੇ ਵਿਚਾਰਧਾਰਕ ਪ੍ਰਭਾਵ ਹੇਠ ਸਿੱਖੀ ਦਾ ਜੋ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ, ਉਸ ਵਿੱਚ ਸਿੱਖੀ ਨੂੰ ਬ੍ਰਾਹਮਣਵਾਦੀ ਅਸਰਾਂ ਤੋਂ ਸੁਰਖਰੂ ਕਰਨ ਦੀ ਚੇਤਨਾ ਤੇ ਦਾਬ ਲਗਭਗ ਗਾਇਬ ਰਹੀ। ਅਕਾਲੀ ਰਾਜਨੀਤੀ ਅੰਦਰ ਬ੍ਰਾਹਮਣਵਾਦ ਨੂੰ ਚੋਟ ਨਿਸ਼ਾਨਾ ਬਣਾਉਣ ਦੀ ਗੱਲ ਉੱਕਾ ਹੀ ਵਿਸਾਰ ਦਿੱਤੀ ਗਈ। ਜੇਕਰ ਮਾਸਟਰ ਤਾਰਾ ਸਿੰਘ ਵੱਲੋਂ 2 ਅਗਸਤ 1965 ਨੂੰ ਕੌਮਾਂਤਰੀ ਪ੍ਰੈਸ ਕਾਨਫਰੰਸ ਅੰਦਰ ਜਾਰੀ ਕੀਤੇ ਗਏ ਮਹੱਤਵਪੂਰਨ ਨੀਤੀ ਬਿਆਨ ਅਤੇ ਨਵੀਂ ਅਕਾਲੀ ਲੀਡਰਸ਼ਿਪ ਦੁਆਰਾ ਬਟਾਲਾ ਕਾਨਫਰੰਸ ਦੇ ਮਤੇ ਦੇ ਰੂਪ ਵਿੱਚ ਉਭਾਰੀ ਗਈ ਨਵੀਂ ਸਿਧਾਂਤਕ ਪੋਜੀਸ਼ਨ ਦਾ ਮੜਿੱਕਵਾਂ ਮੁਲਾਂਕਣ ਕੀਤਾ ਜਾਵੇ ਤਾਂ ਦੋਨਾਂ ਅੰਦਰ ਹੀ ਕੁਝ ਰੜਕਵੀਆਂ ਖਾਮੀਆਂ ਦੇਖੀਆਂ ਜਾ ਸਕਦੀਆਂ ਹਨ।
ਮਾਸਟਰ ਤਾਰਾ ਸਿੰਘ ਦੇ ਨੀਤੀ ਬਿਆਨ ਅੰਦਰ ਜਿੱਥੇ ਆਜ਼ਾਦੀ ਤੋਂ ਬਾਅਦ ਭਾਰਤ ਅੰਦਰ ਉਭਰੇ ਹਿੰਦੂ ਪੁਨਰਵਾਦ ਦੇ ਵਰਤਾਰੇ ਤੇ ਇਸ ਦੇ ਘੱਟ ਗਿਣਤੀ ਧਾਰਮਿਕ ਤੇ ਸੱਭਿਆਚਾਰਕ ਭਾਈਚਾਰਿਆਂ ਦੀ ਹੋਣੀ ਉੱਤੇ ਪੈ ਰਹੇ ਦੁਰਪ੍ਰਭਾਵਾਂ ਦਾ ਬਹੁਤ ਹੀ ਡੂੰਘਾ ਭਰਵਾਂ ਤੇ ਬੇਲਿਹਾਜ਼ ਵਿਸ਼ਲੇਸ਼ਣ ਕੀਤਾ ਗਿਆ, ਉੱਥੇ ਭਾਰਤ ਦੇ ਆਰਥਿਕ ਤੇ ਸਮਾਜੀ ਖੇਤਰ ਅੰਦਰ ਵਾਪਰੀਆਂ ਅਹਿਮ ਤਬਦੀਲੀਆਂ ਦੇ ਫਲਸਰੂਪ ਖੇਤਰੀ ਪੱਧਰ ਤੇ ਉੱਭਰ ਕੇ ਸਾਹਮਣੇ ਆਈਆਂ ਨਵੀਆਂ ਸਮਾਜੀ ਆਰਥਿਕ ਤੇ ਰਾਜਸੀ ਤਾਕਤਾਂ ਅਤੇ ਉਹਨਾਂ ਦੇ ਦਿਲੀ ਦਰਬਾਰ ਨਾਲ ਪੈ ਰਹੇ ਰਾਜਸੀ ਪੇਚਿਆਂ ਦੀ ਹਕੀਕਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਰਾਜਸੀ ਹਾਲਤ ਦੇ ਇਸ ਅਧੂਰੇ ਅਤੇ ਨੁਕਸਦਾਰ ਵਿਸ਼ਲੇਸ਼ਣ ਸਦਕਾ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠਲਾ ਅਕਾਲੀ ਧੜਾ ਨਾ ਸਿਰਫ ਸੰਤ ਫਤਿਹ ਸਿੰਘ ਦੀ ਅਗਵਾਈ ਹੇਠਲੇ ਵਰਗ ਦੀ ਹਕੀਕੀ ਤਾਕਤ ਦਾ ਸਹੀ ਅੰਦਾਜ਼ਾ ਲਾਉਣ ਵਿੱਚ ਮਾਰ ਖਾ ਬੈਠਾ, ਸਗੋਂ ਉਹ ਸ਼ੁਰੂ ਦੌਰ ਅੰਦਰ ਕੇਂਦਰੀਕਰਨ ਦੇ ਰੁਝਾਨ ਨਾਲ ਤਿੱਖੇ ਟਕਰਾਓ ਵਿੱਚ ਆ ਰਹੀਆਂ ਇਹਨਾਂ ਨਵੀਆਂ ਖੇਤਰੀ ਤਾਕਤਾਂ ਪ੍ਰਤੀ ਨਕਾਰੀ ਰਵੱਈਆ ਅਖਤਿਆਰ ਕਰਨ ਦੀ ਵੱਡੀ ਰਾਜਨੀਤਿਕ ਭੁੱਲ ਕਰ ਬੈਠਾ। ਸਰਦਾਰ ਕਪੂਰ ਸਿੰਘ ਵੱਲੋਂ ਬਟਾਲਾ ਕਾਨਫਰੰਸ ਦੇ ਮਤੇ ਦੀ ਖਰਵੀਂ ਆਲੋਚਨਾ 'ਚੋਂ ਇਸ ਨੁਕਸਦਾਰ ਪਹੁੰਚ ਦੀ ਗੂੜੀ ਝਲਕ ਮਿਲਦੀ ਹੈ। ਬਾਅਦ ਵਿੱਚ ਚੰਡੀਗੜ੍ਹ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਲਾਨਾ ਅਜਲਾਸ ਅੰਦਰ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਰਦਾਰ ਕਪੂਰ ਸਿੰਘ ਨੇ ਇਸ ਗਲਤੀ ਨੂੰ ਦਰੁਸਤ ਕਰਦਿਆਂ ਹੋਇਆਂ ਭਾਰਤ ਦੇ ਅਲੱਗ-ਅਲੱਗ ਖਿੱਤਿਆਂ ਅੰਦਰ ਉੱਭਰ ਵਿਗਸ ਰਹੀਆਂ ਖੇਤਰੀ ਪਛਾਣਾਂ ਦਾ ਇੱਕ ਹਾਂਦਰੂ ਵਰਤਾਰੇ ਵਜੋਂ ਮੁਲਾਂਕਣ ਕੀਤਾ ਤੇ ਭਾਰਤ ਅੰਦਰ ਕਸਵੇਂ ਕੰਟਰੋਲ ਵਾਲੀ ਕੇਂਦਰ ਮੁਖੀ ਰਾਜਸੀ ਪ੍ਰਣਾਲੀ ਦੀ ਥਾਂ ਤੱਤ ਰੂਪ ਵਿੱਚ ਫੈਡਰਲ ਅਸੂਲਾਂ ਤੇ ਆਧਾਰਿਤ ਢਾਂਚੇ ਦੀ ਵਕਾਲਤ ਕੀਤੀ। ਪਰ ਮਾਸਟਰ ਧੜੇ ਦੀ ਇਸ ਸਿਧਾਂਤਕ ਉਕਾਈ ਦੀ ਤੁਲਨਾ 'ਚ ਸੰਤ ਫਤਿਹ ਸਿੰਘ ਦੀ ਛਤਰ ਛਾਇਆ ਹੇਠ ਉੱਭਰ ਉਸਰ ਰਹੀ ਨਵੀਂ ਅਕਾਲੀ ਲੀਡਰਸ਼ਿਪ ਦਾ ਕੁਰਾਹਾ ਕਿਤੇ ਵੱਧ ਗੰਭੀਰ ਅਤੇ ਮਾਰੂ ਸਾਬਤ ਹੋਇਆ। 1967 ਤੋਂ ਬਾਅਦ ਭਾਰਤ ਅੰਦਰ ਰਾਜਾਂ ਨੂੰ ਵਧੇਰੇ ਵਿੱਤੀ ਤੇ ਰਾਜਸੀ ਅਧਿਕਾਰਾਂ ਦੀ ਮੰਗ ਦਾ ਜ਼ੋਰ ਫੜ ਜਾਣਾ ਬਿਨਾਂ ਸ਼ੱਕ ਇੱਕ ਸ਼ੁਭ ਘਟਨਾਕ੍ਰਮ ਸੀ, ਪਰੰਤੂ ਭਾਰਤ ਦੀ ਧਾਰਮਿਕ ਤੇ ਸੱਭਿਆਚਾਰਕ ਵੰਨ-ਸੁਵੰਨਤਾ ਦੇ ਪੱਖ ਨੂੰ ਨਜ਼ਰਅੰਦਾਜ਼ ਕਰਕੇ ਸਮੁੱਚੇ ਭਾਰਤ ਅੰਦਰ ਇੱਕ ਇਕਹਿਰੀ ਤਰ੍ਹਾਂ ਦੇ ਢਾਂਚੇ ਦੀ ਗੱਲ ਕਰਨੀ ਬਦਲਵੇਂ ਪੈਂਤੜੇ ਤੋਂ ਹਿੰਦੂਵਾਦ ਦਾ ਹੀ ਪੱਖ ਪੂਰਨਾ ਹੈ। ਭਾਰਤ ਦੀ ਸਮਾਜੀ ਅਤੇ ਰਾਜਸੀ ਹਕੀਕਤ ਦੇ ਬਹੁਪਰਤੀ ਅਤੇ ਗੁੰਝਲਦਾਰ ਖਾਸੇ ਨੂੰ ਸਮਝਣਾ ਨਿਹਾਇਤ ਜ਼ਰੂਰੀ ਹੈ। ਇਸ ਸਬੰਧ ਵਿੱਚ ਕੁੱਲ ਤੋਂ ਅਹਿਮ ਗੱਲ ਇਹ ਹੈ ਕਿ ਹਿੰਦੂ ਵਰਗ ਆਪਣੀ ਬਹੁਗਿਣਤੀ ਦੇ ਜ਼ੋਰ ਨਾਲ ਗੈਰ ਹਿੰਦੂ ਵਰਗਾਂ ਉੱਤੇ ਆਪਣਾ ਧਾਰਮਿਕ ਤੇ ਸੱਭਿਆਚਾਰਕ ਗਲਬਾ ਪਾਉਣ ਦੀ ਜ਼ੋਰਦਾਰ ਫਾਸ਼ੀ ਪ੍ਰਵਿਰਤੀ ਰੱਖਦਾ ਹੈ, ਜਿਸ ਨਾਲ ਗੈਰ ਹਿੰਦੂ ਭਾਈਚਾਰਿਆਂ ਅੰਦਰ ਆਪਣੀ ਅਲੱਗ ਪਛਾਣ ਅਤੇ ਹਸਤੀ ਨੂੰ ਬਚਾਉਣ ਦਾ ਤਿੱਖਾ ਸਰੋਕਾਰ ਪੈਦਾ ਹੁੰਦਾ ਹੈ। ਅਗਾਂਹ ਹਿੰਦੂ ਵਰਗ ਅੰਦਰੋਂ ਵੀ ਮੁੱਖ ਤੌਰ ਤੇ ਹਿੰਦੀ ਖੇਤਰ ਜਾਂ ਜਿਸ ਨੂੰ ਗਊ ਮੰਡਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਦਾ ਜਾਤ ਅਭਿਮਾਨੀ ਹਿੰਦੂ ਲਾਣਾ ਹੈ, ਜੋ ਭਾਰਤ ਦੇ ਰਾਜਕੀ ਪ੍ਰਬੰਧਕੀ ਢਾਂਚੇ ਅੰਦਰ ਆਪਣੀ ਭਾਰੂ ਹੈਸੀਅਤ ਸਦਕਾ ਹਕੀਕੀ ਅਰਥਾਂ ਵਿੱਚ ਨੀਤੀ ਨਿਰਧਾਰਨ ਅਤੇ ਨੀਤੀ ਸੰਚਾਲਨ ਕਰਦਾ ਹੈ। ਹਿੰਦੂ ਭਾਈਚਾਰੇ ਅੰਦਰਲਾ ਵਧੇਰੇ ਫਿਰਕੂ ਤੇ ਤਵੱਸਬੀ ਤੱਤ ਹੋਣ ਕਰਕੇ ਇਹ ਵਰਗ ਭਾਰਤੀ ਰਾਜ ਦੀਆਂ ਹੱਦਾਂ ਅੰਦਰ ਵਸਦੇ ਸਾਰੇ ਧਾਰਮਿਕ ਤੇ ਭਾਸ਼ਾਈ ਭਾਈਚਾਰਿਆਂ ਉੱਤੇ ਆਪਣਾ ਹਿੰਦੂ ਅਤੇ ਹਿੰਦੀ ਸੱਭਿਆਚਾਰ ਮੜਨ ਦੀ ਧੱਕੜਸ਼ਾਹ ਪ੍ਰਵਿਰਤੀ ਰੱਖਦਾ ਹੈ, ਜਿਸ ਨਾਲ ਇਸ ਵਰਗ ਦੇ ਗੈਰ ਹਿੰਦੀ ਖੇਤਰਾਂ ਦੀ ਹਿੰਦੂ ਜਨਤਾ ਨਾਲ ਵੀ ਤਿੱਖੇ ਵਿਰੋਧ ਤੇ ਬਖੇੜੇ ਪੈਦਾ ਹੁੰਦੇ ਰਹਿੰਦੇ ਹਨ। ਜਮਾਤੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਭਾਰਤ ਦੀ ਵੱਡੀ ਹਿੰਦੂ ਸਰਮਾਏਦਾਰੀ ਸਮੁੱਚੀ ਭਾਰਤੀ ਮੰਡੀ ਨੂੰ ਆਪਣੀ ਲੁੱਟ ਖੋਹ ਦੀ ਸ਼ਿਕਾਰਗਾਹ ਬਣਾਈ ਰੱਖਣ ਲਈ ਆਰਥਿਕ ਅਤੇ ਰਾਜਸੀ ਖੇਤਰ ਅੰਦਰ ਤਾਕਤਾਂ ਦੇ ਵਧੇਰੇ ਕੇਂਦਰੀਕਰਨ ਦੀ ਮੁੱਦਈ ਹੈ, ਜਦਕਿ ਖੇਤਰੀ ਪੱਧਰ ਦੇ ਸਰਮਾਏਦਾਰ ਵਰਗ ਆਪੋ ਆਪਣੇ ਖੇਤਰਾਂ ਨੂੰ ਵੱਡੀ ਸਰਮਾਏਦਾਰੀ ਦੇ ਗਲਬੇ ਤੋਂ ਮਹਿਫੂਜ਼ ਰੱਖਣ ਅਤੇ ਆਪਣੇ ਹਿੱਤਾਂ ਤੇ ਲੋੜਾਂ ਦੇ ਅਨੁਕੂਲ ਆਰਥਿਕ ਨੀਤੀਆਂ ਲਾਗੂ ਕਰਨ ਦੀ ਆਜ਼ਾਦੀ ਹਾਸਲ ਕਰਨ ਵਾਸਤੇ ਤਾਕਤਾਂ ਦੇ ਅਣਕੇਂਦਰੀਕਰਨ ਅਥਵਾ ਰਾਜਾਂ ਨੂੰ ਵਧੇਰੇ ਵਿੱਤੀ ਤੇ ਰਾਜਸੀ ਖੁਦਮੁਖਤਿਆਰੀ ਦੇਣ ਦੀ ਵਕਾਲਤ ਕਰਦੇ ਹਨ। ਭਾਰਤ ਅੰਦਰ ਫੈਡਰਲ ਢਾਂਚੇ ਦੀ ਤਜਵੀਜ਼ ਅੰਦਰ ਇਹਨਾਂ ਤਿੰਨੋਂ ਪੱਖਾਂ ਨੂੰ ਬਰਾਬਰ ਗਿਣਤੀ ਵਿੱਚ ਰੱਖਣ ਦੀ ਲੋੜ ਹੈ। ਉਦਾਹਰਨ ਵਜੋਂ ਭਾਰੂ ਹਿੰਦੂ ਵਸੋਂ ਵਾਲੇ ਹਿੰਦੀ ਭਾਸ਼ਾਈ ਰਾਜਾਂ ਜਿਵੇਂ ਹਰਿਆਣਾ, ਰਾਜਸਥਾਨ, ਯੂਪੀ ਆਦਿ ਅਤੇ ਭਾਰੂ ਹਿੰਦੂ ਵਸੋਂ ਵਾਲੇ ਗੈਰ ਹਿੰਦੀ ਭਾਸ਼ਾਈ ਰਾਜਾਂ ਖਾਸ ਕਰਕੇ ਦੱਖਣੀ ਪ੍ਰਾਂਤਾਂ ਦੇ ਸਰੋਕਾਰ ਅਤੇ ਸਮੱਸਿਆਵਾਂ ਇੱਕ ਸਮਾਨ ਨਹੀਂ। ਜਿੱਥੋਂ ਤੱਕ ਭਾਰੂ ਗੈਰ ਹਿੰਦੂ ਵਸੋਂ ਵਾਲੇ ਰਾਜਾਂ ਦਾ ਸੰਬੰਧ ਹੈ, ਉਹਨਾਂ ਨੂੰ ਦਰਪੇਸ਼ ਖਤਰਿਆਂ, ਮਸਲਿਆਂ ਤੇ ਸਮੱਸਿਆਵਾਂ ਦੀ ਵੰਨਗੀ ਅਸਲੋਂ ਹੀ ਵੱਖਰੀ ਹੈ। ਇਸ ਕਰਕੇ ਇਹਨਾਂ ਤਿੰਨੋਂ ਕਿਸਮ ਦੇ ਰਾਜਾਂ ਦੀਆਂ ਸਮੱਸਿਆਵਾਂ ਤੇ ਸਰੋਕਾਰਾਂ ਅੰਦਰਲੇ ਅੰਤਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫੈਡਰਲ ਪ੍ਰਣਾਲੀ ਅੰਦਰ ਲੋੜ ਮੁਤਾਬਕ ਲਚਕੀਲਾਪਣ ਅਤੇ ਭਿੰਨਤਾ ਜ਼ਰੂਰੀ ਹੈ। ਪੰਜਾਬ ਨੂੰ ਭਾਰੂ ਸਿੱਖ ਵਸੋਂ ਵਾਲਾ ਰਾਜ ਹੋਣ ਦੇ ਨਾਤੇ ਹਰਿਆਣਾ ਜਾਂ ਰਾਜਸਥਾਨ ਨਾਲੋਂ ਯਕੀਨਨ ਹੀ ਉਚੇਰੇ ਦਰਜੇ ਦੀ ਖੁਦਮੁਖਤਿਆਰੀ ਦੀ ਜ਼ਰੂਰਤ ਹੈ।
ਇਹ ਗੱਲ ਕਸ਼ਮੀਰ ਅਤੇ ਉੱਤਰ ਪੂਰਬੀ ਰਾਜਾਂ ਤੇ ਲਾਗੂ ਹੁੰਦੀ ਹੈ। ਇਸ ਸੰਦਰਭ ਵਿੱਚ ਦੇਖਿਆ ਅਕਾਲੀ ਲੀਡਰਸ਼ਿਪ ਸਾਹਮਣੇ ਦਰਪੇਸ਼ ਹਾਲਤਾਂ ਵੱਧ ਚੁਣੌਤੀ ਭਰਪੂਰ ਅਤੇ ਗੁੰਝਲਾਂ ਭਰੀਆਂ ਹਨ। ਹਕੀਕਤ ਦਾ ਇੱਕ ਪੱਖ ਇਹ ਹੈ ਕਿ ਅਕਾਲੀ ਲੀਡਰਸ਼ਿਪ ਮੁੱਖ ਤੌਰ ਤੇ ਪੇਂਡੂ ਸਿੱਖ ਸਰਮਾਏਦਾਰ ਵਰਗ ਦੇ ਹਿੱਤਾਂ ਦੀ ਤਰਜਮਾਨੀ ਕਰਦੀ ਹੈ, ਪਰ ਨਾਲ ਹੀ ਹਕੀਕਤ ਦਾ ਦੂਜਾ ਵਧੇਰੇ ਮਹੱਤਵਪੂਰਨ ਪੱਖ ਇਹ ਹੈ ਕਿ ਉਹ ਉਸ ਧਾਰਮਿਕ ਭਾਈਚਾਰੇ ਦਾ ਅੰਗ ਹੈ ਜਿਸ ਨੂੰ ਭਾਰਤ ਅੰਦਰ ਨਾ ਸਿਰਫ ਹਰ ਖੇਤਰ ਅੰਦਰ ਭਾਰੀ ਭੇਦਭਾਵ, ਜ਼ੁਲਮ ਅਤੇ ਅਨਿਆਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਜਿਸ ਦੀ ਸੁਤੰਤਰ ਪਛਾਣ ਅਤੇ ਹਸਤੀ ਹੀ ਖਤਰੇ ਮੂੰਹ ਆਈ ਹੋਈ ਹੈ। ਅਕਾਲੀ ਲੀਡਰਸ਼ਿਪ ਦਾ ਜਮਾਤੀ ਸੁਭਾਅ ਉਸ ਨੂੰ ਆਪਣੇ ਆਰਥਿਕ ਤੇ ਸਿਆਸੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਅਤੇ ਸਿੱਖ ਪੰਥ ਦੇ ਧਾਰਮਿਕ ਸੱਭਿਆਚਾਰਕ ਸਰੋਕਾਰਾਂ ਨੂੰ ਜਿੰਨਾ ਹੋ ਸਕੇ ਪਿਛਵਾੜੇ ਧੱਕਣ ਲਈ ਪ੍ਰੇਰਿਤ ਕਰਦਾ ਹੈ। ਉਸ ਦੀ ਇਹ ਰੁਚੀ ਰਾਜਨੀਤੀ ਅੰਦਰ ਲਗਾਤਾਰ ਪ੍ਰਗਟ ਹੁੰਦੀ ਰਹਿੰਦੀ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਸਿੱਖ ਸਰਮਾਏਦਾਰ ਵਰਗ ਦਾ ਕਿਰਦਾਰ ਅਤੇ ਅਮਲ ਦੂਹਰਾ ਹੈ। ਭਾਰਤ ਦੇ ਹਿੰਦੂ ਹਾਕਮਾਂ ਨਾਲ ਉਸ ਦੇ ਰਿਸ਼ਤੇ ਨੂੰ ਦੋ ਵਿਰੋਧੀ ਪੱਖ ਬਰਾਬਰ ਪ੍ਰਭਾਵਿਤ ਕਰਦੇ ਹਨ। ਸਿੱਖ ਕੌਮ ਦਾ ਅੰਗ ਹੋਣ ਕਰਕੇ ਉਸ ਨੂੰ ਭਾਰਤੀ ਹਾਕਮਾਂ ਦੀਆਂ ਵਧੀਕੀਆਂ, ਬੇਇਨਸਾਫੀਆਂ ਤੇ ਵਿਤਕਰੇਬਾਜ਼ੀ ਦਾ ਨਿਰੰਤਰ ਸੇਕ ਝੱਲਣਾ ਪੈਂਦਾ ਹੈ। ਖੇਤਰੀ ਪੱਧਰ ਦੀ ਸਰਮਾਏਦਾਰ ਤਾਕਤ ਹੋਣ ਕਰਕੇ ਵੀ ਉਸ ਦੇ ਵੱਡੀ ਹਿੰਦੂ ਸਰਮਾਏਦਾਰੀ ਨਾਲ ਝਗੜੇ ਤੇ ਵਿਰੋਧ ਖੜੇ ਹੁੰਦੇ ਰਹਿੰਦੇ ਹਨ। ਇਹ ਦੋਨੋਂ ਗੱਲਾਂ ਉਸ ਨੂੰ ਭਾਰਤ ਦੇ ਹੁਕਮਰਾਨ ਵਰਗ ਨਾਲ ਟਕਰਾਓ ਤੇ ਸੰਘਰਸ਼ ਦੇ ਰਾਹ ਵੱਲ ਧੱਕਦੀਆਂ ਹਨ, ਪਰ ਨਾਲ ਹੀ ਖੁਦ ਇੱਕ ਲੋਟੂ ਸਰਮਾਏਦਾਰ ਵਰਗ ਹੋਣ ਕਰਕੇ ਉਸ ਦਾ ਵੱਡੀ ਹਿੰਦੂ ਸਰਮਾਏਦਾਰੀ ਨਾਲ ਹਿੱਤਾਂ ਦਾ ਮੇਲ ਵੀ ਹੈ। ਭਾਰਤ ਦੀ ਆਰਥਿਕ ਅਤੇ ਰਾਜਸੀ ਪ੍ਰਣਾਲੀ ਉਸ ਦੀਆਂ ਜਮਾਤੀ ਗਰਜ਼ਾਂ ਦਾ ਚੌਖੀ ਹੱਦ ਤੱਕ ਘਰ ਪੂਰਾ ਕਰਦੀ ਹੈ। ਇਸ ਨਾਲ ਉਸ ਅੰਦਰ ਹਿੰਦੂ ਹਾਕਮਾਂ ਨਾਲ ਸਮਝੌਤੇ ਤੇ ਭਾਈਵਾਲੀ ਦੀਆਂ ਰੁਚੀਆਂ ਪ੍ਰਫੁੱਲਤ ਹੁੰਦੀਆਂ ਹਨ। ਇਸ ਸਬੰਧ ਵਿੱਚ ਪ੍ਰੋਫੈਸਰ ਕਿਸ਼ਨ ਸਿੰਘ ਸਵਰਗਵਾਸੀ ਦਾ ਇਹ ਨਿਰਣਾ ਕਾਫੀ ਰੁਸ਼ਨਾਊ ਹੈ ਕਿ ਸਿੱਖ ਸਰਮਾਏਦਾਰੀ ਦੀ ਪੋਜੀਸ਼ਨ ਬੜੀ ਮੁਸ਼ਕਲ ਹੈ, ਪਰ ਉਸ ਦਾ ਰੋਲ ਪੋਜੀਸ਼ਨ ਨਾਲੋਂ ਵੀ ਗਿਆ ਗੁਜ਼ਰਿਆ ਹੈ। ਉਹ ਰਗੜਾ ਝਗੜਾ ਕਰਕੇ ਕੇਂਦਰੀ ਹਿੰਦੂ ਸਰਮਾਏਦਾਰੀ ਕੋਲੋਂ ਰੁਪਈਏ ਵਿੱਚੋਂ ਆਨਾ ਦੁਆਨੀ ਹਿੱਸਾ ਹੀ ਲੈਣਾ ਅੰਤ ਮਨਜ਼ੂਰੇ ਨਜ਼ਰ ਹਿੰਦੂ ਸਰਮਾਏਦਾਰੀ ਦੇ ਹੀ ਹੋਣਾ ਚਾਹੁੰਦੀ ਹੈ। ਜਿੱਥੋਂ ਤੱਕ ਸਿੱਖ ਕੌਮ ਦਾ ਸਵਾਲ ਹੈ, ਉਸ ਦਾ ਭਾਰਤ ਦੇ ਹਿੰਦੂ ਹਾਕਮਾਂ ਨਾਲ ਵਿਰੋਧ ਮੌਸਮੀ ਨਹੀਂ, ਬੁਨਿਆਦੀ ਹੈ। ਜਿੰਨਾ ਚਿਰ ਹਿੰਦੂ ਲੀਡਰਸ਼ਿਪ ਸਿੱਖ ਪੰਥ ਨੂੰ ਹਿੰਦੂਵਾਦ ਦੇ ਖਾਰੇ ਸਮੁੰਦਰ ਅੰਦਰ ਜਜ਼ਬ ਕਰਕੇ ਖਤਮ ਕਰ ਦੇਣ ਦੀ ਪ੍ਰਵਿਰਤੀ ਦਾ ਮੁਕੰਮਲ ਰੂਪ ਵਿੱਚ ਤਿਆਗ ਨਹੀਂ ਕਰ ਦਿੰਦੀ, ਉਨਾ ਚਿਰ ਸਿੱਖ ਪੰਥ ਦਾ ਭਾਰਤ ਦੇ ਹਿੰਦੂ ਹਾਕਮਾਂ ਨਾਲ ਨਿਭਾਅ ਸੰਭਵ ਨਹੀਂ। ਇਸ ਤਰ੍ਹਾਂ ਅਕਾਲੀ ਲੀਡਰਸ਼ਿਪ ਨੂੰ ਇਹਨਾਂ ਦੋ ਉਲਟ ਦਿਸ਼ਾਵੀ ਦਬਾਵਾਂ ਦਾ ਲਗਾਤਾਰ ਪ੍ਰਕੋਪ ਝੱਲਣਾ ਪੈ ਰਿਹਾ ਹੈ। ਸਿੱਖ ਸਰਮਾਏਦਾਰੀ ਦੀਆਂ ਗਰਜ਼ਾਂ ਉਸ ਨੂੰ ਹਿੰਦੂ ਹਾਕਮਾਂ ਨਾਲ ਸਮਝੌਤੇ ਤੇ ਭਾਈਵਾਲੀ ਦੇ ਰਾਹ ਉੱਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ, ਜਦਕਿ ਸਿੱਖ ਕੌਮ ਦੇ ਹਿੱਤ ਉਸ ਕੋਲੋਂ ਹਿੰਦੂ ਹਾਕਮਾਂ ਵਿਰੁੱਧ ਅਡੋਲ ਸੰਘਰਸ਼ ਦੀ ਮੰਗ ਕਰਦੇ ਹਨ। ਅਕਾਲੀ ਲੀਡਰਸ਼ਿਪ ਦਾ ਇਹ ਦਵੰਦ ਅਕਾਲੀ ਰਾਜਨੀਤੀ ਅੰਦਰ ਵਾਰ-ਵਾਰ ਸੰਕਟ ਤੇ ਬਖੇੜੇ ਖੜੇ ਕਰਦਾ ਆ ਰਿਹਾ ਹੈ। ਗਿਰਾਵਟ ਦਾ ਦੌਰ। ਇਸੇ ਅਰਸੇ ਦੌਰਾਨ ਚੰਡੀਗੜ੍ਹ ਦਾ ਮਸਲਾ ਅਕਾਲੀ ਲੀਡਰਸ਼ਿਪ ਲਈ, ਖਾਸ ਤੌਰ ਤੇ ਸੰਤ ਫਤਿਹ ਸਿੰਘ ਲਈ ਵੱਡੀਆਂ ਰਾਜਸੀ ਪਰੇਸ਼ਾਨੀਆਂ ਦਾ ਕਾਰਨ ਬਣਿਆ ਰਿਹਾ। 1966 ਵਿੱਚ ਉਸਨੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਅਤੇ ਪੰਜਾਬ ਤੇ ਹਰਿਆਣੇ ਵਿੱਚ ਰੱਖੀਆਂ ਸਾਂਝੀਆਂ ਕੜੀਆਂ ਨੂੰ ਖਤਮ ਕਰਨ ਦੀਆਂ ਮੰਗਾਂ ਨੂੰ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ 17 ਦਸੰਬਰ ਵਾਲੇ ਦਿਨ ਮਰਨ ਵਰਤ ਸ਼ੁਰੂ ਕਰਨ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ 10 ਦਿਨਾਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ 27 ਦਸੰਬਰ ਆਪਣੇ ਆਪ ਨੂੰ ਅੱਗ ਦੀਆਂ ਲਾਟਾਂ ਦੇ ਹਵਾਲੇ ਕਰ ਦੇਣ ਦਾ ਐਲਾਨ ਕਰ ਦਿੱਤਾ। ਫੇਰੂਮਾਨ ਬਨਾਮ ਸੰਤ ਫਤਿਹ ਸਿੰਘ। ਇਹ ਐਲਾਨ ਕਰਨ ਵੇਲੇ ਉਸ ਨੂੰ ਪੂਰਾ ਭਰੋਸਾ ਸੀ ਕਿ ਭਾਰਤ ਸਰਕਾਰ ਉਸ ਦੀ ਇਸ ਨਿਆਈ ਮੰਗ ਨੂੰ ਯਕੀਨਨ ਹੀ ਕਬੂਲ ਕਰ ਲਏਗੀ ਅਤੇ ਇੰਨੀ ਗੱਲ ਬਦਲੇ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਦੀ ਹਮਾਕਤ ਨਹੀਂ ਕਰੇਗੀ। ਇਸੇ ਪ੍ਰਭਾਵ ਅਤੇ ਭਰਮ ਦੇ ਅਧੀਨ ਹੀ ਸੰਤ ਚੰਨਣ ਸਿੰਘ ਅਤੇ ਜੀਵਨ ਸਿੰਘ ਉਮਰਾ ਨੰਗਲ ਸਮੇਤ ਹੋਰ ਅਕਾਲੀ ਆਗੂਆਂ ਨੇ ਸੰਤ ਫਤਿਹ ਸਿੰਘ ਦੀ ਜਾਨ ਬਚਾਉਣ ਲਈ ਉਸ ਤੋਂ ਇੱਕ ਦਿਨ ਪਹਿਲਾਂ 26 ਦਸੰਬਰ ਅਗਨ ਭੇਟ ਹੋਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ ਸੀ। ਭਾਵੇਂ ਮਰਨ ਵਰਤ ਦੇ ਮਾਮਲੇ 'ਚ ਸੰਤ ਫਤਿਹ ਸਿੰਘ ਦਾ ਪਿਛਲਾ ਰਿਕਾਰਡ ਬਹੁਤਾ ਚੰਗਾ ਨਹੀਂ ਸੀ, ਪਰ ਉਸ ਦਾ ਅਗਨ ਭੇਟ ਹੋਣ ਦਾ ਸ਼ੋਸ਼ਾ ਅਸਲੋਂ ਹੀ ਨਵਾਂ ਸੀ। ਇਸ ਕਰਕੇ ਉਸ ਦੇ ਜਜ਼ਬਾਤੀ ਧੂਹ ਪਾਉਣ ਵਾਲੇ ਇਸ ਐਲਾਨ ਨੇ ਸਿੱਖ ਮਨਾਂ ਉੱਤੇ ਡੂੰਘਾ ਅਸਰ ਛੱਡਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਅਕਾਲ ਤਖਤ ਦੀ ਉੱਪਰਲੀ ਮੰਜ਼ਿਲ ਉੱਤੇ ਉਸਾਰੇ ਉਹਨਾਂ ਹਵਨ ਕੁੰਡਾਂ ਦੇ ਦਰਸ਼ਨ ਕਰਨ ਲਈ ਦੌੜਨ ਲੱਗੀਆਂ, ਜਿਨ੍ਹਾਂ ਵਿੱਚ ਸੰਤ ਫਤਿਹ ਸਿੰਘ ਤੇ ਉਸਦੇ ਸਾਥੀਆਂ ਦਾ ਪੈਟਰੋਲ ਨੂੰ ਅੱਗ ਲਾ ਕੇ ਸੜ ਮਰਨ ਦਾ ਪ੍ਰੋਗਰਾਮ ਮਿਥਿਆ ਗਿਆ ਸੀ। 26 ਦਸੰਬਰ ਨੂੰ ਜਦ ਸੰਤ ਫਤਿਹ ਸਿੰਘ ਦੇ ਸਹਿਯੋਗੀ 5
ਜਿੰਦਾ ਸ਼ਹੀਦਾਂ ਦੇ ਅਗਨ ਭੇਟ ਹੋਣ ਦਾ ਐਲਾਨਿਆ ਸਮਾਂ ਨੇੜੇ ਢੁੱਕ ਰਿਹਾ ਸੀ ਅਤੇ ਅਕਾਲ ਤਖਤ ਵਿਖੇ ਭਾਰੀ ਗਿਣਤੀ 'ਚ ਜੁੜੀਆਂ ਸੰਗਤਾਂ ਦਿੱਲੀ ਤੋਂ ਕਿਸੇ ਸੁਲੱਖਣੀ ਖਬਰ ਦੀ ਬੇਤਾਬੀ ਨਾਲ ਉਡੀਕ ਕਰ ਰਹੀਆਂ ਸਨ ਤਾਂ ਸੰਕਟ ਦੀ ਉਸ ਘੜੀ ਮੌਕੇ ਸਰਦਾਰ ਹੁਕਮ ਸਿੰਘ ਦਿੱਲੀ ਦਰਬਾਰ ਦੇ ਐਲਚੀ ਬਣ ਕੇ ਬੌੜੇ। ਉਹ ਅਕਾਲੀ ਦਲ ਦੇ 2 ਪਾਰਲੀਮੈਂਟ ਮੈਂਬਰਾਂ ਸਰਦਾਰ ਉੱਤਮ ਸਿੰਘ ਦੁੱਗਲ ਤੇ ਨਰਿੰਦਰ ਸਿੰਘ ਬਰਾੜ ਨਾਲ ਦਿੱਲੀ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਸਿੱਧੇ ਅੰਮ੍ਰਿਤਸਰ ਪਹੁੰਚੇ ਸਨ। ਸੰਤ ਫਤਿਹ ਸਿੰਘ ਨਾਲ ਬੰਦ ਕਮਰੇ 'ਚ ਲੰਮਾ ਸਮਾਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਤਣਾਅ ਗਰੱਸੇ ਸਰਦਾਰ ਹੁਕਮ ਸਿੰਘ ਨੇ ਅਕਾਲ ਤਖਤ ਅੱਗੇ ਜੁੜੀਆਂ ਸਿੱਖ ਸੰਗਤਾਂ ਨੂੰ ਥੜਕਦੇ ਬੋਲਾਂ ਨਾਲ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਤੇ ਹੋਰਨਾਂ ਮਸਲਿਆਂ ਬਾਰੇ ਠੋਸ ਯਕੀਨ ਦਹਾਨੀ ਦਿੱਤੀ ਹੈ, ਜਿਸ ਨਾਲ ਸੰਤ ਫਤਿਹ ਸਿੰਘ ਦਾ ਪ੍ਰਣ ਪੂਰਾ ਹੋ ਗਿਆ ਹੈ ਅਤੇ ਉਹ ਆਪਣਾ ਵਰਤ ਖਤਮ ਕਰਨ ਲਈ ਰਾਜ਼ੀ ਹੋ ਗਏ ਹਨ। ਸਰਦਾਰ ਹੁਕਮ ਸਿੰਘ ਨੇ ਦਿੱਲੀ ਸਰਕਾਰ ਵੱਲੋਂ ਦਿੱਤੀ ਦੱਸੀ ਗਈ ਯਕੀਨ ਦਹਾਨੀ ਬਾਰੇ ਗੱਲ ਪੂਰੀ ਤਰ੍ਹਾਂ ਸਾਫ਼ ਕਰਨ ਤੋਂ ਸੁਚੇਤ ਰੂਪ ਵਿੱਚ ਟਾਲਾ ਵੱਟਿਆ। ਇੱਕ ਤਾਂ ਯਕੀਨ ਦਹਾਨੀ ਲਿਖਤੀ ਨਹੀਂ, ਜ਼ਬਾਨੀ ਕਲਾਮੀ ਸੀ। ਦੂਜਾ, ਹੁਕਮ ਸਿੰਘ ਦਾ ਲਹਿਜਾ ਬਹੁਤ ਹੀ ਗੋਲਮੋਲ ਸੀ। ਇਸ ਕਰਕੇ ਹਿੰਦੂ ਹਾਕਮਾਂ ਤੇ ਸਿੱਖ ਵਿਚੋਲਿਆਂ ਹੱਥੋਂ ਵਾਰ-ਵਾਰ ਛੱਲੀਆਂ ਜਾਂਦੀਆਂ ਰਹੀਆਂ ਸਿੱਖ ਸੰਗਤਾਂ ਨੇ ਸਰਦਾਰ ਹੁਕਮ ਸਿੰਘ ਦੀ ਯਕੀਨ ਦਹਾਨੀ ਚੋਂ ਇੱਕ ਵਾਰ ਫਿਰ ਛਲ ਅਤੇ ਫਰੇਬ ਦੀ ਤਿੱਖੀ ਦੁਰਗੰਧ ਮਹਿਸੂਸ ਕੀਤੀ। ਗੁੱਸੇ 'ਚ ਆਈਆਂ ਸੰਗਤਾਂ ਨੇ ਝੂਠ ਤੇ ਬੇਈਮਾਨੀ ਦੀ ਇਸ ਖੇਡ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੇਠਾਂ ਸੰਗਤਾਂ ਆਪਣੇ ਰੋਹ ਦਾ ਪ੍ਰਗਟਾਵਾ ਕਰਦੀਆਂ ਰਹੀਆਂ ਅਤੇ ਉੱਪਰ ਸੰਤ ਫਤਿਹ ਸਿੰਘ ਨੇ ਸਰਦਾਰ ਹੁਕਮ ਸਿੰਘ ਦੇ ਹੱਥੋਂ ਫਲਾਂ ਦਾ ਰਸ ਪੀ ਕੇ ਆਪਣਾ ਵਰਤ ਖਤਮ ਕਰ ਦਿੱਤਾ। ਬਾਅਦ 'ਚ ਇਹ ਤੱਥ ਸਾਹਮਣੇ ਆਇਆ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਯਕੀਨ ਦਹਾਨੀ ਵਿੱਚ ਸਿਰਫ ਇੰਨੀ ਗੱਲ ਹੀ ਸੀ ਕਿ ਚੰਡੀਗੜ੍ਹ ਤੇ ਹੋਰਨਾਂ ਇਲਾਕਿਆਂ ਬਾਰੇ ਪੰਜਾਬ ਤੇ ਹਰਿਆਣਾ ਦੇ ਆਪਸ ਵਿੱਚ ਉਲਝਵੇਂ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਇੰਦਰਾ ਗਾਂਧੀ ਨੇ ਸਾਲਸ ਬਣਨਾ ਪ੍ਰਵਾਨ ਕਰ ਲਿਆ ਸੀ। ਇਸ ਤੋਂ ਵੱਧ ਹੋਰ ਕੋਈ ਗੱਲ ਨਹੀਂ ਸੀ। ਇਸ ਬੇਸੁਆਦੇ ਨਾਟਕੀ ਘਟਨਾਕ੍ਰਮ ਤੋਂ ਬਾਅਦ 2.5 ਸਾਲਾਂ ਤੱਕ ਚੰਡੀਗੜ੍ਹ ਦਾ ਮਸਲਾ ਰਾਜ ਸੱਤਾ ਲਈ ਜ਼ੋਰ ਅਜ਼ਮਾਈ ਦੀਆਂ ਮਸ਼ਕਾਂ ਦੀ ਧੂੜ ਹੇਠ ਦਬ ਕੇ ਰਹਿ ਗਿਆ। ਨਾ ਕਾਂਗਰਸੀ ਹਾਕਮਾਂ ਨੇ ਇਸ ਨੂੰ ਹੱਲ ਕਰਨ ਲਈ ਕੋਈ ਰੁਚੀ ਦਿਖਾਈ ਅਤੇ ਨਾ ਅਕਾਲੀ ਲੀਡਰਸ਼ਿਪ ਨੇ ਇਸ ਬਾਰੇ ਬਿਆਨਬਾਜ਼ੀ ਤੋਂ ਵੱਧ ਕੋਈ ਸਰਗਰਮੀ ਕਰਨੀ ਜ਼ਰੂਰੀ ਸਮਝੀ। ਅਕਾਲ ਤਖਤ ਦੀ ਤੀਜੀ ਛੱਤ ਉੱਤੇ ਉਸਰੇ ਹਵਨ ਕੁੰਡਾਂ ਅੰਦਰ ਜਿਲਬ ਦੀਆਂ ਮੋਟੀਆਂ ਤਹਿਆਂ ਜੰਮ ਗਈਆਂ। ਅਕਾਲੀ ਲੀਡਰਸ਼ਿਪ ਦੀ ਸਾਰੀ ਸੁੱਤਾ ਸਰਕਾਰਾਂ ਬਣਾਉਣ ਉੱਤੇ ਲੱਗੀ ਰਹੀ। ਸੰਤ ਫਤਿਹ ਸਿੰਘ ਅਤੇ ਉਸਦੇ ਹਮਖਿਆਲ ਅਕਾਲੀ ਲੀਡਰਸ਼ਿਪ ਲਈ ਉਦੋਂ ਕਸੂਤੀ ਹਾਲਤ ਪੈਦਾ ਹੋ ਗਈ ਜਦ 15 ਅਗਸਤ 1969 ਨੂੰ ਸਰਦਾਰ ਦਰਸ਼ਨ ਸਿੰਘ ਫੈਰੂਮਾਨ ਨੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਆਪਣਾ ਮਰਨ ਵਰਤ ਆਰੰਭ ਕਰ ਦਿੱਤਾ। ਸਰਦਾਰ ਫੈਰੂਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਮੈਂਬਰ ਤੇ ਇਸ ਦੇ ਸਕੱਤਰ ਰਹਿ ਚੁੱਕੇ ਸਨ। ਆਪਣੇ ਰਾਜਸੀ ਜੀਵਨ ਦਾ ਵੱਡਾ ਭਾਗ ਕਾਂਗਰਸ ਦੀ ਸੇਵਾ ਦੇ ਲੇਖੇ ਲਾਉਣ ਤੋਂ ਬਾਅਦ ਉਹ ਬੁਢਾਪੇ ਵਿੱਚ ਆ ਕੇ ਸੱਜੇ ਪੱਖੀ ਪਿਛਾਂਹ ਖਿੱਚੂ ਰਾਜਸੀ ਵਿਚਾਰਧਾਰਾ ਨੂੰ ਪ੍ਰਣਾਈ ਸਵਤੰਤਰ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। 1955 ਵਿੱਚ ਜਦ ਅਕਾਲੀ ਦਲ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਤੇ ਲਾਈ ਪਾਬੰਦੀ ਨੂੰ ਹਟਾਉਣ ਲਈ ਪੁਰਅਮਨ ਮੋਰਚਾ ਲਾਇਆ ਹੋਇਆ ਸੀ ਤਾਂ ਸਰਦਾਰ ਦਰਸ਼ਨ ਸਿੰਘ ਫੈਰੂਮਾਨ ਨੇ ਇਸ ਮੋਰਚੇ ਦੇ ਖਿਲਾਫ ਕਾਂਗਰਸੀ ਝੰਡਾ ਚੁੱਕਦਿਆਂ ਹੋਇਆਂ ਗੁਰਦੁਆਰਿਆਂ ਦੀ ਰਾਜਸੀ ਮਕਸਦਾਂ ਵਾਸਤੇ ਦੁਰਵਰਤੋਂ ਨੂੰ ਬੰਦ ਕਰਾਉਣ ਦੇ ਬਹਾਨੇ ਅਕਾਲੀ ਮੋਰਚੇ ਦੇ ਵਿਰੋਧ ਵਿੱਚ ਜਵਾਬੀ ਮੋਰਚਾ ਲਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਜੂਨ 1955 ਦੇ ਸ਼ੁਰੂ ਵਿੱਚ ਉਹਨਾਂ ਇਹ ਧਮਕੀ ਭਰਿਆ ਬਿਆਨ ਜਾਰੀ ਕੀਤਾ ਕਿ ਅਕਾਲੀ ਆਗੂਆਂ ਵੱਲੋਂ ਮੋਰਚੇ ਦੌਰਾਨ ਮੰਜੀ ਸਾਹਿਬ ਵਿਖੇ ਦੀਵਾਨ ਵਿੱਚ ਕੀਤੀਆਂ ਜਾ ਰਹੀਆਂ ਰਾਜਸੀ ਤਕਰੀਰਾਂ ਨੂੰ ਬੰਦ ਕਰਾਉਣ ਲਈ ਉਹ 26 ਜੂਨ ਨੂੰ 25 ਕਾਂਗਰਸੀ ਸਿੱਖਾਂ ਦਾ ਜਥਾ ਲੈ ਕੇ ਦੀਵਾਨ ਅੰਦਰ ਜਾਣਗੇ। ਸਰਦਾਰ ਫੈਰੂਮਾਨ ਦੇ ਇਸ ਐਲਾਨ ਨੂੰ ਮਹਾਸ਼ਾ ਪ੍ਰੈਸ ਨੇ ਖੂਬ ਉਛਾਲਿਆ। ਸਿੱਖਾਂ ਨੂੰ ਸਿੱਖਾਂ ਦੇ ਗਲ ਪੈਂਦਾ ਦੇਖਣ ਦੀ ਖੁਸ਼ੀ ਭਰੀ ਉਮੀਦ ਵਿੱਚ ਹਿੰਦੂ ਤਾਕਤਾਂ ਵੱਲੋਂ ਮਨ ਅੰਦਰਲਾ ਚਾਅ ਤੇ ਖੁਸ਼ੀ ਸੰਭਾਲੀ ਨਾ ਗਈ। ਹਰ ਵੰਨਗੀ ਦੇ ਕਾਂਗਰਸ ਨਿਵਾਜ਼ ਸਿੱਖਾਂ ਜਥੇਦਾਰ ਊਧਮ ਸਿੰਘ ਨਾਗੋਗੇ ਤੇ ਈਸ਼ਰ ਸਿੰਘ ਮਝੈਲ ਵਗੈਰਾ ਨੇ ਸਰਦਾਰ ਫੈਰੂਮਾਨ ਦੇ ਇਸ ਐਲਾਨ ਦੀ ਹਮਾਇਤ ਦੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ। ਇਹ ਕਾਂਗਰਸੀਆਂ ਦੀ ਮੋਰਚੇ ਦੌਰਾਨ ਮੰਜੀ ਸਾਹਿਬ ਵਿਖੇ ਰੋਜ਼ਾਨਾ ਸਜਣ ਵਾਲੇ ਦੀਵਾਨ ਵਿੱਚ ਗੜਬੜ ਪੈਦਾ ਕਰਨ ਅਤੇ ਫਿਰ ਫਸਾਦ ਦੇ ਬਹਾਨੇ ਉੱਥੇ ਪੁਲਿਸ ਦਾਖਲੇ ਲਈ ਰਾਹ ਪੱਧਰਾ ਕਰਨ ਦੀ ਇੱਕ ਸੋਚੀ ਵਿਚਾਰੀ ਚਾਲ ਸੀ। ਸੁਭਾਵਿਕ ਹੀ ਪੰਥਕ ਸਫਾ ਅੰਦਰ ਇਸ ਦਾ ਤਿੱਖਾ ਅਤੇ ਰੋਹ ਭਰਿਆ ਪ੍ਰਤੀਕਰਮ ਹੋਇਆ। ਇੱਕ ਜਥੇਦਾਰ ਭਾਨ ਸਿੰਘ ਜਾਲੂਵਾਲ ਨੇ ਮੋੜਵਾਂ ਚੁਣੌਤੀ ਭਰਿਆ ਬਿਆਨ ਦਾਗ ਦਿੱਤਾ ਕਿ ਜੇਕਰ ਦਰਸ਼ਨ ਸਿੰਘ ਫੈਰੂਮਾਨ ਪਹਾੜੀ ਰਾਜਿਆਂ ਦਾ ਹਾਥੀ ਬਣ ਕੇ ਆ ਰਿਹਾ ਹੈ ਤਾਂ ਉਹ ਕਲਗੀਧਰ ਪਾਤਸ਼ਾਹ ਦਾ ਬਚਿੱਤਰ ਸਿੰਘ ਬਣ ਕੇ ਉਸ ਦਾ ਮੁਕਾਬਲਾ ਕਰੇਗਾ।
ਅਜਿਹੀ ਭੜਕਾਹਟ ਚੋਂ ਨਿਕਲਣ ਵਾਲੇ ਮਾਰੂ ਨਤੀਜਿਆਂ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਬਾਬਾ ਹਰਕ੍ਰਿਸ਼ਨ ਸਿੰਘ ਨੇ ਆਪਣੀ ਸੂਝ, ਸਿਆਣਪ ਤੇ ਅਸਰ ਰਸੂਖ ਨਾਲ ਗੱਲ ਠੰਡੀ ਪਾ ਦਿੱਤੀ ਅਤੇ ਸਰਦਾਰ ਫੇਰੂਮਾਨ ਨੇ ਆਪਣੀ ਪ੍ਰਸਤਾਵਿਤ ਕਾਰਵਾਈ ਮਨਸੂਖ ਕਰ ਦਿੱਤੀ। ਥੋੜੇ ਚਿਰ ਬਾਅਦ 1957 ਕਾਂਗਰਸ ਪਾਰਟੀ ਨੇ ਸਰਦਾਰ ਫੇਰੂਮਾਨ ਨੂੰ ਰਾਜ ਸਭਾ ਦੀ ਮੈਂਬਰੀ ਨਾਲ ਨਿਵਾਜ ਦਿੱਤਾ। ਅਕਾਲੀ ਲੀਡਰਸ਼ਿਪ ਅਤੇ ਸਫਾ ਦੇ ਵੱਡੇ ਹਿੱਸੇ ਸਰਦਾਰ ਫੇਰੂਮਾਨ ਦੇ ਮਰਨ ਵਰਤ ਦੇ ਫੈਸਲੇ ਨੂੰ ਵੱਧ ਉਪਰੋਕਤ ਪ੍ਰਸੰਗ ਦੀ ਰੌਸ਼ਨੀ 'ਚ ਦੇਖਦੇ ਸਨ। ਉਹਨਾਂ ਨੂੰ ਇਸ ਪਿੱਛੇ ਪੰਥ ਦੋਖੀ ਤਾਕਤਾਂ ਦੀ ਅਕਾਲੀ ਦਲ ਅਤੇ ਉਸ ਦੀ ਲੀਡਰਸ਼ਿਪ ਨੂੰ ਢਾਹ ਲਾਉਣ ਦੀ ਸਾਜ਼ਿਸ਼ ਦਾ ਆਭਾਸ ਹੁੰਦਾ ਸੀ। ਇਸ ਦੇ ਉਲਟ ਕਈ ਕਿਸਮ ਦੀਆਂ ਤਾਕਤਾਂ ਆਪਣੇ ਅਲੱਗ-ਅਲੱਗ ਉਦੇਸ਼ਾਂ ਅਤੇ ਕਾਰਨਾਂ ਕਰਕੇ ਸਰਦਾਰ ਫੇਰੂਮਾਨ ਦੀ ਹਮਾਇਤ ਵਿੱਚ ਸਰਗਰਮ ਹੋ ਗਈਆਂ। ਪੰਥਕ ਸੋਚ ਤੇ ਜਜ਼ਬਾ ਰੱਖਣ ਵਾਲੇ ਕੁਝ ਲੋਕਾਂ ਨੂੰ ਸਰਦਾਰ ਫੇਰੂਮਾਨ ਦੇ ਐਲਾਨੇ ਕਾਜ ਨਾਲ ਦਿਲੀ ਹਮਦਰਦੀਆਂ ਸਨ। ਕਈਆਂ ਦਾ ਮੁੱਖ ਉਦੇਸ਼ ਸਰਦਾਰ ਫੇਰੂਮਾਨ ਦੀ ਕੁਰਬਾਨੀ ਦੇ ਜ਼ਰੀਏ ਸੰਤ ਫਤਿਹ ਸਿੰਘ ਦੀ ਲੀਡਰਸ਼ਿਪ ਉੱਤੇ ਕਰਾਰੀ ਚੋਟ ਮਾਰਨਾ ਸੀ। ਕੁਝ ਤਾਕਤਾਂ ਕੇਵਲ ਅਤੇ ਕੇਵਲ ਅਕਾਲੀ ਸਰਕਾਰ ਲਈ ਸੰਕਟ ਖੜਾ ਕਰਨ ਦੀ ਨਕਾਰੀ ਭਾਵਨਾ ਚੋਂ ਹੀ ਸਰਦਾਰ ਫੇਰੂਮਾਨ ਦੀ ਸ਼ਹੀਦੀ ਦੀਆਂ ਇੱਛਾਵਾਂ ਪਾਲ ਰਹੀਆਂ ਸਨ। ਖੈਰ, ਸਰਦਾਰ ਫੇਰੂਮਾਨ ਦੇ ਵਰਤ ਸ਼ੁਰੂ ਕਰਨ ਪਿੱਛੇ ਰਾਜਸੀ ਉਦੇਸ਼ ਭਾਵੇਂ ਕੁਝ ਵੀ ਹੋਣ, ਪਰ ਉਹਨਾਂ ਵੱਲੋਂ ਬਿਰਧ ਅਵਸਥਾ ਦੇ ਬਾਵਜੂਦ ਆਪਣਾ ਕੀਤਾ ਹੋਇਆ ਪ੍ਰਣ ਤੋੜ ਨਿਭਾਉਣ ਲਈ ਦਿਖਾਏ ਸਿਰੜ ਨੇ ਸਿੱਖ ਜਗਤ ਦੇ ਚੌਖੇ ਹਿੱਸਿਆਂ ਅੰਦਰ ਉਹਨਾਂ ਪ੍ਰਤੀ ਪ੍ਰਸ਼ੰਸਾ ਤੇ ਸ਼ਰਧਾ ਦਾ ਭਾਵ ਪੈਦਾ ਕਰ ਦਿੱਤਾ। ਸਰਦਾਰ ਫੇਰੂਮਾਨ ਦੇ ਵਰਤ ਨੇ ਚੰਡੀਗੜ੍ਹ ਦੇ ਮਸਲੇ ਤੇ ਪੰਜਾਬ ਅੰਦਰ ਰਾਜਸੀ ਸਰਗਰਮੀ ਦਾ ਮੈਦਾਨ ਗਰਮਾ ਦਿੱਤਾ। ਅਕਾਲੀ ਲੀਡਰਸ਼ਿਪ ਲਈ ਇਸ ਮਸਲੇ ਬਾਰੇ ਹੋਰ ਵੱਧ ਘੇਸਲ ਵੱਟ ਰੱਖ ਸਕਣੀ ਨਾਮੁਮਕਿਨ ਹੋ ਗਈ। ਅਕਾਲੀ ਦਲ ਦੀ ਪਹਿਲ ਕਦਮੀ ਤੇ ਕਾਂਗਰਸ ਸਮੇਤ ਪੰਜਾਬ ਦੀਆਂ 7 ਰਾਜਸੀ ਪਾਰਟੀਆਂ ਦੀ ਸਾਂਝੀ ਐਕਸ਼ਨ ਕਮੇਟੀ ਹੋਂਦ ਵਿੱਚ ਆ ਗਈ, ਜਿਸ ਦੇ ਸੱਦੇ ਤੇ 17 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਇੱਕ ਬਹੁਤ ਹੀ ਭਾਰੀ ਅਤੇ ਲਾਮਿਸਾਲ ਰੈਲੀ ਹੋਈ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਪ੍ਰਧਾਨ ਮੰਤਰੀ ਤੇ ਹੋਰਨਾਂ ਹਿੰਦੂ ਆਗੂਆਂ ਦੀਆਂ ਫੋਕੀਆਂ ਅਪੀਲਾਂ ਤੇ ਆਪਣਾ ਵਰਤ ਤੋੜਨ ਤੋਂ ਦ੍ਰਿੜਤਾ ਨਾਲ ਇਨਕਾਰ ਕਰੀ ਰੱਖਿਆ ਅਤੇ ਵਰਤ ਦੇ 74ਵੇਂ ਦਿਨ 27 ਅਕਤੂਬਰ ਉਹਨਾਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਆਪਣੇ ਪ੍ਰਾਣ ਤਿਆਗ ਦਿੱਤੇ। ਸਰਦਾਰ ਫੇਰੂਮਾਨ ਦੀ ਇਸ ਸ਼ਹਾਦਤ ਨੇ ਪੜ੍ਹੇ ਲਿਖੇ ਸ਼ਹਿਰੀ ਸਿੱਖ ਨੌਜਵਾਨਾਂ ਦੇ ਕੁਝ ਹਿੱਸਿਆਂ ਅੰਦਰ ਹਿੰਦੂ ਹਾਕਮਾਂ ਅਤੇ ਸੱਤਾ ਤੇ ਕਾਬਜ਼ ਅਕਾਲੀ ਆਗੂਆਂ ਵਿਰੁੱਧ ਤਿੱਖਾ ਰੋਸ ਭਰ ਦਿੱਤਾ। ਪਰ ਨੌਜਵਾਨਾਂ ਦਾ ਇਹ ਵਰਗ ਬਹੁਤ ਹੀ ਛੋਟਾ ਸੀ। ਦੂਜਾ, ਉਹਨਾਂ ਦਾ ਅਸਰ ਰਸੂਖ ਮੁੱਖ ਤੌਰ ਤੇ ਸ਼ਹਿਰੀ ਸਿੱਖ ਹਲਕਿਆਂ ਤੱਕ ਹੀ ਸੀਮਤ ਸੀ। ਪੇਂਡੂ ਸਿੱਖ ਵਰਗ, ਖਾਸ ਕਰਕੇ ਹਰੇ ਇਨਕਲਾਬ ਦੀਆਂ ਬਰਕਤਾਂ ਹੰਢਾ ਰਹੀ ਸਿੱਖ ਕਿਸਾਨੀ ਅਕਾਲੀ ਲੀਡਰਸ਼ਿਪ ਦੀ ਰਾਜਸੀ ਵਿਚਾਰਧਾਰਾ ਦਾ ਲੜ ਛੱਡਣ ਦੇ ਰੌਂ ਵਿੱਚ ਨਹੀਂ ਸੀ। ਇਸ ਕਰਕੇ ਸਰਦਾਰ ਫੇਰੂਮਾਨ ਦੀ ਸ਼ਹਾਦਤ ਨੇ ਅਕਾਲੀ ਲੀਡਰਸ਼ਿਪ ਉੱਤੇ ਚੰਡੀਗੜ੍ਹ ਦੇ ਮਸਲੇ ਤੇ ਫੌਰੀ ਕੋਈ ਅਸਰਦਾਰ ਕਾਰਵਾਈ ਕਰਨ ਦਾ ਦਬਾਅ ਤਾਂ ਜ਼ਰੂਰ ਚਾੜ ਦਿੱਤਾ, ਪਰ ਉਸ ਦੇ ਪੇਂਡੂ ਜਨਤਕ ਆਧਾਰ ਨੂੰ ਕੋਈ ਵੱਡੀ ਆਂਚ ਨਾ ਆਈ। ਹਾਲਾਤ ਦੇ ਦਬਾਅ ਹੇਠ ਸੰਤ ਫਤਿਹ ਸਿੰਘ ਨੇ 26 ਜਨਵਰੀ 1970 ਨੂੰ ਮੁੜ ਮਰਨ ਵਰਤ ਆਰੰਭ ਕਰ ਦਿੱਤਾ ਤੇ ਚੰਡੀਗੜ੍ਹ ਆਦਿ ਬਾਰੇ ਅਕਾਲੀ ਦਲ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ 1 ਫਰਵਰੀ ਨੂੰ ਠੀਕ 3 ਵਜੇ ਆਪਣੇ ਆਪ ਨੂੰ ਅਗਨ ਭੇਟ ਕਰਨ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। 3 ਸਾਲ ਪਹਿਲਾਂ ਉਸਾਰੇ ਹਵਨ ਕੁੰਡ ਨੂੰ ਝਾੜ ਪੂੰਝ ਕੇ ਮੁੜ ਸ਼ਿੰਗਾਰ ਲਿਆ ਗਿਆ, ਪਰ ਜਿਵੇਂ ਕਹਿੰਦੇ ਹਨ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਸੰਤ ਫਤਿਹ ਸਿੰਘ ਵੱਲੋਂ ਅਗਨ ਭੇਟ ਹੋਣ ਦੇ ਦੂਜੀ ਵਾਰ ਕੀਤੇ ਗਏ ਐਲਾਨ ਦਾ ਸਿੱਖ ਮਨਾਂ ਉੱਤੇ ਕੋਈ ਖਾਸ ਅਸਰ ਨਾ ਪਿਆ। ਸਿੱਖ ਜਨਤਾ ਨੇ ਇਸ ਨੂੰ ਜ਼ਿਆਦਾ ਕਰਕੇ ਸ਼ੱਕ ਅਤੇ ਹਕਾਰਤ ਦੀ ਭਾਵਨਾ ਨਾਲ ਹੀ ਲਿਆ। ਉੱਧਰ ਹਿੰਦੂ ਹਾਕਮਾਂ ਨੂੰ ਵੀ ਪਿਛਲੇ ਅਮਲ ਚੋਂ ਇਹ ਪੱਕਾ ਭਰੋਸਾ ਵੱਜ ਗਿਆ ਸੀ ਕਿ ਸੰਤ ਫਤਿਹ ਸਿੰਘ ਦੇ ਅਗਨ ਭੇਟ ਹੋਣ ਦੇ ਦਮ ਗਜੀਆਂ 'ਚ ਕੋਈ ਬਹੁਤਾ ਤੰਤ ਨਹੀਂ। ਇਸ ਵਾਰ ਸਾਰਾ ਮਾਮਲਾ ਉਹਨਾਂ ਦੇ ਕਿਤੇ ਵੱਧ ਕਾਬੂ ਹੇਠ ਸੀ, ਕਿਉਂਕਿ ਇਸ ਮਸਲੇ ਬਾਰੇ ਅਕਾਲੀ ਦਲ ਵੱਲੋਂ 10 ਜਨਵਰੀ ਨੂੰ ਰਿਵਾਜਨ ਬੁਲਾਈ ਸਰਬ ਸੰਸਾਰ ਪੰਥਕ ਕਨਵੈਨਸ਼ਨ ਨੇ ਜੋ ਸਖਤ ਮਤਾ ਪਾਸ ਕੀਤਾ, ਉਸ ਨੂੰ ਪੇਸ਼ ਕਰਨ ਵਾਲੇ ਜਥੇਦਾਰ ਸੰਤੋਖ ਸਿੰਘ ਸਨ, ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਕਾਂਗਰਸੀ ਹਾਕਮਾਂ ਦੇ ਖਾਸ ਵਿਸ਼ਵਾਸ ਪਾਤਰ ਮੰਨੇ ਜਾਂਦੇ ਸਨ। ਇਸ ਕਰਕੇ ਇਸ ਵਾਰ ਹਿੰਦੂ ਹਾਕਮਾਂ ਨੂੰ ਕਿਸੇ ਵਿਚੋਲੇ ਦੀਆਂ ਸੇਵਾਵਾਂ ਦੀ ਲੋੜ ਮਹਿਸੂਸ ਨਾ ਹੋਈ। ਉਹ ਅਕਾਲੀ ਆਗੂਆਂ ਦੀਆਂ ਕਮਜ਼ੋਰੀਆਂ ਤੋਂ ਭਲੀ ਭਾਂਤ ਵਾਕਫ ਹੋ ਚੁੱਕੇ ਸਨ ਅਤੇ ਉਹਨਾਂ ਨੂੰ ਅਕਾਲੀ ਲੀਡਰਸ਼ਿਪ ਦੀ ਅੰਦਰੂਨੀ ਦਸ਼ਾ ਬਾਰੇ ਪਲ-ਪਲ ਜਾਣਕਾਰੀ ਮਿਲ ਰਹੀ ਸੀ। ਕੇਂਦਰੀ ਵਜ਼ਾਰਤ ਦੀ ਅੰਦਰੂਨੀ ਮਾਮਲਿਆਂ ਬਾਰੇ ਕਮੇਟੀ ਨੇ 25 ਜਨਵਰੀ ਨੂੰ ਆਪਣੀ ਵਿਸ਼ੇਸ਼ ਮੀਟਿੰਗ ਬੁਲਾ ਕੇ ਚੰਡੀਗੜ੍ਹ ਅਤੇ ਇਸ ਨਾਲ ਜੁੜਵੇਂ ਮਸਲਿਆਂ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਅੰਤਮ ਰੂਪ ਦੇ ਦਿੱਤਾ, ਪਰ ਕਿਸੇ ਖਾਸ ਵਿਉਂਤ ਦੇ ਤਹਿਤ ਇਸ ਦਾ ਐਲਾਨ ਰੋਕ ਲਿਆ ਗਿਆ। ਮਿੱਥੇ ਪ੍ਰੋਗਰਾਮ ਮੁਤਾਬਕ ਸੰਤ ਫਤਿਹ ਸਿੰਘ ਨੇ ਅਗਲੇ ਦਿਨ ਭਾਰਤ ਦੇ ਗਣਰਾਜ ਦਿਵਸ 26 ਜਨਵਰੀ ਤੇ ਆਪਣਾ ਵਰਤ ਸ਼ੁਰੂ ਕਰ ਦਿੱਤਾ। ਕੇਂਦਰ ਸਰਕਾਰ ਵੱਲੋਂ ਜੋ ਐਲਾਨ 25 ਜਨਵਰੀ ਨੂੰ ਹੀ ਕੀਤਾ ਜਾ ਸਕਦਾ ਸੀ, ਉਹ 4 ਦਿਨ ਰੁਕ ਕੇ 29 ਜਨਵਰੀ ਨੂੰ ਕੀਤਾ ਗਿਆ।
ਕਾਂਗਰਸੀ ਹਾਕਮਾਂ ਨੂੰ ਸੰਤ ਫਤਿਹ ਸਿੰਘ ਨੂੰ ਆਪਣਾ ਮਰਨ ਵਰਤ ਸ਼ੁਰੂ ਕਰਨ ਤੋਂ ਰੋਕਣ ਨਾਲੋਂ ਉਸ ਵੱਲੋਂ ਮਰਨ ਵਰਤ ਰੱਖ ਕੇ ਮਰਨ ਤੋਂ ਭੱਜ ਨਿਕਲਣ ਵਾਲੀ ਹਾਲਤ ਵੱਧ ਸਿਖਾਉਂਦੀ ਸੀ, ਕਿਉਂਕਿ ਇਸ ਨਾਲ ਅਕਾਲੀ ਲੀਡਰਸ਼ਿਪ ਦੀ ਪੜਤ ਨੂੰ ਹੋਰ ਘੱਟੇ ਰੋਲਿਆ ਜਾ ਸਕਦਾ ਸੀ। ਇੰਦਰਾ ਅਵਾਰਡ ਦੇ ਨਾਂ ਨਾਲ ਜਾਣੇ ਜਾਂਦੇ ਇਸ ਐਲਾਨ ਮੁਤਾਬਕ ਚੰਡੀਗੜ੍ਹ ਸ਼ਹਿਰ ਪੰਜਾਬ ਨੂੰ ਦੇਣ ਅਤੇ ਇਸ ਦੇ ਬਦਲੇ ਵਿੱਚ ਯੂਟੀ ਪ੍ਰਸ਼ਾਸਨ ਹੇਠਲੇ ਕੁਝ ਪਿੰਡਾਂ ਤੇ ਫਾਜ਼ਿਲਕਾ ਤਹਿਸੀਲ ਦੇ ਕੁਝ ਹਿੱਸੇ ਹਰਿਆਣੇ ਦੀ ਝੋਲੀ ਵਿੱਚ ਪਾ ਦੇਣ ਦਾ ਫੈਸਲਾ ਸੁਣਾਇਆ ਗਿਆ। ਇਸ ਨੰਗੇ ਚਿੱਟੇ ਪੱਖਪਾਤੀ ਫੈਸਲੇ ਨੇ ਸਿੱਖ ਜਨਤਾ ਅੰਦਰ ਰੋਸ ਤੇ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ। ਖਾਸ ਕਰਕੇ ਸੰਤ ਫਤਿਹ ਸਿੰਘ ਦੀ ਰਾਜਨੀਤਿਕ ਸੋਚ ਅਤੇ ਲੀਡਰਸ਼ਿਪ ਹੱਥੋਂ ਤਪੇ ਹੋਏ ਸ਼ਹਿਰੀ ਮੱਧ ਵਰਗੀ ਸਿੱਖਾਂ ਨੇ ਕੇਂਦਰ ਸਰਕਾਰ ਦੇ ਇਸ ਫਿਰਕੂ ਰੰਗਤ ਵਾਲੇ ਫੈਸਲੇ ਦੇ ਵਿਰੋਧ ਵਿੱਚ ਥਾਂ-ਥਾਂ ਰੋਹ ਭਰੇ ਜਲੂਸ ਕੱਢ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਅੰਮ੍ਰਿਤਸਰ ਵਿਖੇ ਗੁੱਸੇ ਨਾਲ ਭਰੇ ਪੀਤੇ ਸਿੱਖ ਨੌਜਵਾਨਾਂ ਦੀ ਇੱਕ ਭੀੜ ਨੇ ਅਕਾਲ ਤਖਤ ਉੱਤੇ ਜਾ ਕੇ ਸੰਤ ਫਤਿਹ ਸਿੰਘ ਨੂੰ ਰੋਹ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੇ ਸ਼ਸਤਰਧਾਰੀ ਸੇਵਾਦਾਰਾਂ ਨਾਲ ਹਿੰਸਕ ਝੜਪ ਹੋ ਉੱਠੀ। ਇਸ ਮੌਕੇ ਸੰਤ ਫਤਿਹ ਸਿੰਘ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਉਤੇਜਿਤ ਹੋਏ ਸਿੱਖ ਨੌਜਵਾਨਾਂ ਨੇ ਸੰਤ ਫਤਿਹ ਸਿੰਘ ਦੇ ਨਿਵਾਸ ਸਥਾਨ ਉੱਤੇ ਪਥਰਾਓ ਸ਼ੁਰੂ ਕਰ ਦਿੱਤਾ। ਸਿੱਖ ਇਤਿਹਾਸ ਅੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਹਦੂਦ ਦੇ ਅੰਦਰ ਸਿੱਖਾਂ ਦੇ ਕਿਸੇ ਵਰਗ ਵੱਲੋਂ ਸਿੱਖ ਲੀਡਰਸ਼ਿਪ ਵਿਰੁੱਧ ਅਜਿਹੇ ਹਿੰਸਕ ਵਿਰੋਧ ਦੀ ਪਹਿਲੀ ਘਟਨਾ ਸੀ। ਖੈਰ, ਪੰਜਾਬ ਦੇ ਸਾਰੇ ਸ਼ਹਿਰਾਂ ਅੰਦਰ ਹੋ ਰਹੇ ਰੋਹ ਭਰੇ ਦਿਖਾਵਿਆਂ ਦੇ ਬਾਵਜੂਦ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਕੁਝ ਸਲਾਹੁੰਦਿਆਂ ਤੇ ਕੁਝ ਨਿੰਦਦਿਆਂ ਸੰਤ ਫਤਿਹ ਸਿੰਘ ਨੂੰ ਆਪਣਾ ਮਰਨ ਵਰਤ ਅਤੇ ਅਗਨ ਭੇਟ ਹੋਣ ਦਾ ਫੈਸਲਾ ਤਿਆਗ ਦੇਣ ਦੀ ਅਪੀਲ ਕਰ ਦਿੱਤੀ, ਜੋ ਸੰਤ ਜੀ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ। ਇਸ ਤਰ੍ਹਾਂ 10 ਸਾਲਾਂ ਦੇ ਅਰਸੇ ਅੰਦਰ ਸੰਤ ਫਤਿਹ ਸਿੰਘ ਦੇ ਮਰਨ ਵਰਤ ਦੀ ਕਹਾਣੀ ਦਾ ਤੀਜੀ ਵਾਰ ਇੱਕੋ ਜਿਹਾ ਅੰਤ ਹੋ ਜਾਣ ਨਾਲ ਸਿੱਖ ਕੌਮ ਆਪਣੇ ਆਪ ਨੂੰ ਅਪਮਾਨਿਤ ਹੋਈ ਮਹਿਸੂਸ ਕਰਨ ਲੱਗੀ। ਖਾਲਸਾ ਪੰਥ ਦੀਆਂ ਕੁਰਬਾਨੀ ਤੇ ਸੂਰਮਗਤੀ ਦੀਆਂ ਸ਼ਾਨਦਾਰ ਰਵਾਇਤਾਂ ਦੀ ਤੁਲਨਾ ਵਿੱਚ ਅਕਾਲੀ ਲੀਡਰਸ਼ਿਪ ਦੁਆਰਾ ਵਾਰ-ਵਾਰ ਦਿਖਾਈ ਗਈ ਬੁਜ਼ਦਿਲੀ ਅਤੇ ਗਿੱਦੀਪੁਣੇ ਨੇ ਸਿੱਖ ਮਾਨਸਿਕਤਾ ਨੂੰ ਜੋ ਗਹਿਰੀ ਚੋਟ ਪਹੁੰਚਾਈ, ਉਸਨੇ ਹੋਰ 10 ਸਾਲਾਂ ਬਾਅਦ ਜਾ ਕੇ ਖਾੜਕੂ ਉਭਾਰ ਦੇ ਰੂਪ ਵਿੱਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਨੂੰ ਰਾਜਸੀ ਝਟਕਾ। ਮਾਰਚ 1972 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਅੰਦਰ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। 1969 ਵਿੱਚ ਇਸ ਦੇ 43 ਮੈਂਬਰਾਂ ਦੇ ਮੁਕਾਬਲੇ 1972 ਵਿੱਚ ਅਸੈਂਬਲੀ ਅੰਦਰ ਸਿਰਫ 24 ਮੈਂਬਰ ਹੀ ਅੱਪੜ ਸਕੇ। ਅਕਾਲੀ ਦਲ ਦੀ ਇਸ ਹਾਰ ਦਾ ਸਭ ਤੋਂ ਵੱਡਾ ਕਾਰਨ ਬੰਗਲਾਦੇਸ਼ ਦੀ ਜਿੱਤ ਸਦਕਾ ਹਿੰਦੂ ਜਨਤਾ ਦਾ ਭਾਰੂ ਰੂਪ ਵਿੱਚ ਇੰਦਰਾ ਗਾਂਧੀ ਦੇ ਪੱਖ ਵਿੱਚ ਉੱਲਰ ਪੈਣਾ ਸੀ। ਜਨਸੰਘ ਨਾਲ ਚੋਣ ਗੱਠਜੋੜ ਕਰਨ ਨਾਲ ਅਕਾਲੀ ਦਲ ਨੂੰ ਜੋ ਥੋੜੀ ਬਹੁਤੀ ਹਿੰਦੂ ਵੋਟ ਪੈ ਸਕਦੀ ਸੀ, ਗੱਠਜੋੜ ਦੇ ਟੁੱਟ ਜਾਣ ਕਰਕੇ ਉਹ ਵੋਟ ਵੀ ਜਾਂਦੀ ਰਹੀ। ਪਰ ਬੰਗਲਾਦੇਸ਼ ਦੀ ਜਿੱਤ ਨੇ ਜਨਸੰਘ ਦੇ ਪੈਰਾਂ ਹੇਠੋਂ ਇਸ ਕਦਰ ਜ਼ਮੀਨ ਖਿਸਕਾ ਦਿੱਤੀ ਕਿ ਉਸ ਦਾ ਇੱਕ ਵੀ ਉਮੀਦਵਾਰ ਜੇਤੂ ਨਾ ਹੋ ਸਕਿਆ। ਵੈਸੇ ਅਕਾਲੀ ਦਲ ਦੇ ਆਪਣੇ ਵੋਟ ਆਧਾਰ ਨੂੰ ਕੋਈ ਵੱਡਾ ਖੋਰਾ ਨਹੀਂ ਸੀ ਪਿਆ। 1969 ਵਿੱਚ ਉਸ ਨੂੰ ਕੁੱਲ 29.59% ਵੋਟਾਂ ਪਈਆਂ ਸਨ, ਜਿਸ ਵਿੱਚ ਜਨਸੰਘ ਦਾ ਤਕੜਾ ਯੋਗਦਾਨ ਸੀ, ਕਿਉਂਕਿ 1969 ਵਿੱਚ ਹਿੰਦੂ ਜਨਤਾ ਇੰਦਰਾ ਗਾਂਧੀ ਦਾ ਲੜ ਛੱਡ ਕੇ ਵੱਡੀ ਪੱਧਰ ਤੇ ਜਨਸੰਘ ਵੱਲ ਝੁਕ ਗਈ ਸੀ। ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਅਕਾਲੀ ਦਲ ਦੀ ਨਿਰੋਲ ਆਪਣੀ ਪੱਕੀ ਵੋਟ 25% ਦੇ ਇੱਧਰ ਉੱਧਰ ਹੀ ਸੀ। 1972 ਵਿੱਚ ਉਹ ਨਿਰੋਲ ਆਪਣੇ ਬਲਬੂਤੇ 27.65% ਵੋਟ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਸੀ। ਕਾਂਗਰਸ ਆਪਣੇ ਪੱਖ ਵਿੱਚ ਉਲਰੀ ਹਿੰਦੂ ਵੋਟ ਦਾ ਅਤੇ ਨਾਲ ਹੀ ਅਕਾਲੀ ਦਲ ਅਤੇ ਜਨਸੰਘ ਦੀ ਫੁੱਟ ਅਤੇ CPI ਨਾਲ ਆਪਣੇ ਚੋਣ ਸਮਝੌਤੇ ਦਾ ਫਾਇਦਾ ਉਠਾ ਕੇ 42.84% ਵੋਟਾਂ ਨਾਲ ਕੁੱਲ 66 ਸੀਟਾਂ ਜਿੱਤਣ ਵਿੱਚ ਸਫਲ ਹੋ ਗਈ ਸੀ। ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਭਾਰੂ ਸਿੱਖ ਵਸੋਂ ਵਾਲੇ ਪੰਜਾਬ ਰਾਜ ਅੰਦਰ ਇਹ ਅਕਾਲੀ ਦਲ ਨੂੰ ਕਾਂਗਰਸ ਦੇ ਹੱਥੋਂ ਮਿਲੀ ਪਹਿਲੀ ਰਾਜਸੀ ਪਛਾੜ ਸੀ। ਇਸ ਨਾਲ ਅਕਾਲੀ ਲੀਡਰਸ਼ਿਪ ਤੇ ਇਸ ਦੀਆਂ ਸਫਾ ਅੰਦਰ ਭਾਰੂ ਸਿੱਖ ਵਸੋਂ ਵਾਲੇ ਪੰਜਾਬ ਰਾਜ ਅੰਦਰ ਹਿੰਦੂ ਵੋਟ ਸ਼ਕਤੀ ਦੀ ਤਾਂਘ ਜੰਮ ਗਈ, ਜਿਸ ਨਾਲ ਅਕਾਲੀ ਦਲ ਅੰਦਰ ਜਨਸੰਘ ਦੇ ਜ਼ਰੀਏ ਹਿੰਦੂ ਵਰਗ ਨੂੰ ਰਿਝਾਉਣ ਦੀ ਰੁਚੀ ਨੂੰ ਵੱਡਾ ਬਲ ਅਤੇ ਉਗਾਸਾ ਮਿਲ ਗਿਆ। 17 ਮਾਰਚ 1972 ਨੂੰ ਗਿਆਨੀ ਜੈਲ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਕਾਰਜਭਾਰ ਸੰਭਾਲ ਲਿਆ। ਭਾਰੂ ਸਿੱਖ ਵਸੋਂ ਵਾਲੇ ਰਾਜ ਅਤੇ ਜੱਟ ਵਰਗ ਦੀ ਸਰਦਾਰੀ ਵਾਲੇ ਸਮਾਜ ਅੰਦਰ ਇੱਕ ਕਾਂਗਰਸੀ ਤੇ ਗੈਰ ਜੱਟ ਸਿੱਖ ਰਾਮਗੜੀਆ ਵੱਲੋਂ ਚੋਣਾਂ ਅੰਦਰ ਜੇਤੂ ਹੋ ਕੇ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋਣ ਦਾ ਇਹ ਪਹਿਲਾ ਮੌਕਾ ਸੀ। ਕਾਂਗਰਸ ਹਾਈ ਕਮਾਂਡ ਵੱਲੋਂ ਗਿਆਨੀ ਜੈਲ ਸਿੰਘ ਦੀ ਮੁੱਖ ਮੰਤਰੀ ਵਜੋਂ ਚੋਣ ਅਤੇ ਇਸ ਦੇ ਪੰਜਾਬ ਦੀ ਰਾਜਨੀਤੀ ਉੱਤੇ ਪਏ ਦੂਰ ਰਸ ਪ੍ਰਭਾਵਾਂ ਦੇ ਜਾਤ ਪਾਤੀ ਜਾਵੀਏ ਕਾਸਟ ਐਂਗਲ ਦੀ ਅਹਿਮੀਅਤ ਨੂੰ ਕਿਸੇ ਵੀ ਤਰ੍ਹਾਂ
ਛੁਟਿਆ ਕੇ ਨਹੀਂ ਦੇਖਿਆ ਜਾ ਸਕਦਾ। ਇਸ ਦਾ ਗਹਿਰ ਗੰਭੀਰ ਵਿਸ਼ਲੇਸ਼ਣ ਨਾ ਸਿਰਫ ਆਮ ਰੂਪ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਸਗੋਂ ਖਾਸ ਕਰਕੇ ਅਕਾਲੀ ਰਾਜਨੀਤੀ ਨੂੰ ਸਮਝਣ ਵਿੱਚ ਬੇਹੱਦ ਮਦਦਗਾਰ ਹੋ ਸਕਦਾ ਹੈ। ਇਸ ਕਰਕੇ ਇੱਥੇ ਇਸ ਮਸਲੇ ਬਾਰੇ ਥੋੜਾ ਵਿਸਥਾਰ ਵਿੱਚ ਜਾ ਕੇ ਚਰਚਾ ਕਰਨ ਦੀ ਲੋੜ ਤੋਂ ਬੇਮੁਖ ਨਹੀਂ ਹੋਇਆ ਜਾ ਸਕਦਾ। ਜੱਟਵਾਦ ਇੱਕ ਦੀਰਘ ਰੋਗ। ਪੰਜਾਬ ਦੇ ਜੱਟ ਭਾਈਚਾਰੇ ਦੀ ਮੁੱਢ ਜਾਤ ਬਾਰੇ ਕਈ ਤਰ੍ਹਾਂ ਦੀਆਂ ਮਨੌਤਾਂ ਪ੍ਰਚਲਿਤ ਹਨ। ਵੱਧ ਭਾਰੂ ਵਿਚਾਰ ਇਹ ਹੈ ਕਿ ਇਸ ਦੇ ਵੱਡੇ ਵਡੇਰੇ ਮੱਧ ਏਸ਼ੀਆ ਦੇ ਹੂਣ ਤੇ ਸਿਥੀਅਨ ਨਾਂ ਦੇ ਖਾਨਾਬਦੋਸ਼ ਕਬੀਲਿਆਂ ਨਾਲ ਤਾਲੁਕ ਰੱਖਦੇ ਸਨ, ਜਿਨ੍ਹਾਂ ਨੇ ਇਸ ਖਿੱਤੇ ਅੰਦਰ ਆਰੀਆਈ ਲੋਕਾਂ ਦੀ ਆਮਦ ਤੋਂ ਕਾਫੀ ਚਿਰ ਬਾਅਦ ਨਿਵਾਸ ਕਰਨਾ ਸ਼ੁਰੂ ਕੀਤਾ, ਕਿਉਂਕਿ ਇਹਨਾਂ ਕਬੀਲਿਆਂ ਦਾ ਕੋਈ ਪੱਕਾ ਠਿਕਾਣਾ ਨਹੀਂ ਸੀ ਅਤੇ ਉਹਨਾਂ ਦਾ ਜੀਵਨ ਨਿਰਬਾਹ ਜ਼ਿਆਦਾ ਕਰਕੇ ਮਾਰ ਧਾੜ ਉੱਤੇ ਹੀ ਟਿਕਿਆ ਹੋਇਆ ਸੀ। ਇਸ ਕਰਕੇ ਦਲੇਰੀ ਤੇ ਲੜਾਕਾਪਨ ਇਹਨਾਂ ਦੇ ਖੂਨ ਵਿੱਚ ਹੀ ਘੁਲ ਮਿਲ ਗਿਆ ਸੀ। ਉਹਨਾਂ ਦਾ ਨੰਬਰ ਸੰਸਾਰ ਦੇ ਨਾਮੀ ਮੁਹਿੰਮਬਾਜ਼ ਅਤੇ ਮਾਰਖੋਰੇ ਟੋਲਿਆਂ ਵਿੱਚ ਆਉਂਦਾ ਹੈ। ਸਮਝਿਆ ਜਾਂਦਾ ਹੈ ਕਿ ਉਹਨਾਂ ਨੇ ਉਹਨਾਂ ਤੋਂ ਪਹਿਲਾਂ ਆਬਾਦ ਹੋਏ ਆਰੀਆਈ ਲੋਕਾਂ ਨੂੰ ਖਦੇੜ ਕੇ ਗੰਗਾ ਦੇ ਮੈਦਾਨ ਵੱਲ ਧੱਕ ਦਿੱਤਾ ਅਤੇ ਇਸ ਖਿੱਤੇ ਅੰਦਰ ਪੱਕੇ ਠਿਕਾਣੇ ਮੱਲ ਕੇ ਖੇਤੀ ਦਾ ਧੰਦਾ ਸ਼ੁਰੂ ਕਰ ਦਿੱਤਾ। ਇਸੇ ਵਜ੍ਹਾ ਕਰਕੇ ਗੰਗਾ ਦੇ ਮੈਦਾਨ ਵਿੱਚ ਬ੍ਰਾਹਮਣ ਪੁਜਾਰੀਵਾਦ ਦੇ ਅਸਰ ਹੇਠ ਪੈਦਾ ਹੋਏ ਸੱਭਿਆਚਾਰ ਦਾ ਪੰਜਾਬ ਦੇ ਪੇਂਡੂ ਮਾਲਕ ਕਿਸਾਨ ਉੱਤੇ ਉਨਾ ਗੂੜਾ ਰੰਗ ਨਹੀਂ ਚੜ੍ਹਿਆ ਜਿੰਨਾ ਪੰਜਾਬੋਂ ਬਾਹਰਲੇ ਹੋਰਨਾਂ ਕਿਸਾਨ ਭਾਈਚਾਰਿਆਂ ਉੱਤੇ ਦੇਖਣ ਨੂੰ ਮਿਲਦਾ ਹੈ। ਪੰਜਾਬੀ ਕਿਸਾਨ ਕਾਫੀ ਹੱਦ ਤੱਕ ਅਤੇ ਕਾਫੀ ਦੇਰ ਤੱਕ ਇਸ ਸੱਭਿਆਚਾਰ ਨਾਲੋਂ ਨਿਖੜਿਆ ਰਿਹਾ ਹੈ। ਕਬਾਇਲੀ ਨਮੂਨੇ ਦੀ ਆਰਥਿਕ ਤੇ ਭਾਈਚਾਰਕ ਬਣਤਰ ਨੇ ਪੰਜਾਬੀ ਪੇਂਡੂ ਕਿਸਾਨ ਭਾਈਚਾਰੇ ਵਿਚਕਾਰ ਭਰਾਤਰੀ ਭਾਵ, ਆਜ਼ਾਦ ਤਬੀਅਤ ਅਤੇ ਬਰਾਬਰੀ ਦੀ ਜੋ ਸਪਿਰਿਟ ਭਰ ਦਿੱਤੀ, ਉਹ ਪੰਜਾਬੀ ਜੱਟ ਕਿਸਾਨ ਦੇ ਆਚਾਰ ਦਾ ਉਗੜਵਾਂ ਲੱਛਣ ਹੋ ਗੁਜ਼ਰੀ ਹੈ। ਉਸ ਦੇ ਸੁਭਾਅ ਤੇ ਆਚਰਣ ਦਾ ਦੂਜਾ ਅਹਿਮ ਲੱਛਣ ਸ਼ਖਸੀਅਤ ਪ੍ਰਸਤੀ ਹੈ, ਅਰਥਾਤ ਉਹ ਹੱਦ ਦਰਜੇ ਦਾ ਵਿਅਕਤੀਵਾਦੀ ਹੈ। ਆਮ ਤੌਰ ਤੇ ਜੱਟ ਉਹੀਓ ਕੁਝ ਕਰਦਾ ਹੈ ਜੋ ਉਸਨੂੰ ਆਪ ਨੂੰ ਚੰਗਾ ਲੱਗਦਾ ਹੈ। ਇਸ ਦੇ ਹੋਰਨਾਂ ਦੀ ਜ਼ਿੰਦਗੀ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਉਸਨੂੰ ਬਹੁਤੀ ਪਰਵਾਹ ਨਹੀਂ ਹੁੰਦੀ, ਨਾ ਉਹ ਇਸ ਵਿੱਚ ਕਿਸੇ ਦਾ ਦਖਲ ਸਹਿਣ ਕਰਦਾ ਹੈ। ਉਸ ਵਿੱਚ ਭਰਪੂਰ ਸਵੈ ਭਰੋਸਾ ਜੋ ਅਕਸਰ ਘੁਮੰਡ ਦਾ ਰੂਪ ਧਾਰਨ ਕਰ ਲੈਂਦਾ ਹੈ, ਕਮਾਲ ਦਾ ਉੱਦਮ ਅਤੇ ਲੋੜੇ ਦੀ ਪਹਿਲ ਕਦਮੀ ਹੈ। ਸੋ ਜਿੱਥੇ ਲੀਡਰਾਂ ਦੀ ਅਗਵਾਈ ਉਡੀਕੇ ਬਿਨਾਂ ਵਿਅਕਤੀਗਤ ਪਹਿਲ ਕਦਮੀ ਤੇ ਉੱਦਮ ਦੀ ਲੋੜ ਹੈ, ਉੱਥੇ ਉਹ ਪੂਰਾ ਕਾਮਯਾਬ ਹੈ। ਪਰ ਜਿੱਥੇ ਕਾਮਯਾਬੀ ਲਈ ਚਿੰਤਨ ਅਤੇ ਜਥੇਬੰਦੀ ਦੀ ਲੋੜ ਪਈ ਤਾਂ ਉਹ ਅਕਸਰ ਫੇਲ ਹੋਇਆ। ਸਿਵਾਏ ਅਜਿਹੇ ਮੌਕਿਆਂ ਦੇ ਜਦ ਕਿਸੇ ਨਾਮਵਰ ਸ਼ਖਸੀਅਤ ਨੇ ਜਾਂ ਸਾਂਝੇ ਆਦਰਸ਼ ਤੇ ਨਿਹਚਾ ਨੇ ਜਾਂ ਸਾਂਝੇ ਖਤਰੇ ਨੇ ਉਸ ਨੂੰ ਜਥੇਬੰਦ ਹੋਣ ਲਈ ਪ੍ਰੇਰਿਤ ਕਰਨ ਵਿੱਚ ਸਫਲਤਾ ਹਾਸਲ ਕਰ ਲਈ। ਜੱਟ ਕਿਸਾਨ ਅੰਦਰ ਰਾਜ ਕਾਜ ਦੇ ਕੰਮ ਨਾਲੋਂ ਖੇਤੀਬਾੜੀ ਦੇ ਕੰਮਾਂ ਵੱਲ ਰੁਚੀ ਵਧੇਰੇ ਹੈ। ਉਸ ਨੂੰ ਰਾਜ ਕਾਜ ਦਾ ਉਨਾ ਵੱਲ ਤੇ ਤਜਰਬਾ ਨਹੀਂ ਜਿੰਨਾ ਖੇਤੀ ਦਾ ਹੈ। ਇਸੇ ਕਰਕੇ ਜਿੱਥੇ ਵੀ ਅਤੇ ਜਦੋਂ ਵੀ ਉਸਨੇ ਆਪਣੀ ਫਿਤਰਤ ਦੇ ਮਗਰ ਲੱਗ ਕੇ ਰਾਜ ਕਰਨ ਦਾ ਯਤਨ ਕੀਤਾ ਤਾਂ ਉਹ ਅਕਸਰ ਫੇਲ ਹੋਇਆ ਹੈ। ਜਾਤ ਪਾਤ ਦੇ ਨਜ਼ਰੀਏ ਤੋਂ ਪੰਜਾਬ ਦਾ ਜੱਟ ਕਿਸਾਨ ਕਿਸੇ ਵੀ ਹੋਰ ਜਾਤੀ ਨੂੰ ਆਪਣੇ ਨਾਲੋਂ ਉੱਚਾ ਨਹੀਂ ਸਮਝਦਾ। ਉਸ ਵਿੱਚ ਸਾਰਿਆਂ ਨੂੰ ਟਿੱਚ ਕਰਕੇ ਜਾਣਨ ਦੀ ਭਾਵਨਾ ਤੇ ਰੁਚੀ ਬਹੁਤ ਬਲਵਾਨ ਹੈ। ਉਸ ਵਿੱਚ ਹਿੰਦੁਸਤਾਨ ਦੀਆਂ ਹੋਰਨਾਂ ਗੈਰ ਬ੍ਰਾਹਮਣੀ ਜਾਂ ਗੈਰ ਸਵਰਨ ਜਾਤੀਆਂ ਵਾਂਗ ਅਹਿਸਾਸੇ ਕਮਤਰੀ ਪੈਦਾ ਨਹੀਂ ਹੋਇਆ, ਸਗੋਂ ਉਹ ਆਪਣੇ ਆਪ ਨੂੰ ਹੋਰਨਾਂ ਨਾਲੋਂ ਉੱਤਮ ਸਮਝਣ ਦਾ ਗੁਮਾਨ ਪਾਲਦਾ ਹੈ। ਜਦ ਉਹ ਆਰਥਿਕ ਤੌਰ ਤੇ ਪੈਰਾਂ ਸਿਰ ਹੁੰਦਾ ਹੈ ਤਾਂ ਉਸਦੀ ਇਹ ਭਾਵਨਾ ਸੱਤ ਅਸਮਾਨੀ ਜਾ ਚੜ੍ਹਦੀ ਹੈ। ਫਿਰ ਉਹ ਆਪਣੇ ਦਾਣਿਆਂ ਦੇ ਬੋਹਲ ਤੇ ਖੜ ਕੇ ਕੋਲੋਂ ਦੀ ਲੰਘ ਰਹੇ ਹਾਥੀ ਤੇ ਸਵਾਰ ਰਾਜੇ ਨੂੰ ਵੀ ਕਤੂਰੇ ਦਾ ਭਾਅ ਪੁੱਛਣ ਤੋਂ ਗੁਰੇਜ਼ ਨਹੀਂ ਕਰਦਾ। ਮੁੱਢ ਕਦੀਮ ਤੋਂ ਹੀ ਪੰਜਾਬੀ ਜੱਟ ਕਿਸਾਨ ਦੀ ਜਮਹੂਰੀ ਸਪਿਰਿਟ ਅਰਥਾਤ ਭਰਾਤਰੀ ਭਾਵ ਕੇਵਲ ਆਪਣੇ ਭਾਈਚਾਰੇ ਤੱਕ ਹੀ ਮਹਿਦੂਦ ਰਿਹਾ ਹੈ। ਖੇਤੀ ਦੇ ਧੰਦੇ ਵਿੱਚ ਮਸਰੂਫ ਹੋਣ ਵੇਲੇ ਤੋਂ ਹੀ ਉਹ ਪਿੰਡ ਦੀਆਂ ਹੋਰਨਾਂ ਜਾਤਾਂ ਨੂੰ ਜ਼ਮੀਨ ਦੀ ਮਾਲਕੀ ਵਿੱਚ ਭਾਈਵਾਲ ਬਣਾਉਣ ਵਾਸਤੇ ਤਿਆਰ ਨਾ ਹੋਇਆ। ਅਜਿਹਾ ਵਿਚਾਰ ਹੀ ਉਸ ਨੂੰ ਅੱਗ ਲਾ ਦਿੰਦਾ ਰਿਹਾ। ਇਸ ਇੱਕੋ ਗੱਲ ਵਿੱਚੋਂ ਹੀ ਉਸ ਦੀ ਜਮਹੂਰੀ ਸਪਿਰਿਟ ਅਤੇ ਇਨਸਾਫ ਦੀ ਭਾਵਨਾ ਵਿੱਚ ਮੌਜੂਦ ਕਾਣ ਦੀ ਅਸਲੀਅਤ ਸਾਫ਼ ਉਘੜ ਆਉਂਦੀ ਹੈ। ਜਿੱਥੇ ਇਹ ਗੱਲ ਉਸ ਦੀ ਵਡਿਆਈ ਵਿੱਚ ਜਾਂਦੀ ਹੈ ਕਿ ਉਸਨੇ ਮੁੱਢ ਕਦੀਮ ਤੋਂ ਹੀ ਬ੍ਰਾਹਮਣ ਦੀ ਉਹ ਛੱਟ ਨਹੀਂ ਪਵਾਈ ਅਤੇ ਉਹ ਇਤਿਹਾਸ ਅੰਦਰ ਕਦੇ ਵੀ ਹਿੰਦੂ ਸਮਾਜ ਅੰਦਰਲੀਆਂ ਉੱਚੀਆਂ ਜਾਤਾਂ ਅੱਗੇ ਕੀਰ ਬਣ ਕੇ ਵਸਣ ਲਈ ਤਿਆਰ ਨਹੀਂ ਹੋਇਆ, ਉੱਥੇ ਉਸ ਦੀ ਇਸ ਵਡਿੱਤਣ ਨੂੰ ਨਕਾਰਦਾ ਪੱਖ ਇਹ ਹੈ ਕਿ ਮਨੂਵਾਦ ਦੇ ਅਸਰ ਹੇਠ ਉਸ ਅੰਦਰ ਪਿੰਡ ਦੀਆਂ ਪਛੜੀਆਂ ਤੇ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਪ੍ਰਤੀ ਬਦਗੁਮਾਨੀ ਪੈਦਾ ਹੋ ਗਈ ਅਤੇ ਉਹ ਹਿੰਦੂ ਸਮਾਜ ਅੰਦਰਲੀਆਂ ਸਵਰਨ ਜਾਤੀਆਂ ਦੀ ਰੀਸੇ ਹੀ ਉਹਨਾਂ ਨੂੰ ਆਪਣੇ ਨਾਲੋਂ ਨੀਵੀਆਂ ਤੇ ਨੀਚ ਸਮਝਣ ਲੱਗ ਪਿਆ।
ਜੱਟ ਕਿਸਾਨ ਅੰਦਰ ਮੌਜੂਦ ਬਰਾਬਰੀ, ਭਰਾਤਰੀ ਭਾਵ ਅਤੇ ਲੜਾਕੂਪੁਣੇ ਦਾ ਜਜ਼ਬਾ ਹੀ ਪਹਿਲਾ ਪਹਿਲ ਉਸ ਨੂੰ ਸਿੱਖ ਲਹਿਰ ਵੱਲ ਪ੍ਰੇਰਿਤ ਕਰਨ ਵਾਲਾ ਭਾਰੂ ਤੱਤ ਬਣਿਆ। ਸਿੱਖ ਵਿਚਾਰਧਾਰਾ ਨੇ ਸਿੱਖ ਲਹਿਰ ਦੀ ਚੜ੍ਹਤ ਤੇ ਸ਼ੁਰੂਆਤੀ ਦੌਰ ਅੰਦਰ ਪੰਜਾਬ ਦੇ ਜੱਟ ਭਾਈਚਾਰੇ ਅੰਦਰ ਬਰਾਬਰੀ ਤੇ ਭਰਾਤਰੀ ਭਾਵ ਦੇ ਆਦਰਸ਼ ਨੂੰ ਤਕੜਾ ਹੁਲਾਰਾ ਬਖਸ਼ਿਆ। ਪਰ ਇਹ ਥੋੜਾ ਚਿਰ ਹੀ ਸਾਬਤ ਹੋਇਆ। ਇਸ ਦਾ ਅਸਰ ਜ਼ਿਆਦਾ ਚਿਰ ਕਾਇਮ ਨਾ ਰਹਿ ਸਕਿਆ। ਵੱਡਾ ਕਾਰਨ ਇਹ ਹੈ ਕਿ ਸਿੱਖ ਲਹਿਰ ਦੇ ਆਦਰਸ਼ਾਂ ਦਾ ਜੱਟ ਕਿਸਾਨੀ ਦੇ ਆਰਥਿਕ ਹਿੱਤਾਂ ਤੇ ਸਮਾਜੀ ਸੁਭਾਅ ਨਾਲ ਬਰ ਨਹੀਂ ਸੀ ਮਿਚਦਾ, ਕਿਉਂਕਿ ਸਿੱਖ ਲਹਿਰ ਦੇ ਬਰਾਬਰੀ ਤੇ ਭਰਾਤਰੀ ਭਾਵ ਦੇ ਆਦਰਸ਼ਾਂ ਨੂੰ ਅਮਲ ਅੰਦਰ ਸਾਕਾਰ ਕਰਨ ਲਈ ਜੱਟ ਕਿਸਾਨ ਪਿੰਡ ਦੀਆਂ ਹੋਰਨਾਂ ਦੱਬੀਆਂ ਕੁਚਲੀਆਂ ਜਾਤਾਂ ਨਾਲ ਹੋਣੀ ਦੀ ਸਾਂਝ ਪਾਉਣ ਲਈ ਤਿਆਰ ਨਹੀਂ ਸੀ। ਉਹ ਉਹਨਾਂ ਨਾਲ ਆਰਥਿਕ ਖੇਤਰ ਅੰਦਰ ਜ਼ਮੀਨ ਵੰਡਾਉਣ ਤੇ ਸਮਾਜੀ ਖੇਤਰ ਅੰਦਰ ਉਹਨਾਂ ਨੂੰ ਆਪਣੇ ਬਰਾਬਰ ਦਾ ਰੁਤਬਾ ਦੇਣ ਲਈ ਰਾਜੀ ਨਹੀਂ ਸੀ। ਇਸ ਕਰਕੇ ਸਿੱਖ ਲਹਿਰ ਦੀ ਜਮਹੂਰੀ ਸਪਿਰਿਟ ਤੇ ਇਸ ਦਾ ਇਨਕਲਾਬੀ ਜੋਸ਼ ਜੱਟ ਕਿਸਾਨੀ ਦੇ ਆਰਥਿਕ ਹਿੱਤਾਂ ਤੇ ਸਮਾਜੀ ਸੁਭਾਅ ਨਾਲ ਟਕਰਾ ਕੇ ਮੱਠਾ ਪੈਣਾ ਸ਼ੁਰੂ ਹੋ ਗਿਆ। ਜਿੰਨਾ ਚਿਰ ਸਿੱਖ ਲਹਿਰ ਦੀ ਹਕੂਮਤ ਨਾਲ ਟੱਕਰ ਰਹੀ, ਉਨਾ ਚਿਰ ਇਸ ਵਿੱਚ ਆਦਰਸ਼ਕ ਜਾਨ ਕਾਇਮ ਰਹੀ। ਪਰ ਹਕੂਮਤ ਉੱਤੇ ਭਾਰੂ ਹੁੰਦੇ ਸਾਰ ਹੀ ਇਸ ਦਾ ਇਨਕਲਾਬੀ ਤੱਤ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਅਤੇ ਤਾਕਤ ਦੇ ਵਾਧੇ ਨਾਲ ਇਸ ਨੇ ਇੱਕਦਮ ਉਲਟਾ ਖਾਸਾ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ। ਕੁਝ ਚਿਰ ਬਾਅਦ ਭਾਈ ਸਰਦਾਰ ਬਣਨੇ ਸ਼ੁਰੂ ਹੋ ਗਏ। ਜੱਟਾਂ ਦਾ ਸਮਾਜਿਕ ਰੁਤਬਾ ਉੱਚਾ ਹੋ ਗਿਆ। ਸੱਤਾਵਾਨ ਹੋਣ ਨਾਲ ਉਸ ਦੀ ਆਰਥਿਕ ਪੋਜੀਸ਼ਨ ਤਕੜੀ ਹੋਣ ਲੱਗੀ। ਪਿੰਡ ਦੀਆਂ ਦੂਸਰੀਆਂ ਜ਼ਮੀਨ ਜਾਇਦਾਦੋਂ ਸੱਖਣੀਆਂ ਜਾਤੀਆਂ ਉਵੇਂ ਦੀ ਉਵੇਂ ਰਹਿ ਗਈਆਂ। ਸਮਾਜ ਅੰਦਰ ਕਾਣੀ ਵੰਡ ਜਿਉਂ ਦੀ ਤਿਉਂ ਰਹੀ। ਮਿਸਲਾਂ ਦੇ ਮਗਰਲੇ ਦੌਰ ਤੇ ਉਸ ਤੋਂ ਬਾਅਦ ਦੇ ਅਮਲ ਨੇ ਇਸ ਧਾਰਨਾ ਦੀ ਜਚਵੀਂ ਪੁਸ਼ਟੀ ਕਰ ਦਿੱਤੀ ਕਿ ਅਜਿਹੇ ਆਦਰਸ਼ ਜੋ ਕਿਸੇ ਵਰਗ ਦੇ ਆਰਥਿਕ ਹਿੱਤਾਂ ਤੇ ਸਮਾਜੀ ਦਰਜੇ ਦੇ ਅਨੁਕੂਲ ਨਾ ਹੋਣ, ਉਹ ਸਮਾਂ ਪੈਣ ਨਾਲ ਦੱਬ ਮਿਟ ਜਾਂਦੇ ਹਨ। ਜਦ ਆਰਥਿਕ ਅਤੇ ਸਮਾਜੀ ਬਣਤਰ ਆਦਰਸ਼ਵਾਦ ਦੇ ਅਨੁਕੂਲ ਨਾ ਹੋਵੇ ਤਾਂ ਅਜਿਹਾ ਆਦਰਸ਼ਵਾਦ ਬਹੁਤਾ ਟਿਕਾਊ ਸਾਬਤ ਨਹੀਂ ਹੁੰਦਾ। ਕੁਝ ਗਿਣਵੇਂ ਚੁਣਵੇਂ ਵਿਅਕਤੀਆਂ ਨੂੰ ਛੱਡ ਕੇ ਆਮ ਜਨਤਾ ਵਾਸਤੇ ਉਹ ਕੁਝ ਦੇਰ ਪਿੱਛੋਂ ਉਨੇ ਸਾਰਥਕ ਨਹੀਂ ਰਹਿ ਜਾਂਦੇ। ਇਸ ਤਰ੍ਹਾਂ ਜੱਟ ਕਿਸਾਨ ਦੇ ਆਰਥਿਕ ਹਿੱਤ ਤੇ ਉਸ ਦੀਆਂ ਜਾਤ ਪਾਤੀ ਭਾਵਨਾਵਾਂ ਹੌਲੀ-ਹੌਲੀ ਸਿੱਖ ਧਰਮ ਦੀ ਇਨਕਲਾਬੀ ਰੂਹ ਤੇ ਹਾਵੀ ਹੋ ਤੁਰੀਆਂ ਤੇ ਇਸ ਦੀ ਮੌਲਿਕ ਆਭਾ ਬਰਕਰਾਰ ਰੱਖਣੀ ਮੁਸ਼ਕਿਲ ਹੋ ਗਈ। ਫਿਰ ਵੀ ਸਿੱਖ ਧਰਮ ਪੰਜਾਬ ਅੰਦਰ ਜਾਤ ਪਾਤੀ ਪ੍ਰਬੰਧ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਵਿੱਚ ਭਲੇ ਹੀ ਕਾਮਯਾਬ ਨਾ ਹੋ ਸਕਿਆ ਹੋਵੇ, ਪਰ ਇਸ ਦੇ ਪੈਦਾ ਕੀਤੇ ਮਾਹੌਲ ਨੇ ਪੰਜਾਬ ਅੰਦਰ ਜਾਤ ਪਾਤ ਪ੍ਰਣਾਲੀ ਦੇ ਕਾਫੀ ਕਿੰਗਰੇ ਭੋਰ ਦਿੱਤੇ। ਭਾਰਤ ਦੇ ਹੋਰਨਾਂ ਭਾਗਾਂ ਦੀ ਤੁਲਨਾ ਵਿੱਚ ਇਸ ਦੀ ਮਾਰ ਅਤੇ ਜਕੜ ਵਾਹ-ਵਾਹ ਹੱਦ ਤੱਕ ਢਿੱਲੀ ਪੈ ਗਈ। ਸੋ ਦੇਖਿਆ ਜਾਵੇ ਤਾਂ ਪੰਜਾਬ ਦੇ ਜੱਟ ਭਾਈਚਾਰੇ ਅੰਦਰ ਪਿੰਡ ਦੀਆਂ ਹੋਰਨਾਂ ਜਾਤੀਆਂ ਨਾਲੋਂ ਬਰਾਬਰੀ ਦੀ ਪੱਧਰ ਤੇ ਵਿਹਾਰ ਕਰਨ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਰੁਚੀ ਤੇ ਸਮਰੱਥਾ ਬਹੁਤ ਹੀ ਕਮਜ਼ੋਰ ਹੈ। ਆਪਣੇ ਰੋਜ਼ਮਰਾ ਵਿਹਾਰ ਅੰਦਰ ਉਹ ਨੀਵੀਆਂ ਪਛੜੀਆਂ ਸਮਝੀਆਂ ਜਾਂਦੀਆਂ ਜਾਤੀਆਂ ਨੂੰ ਆਪਣੇ ਤੋਂ ਨਿਰੰਤਰ ਦੂਰ ਰੱਖਦਾ ਅਤੇ ਪਰਾਂ ਧੱਕਦਾ ਹੈ। ਉਸ ਦਾ ਇਹ ਵਿਹਾਰ ਅਤੇ ਵਤੀਰਾ ਦੂਸਰੀਆਂ ਜਾਤੀਆਂ ਅੰਦਰ ਉਸ ਪ੍ਰਤੀ ਲੁਕਵੀਂ ਨਫ਼ਰਤ ਤੇ ਨਾਪਸੰਦਗੀ ਦੇ ਭਾਵ ਪੈਦਾ ਕਰਦਾ ਹੈ ਅਤੇ ਉਹਨਾਂ ਨੂੰ ਜੱਟ ਵਰਗ ਦੀ ਤਕੜਾਈ ਅਤੇ ਚੜ੍ਹਤ ਚੋਂ ਆਪਣੇ ਲਈ ਹੋਰ ਵੱਧ ਬੁਰੇ ਦਿਨਾਂ ਦਾ ਆਭਾਸ ਹੋਣ ਲੱਗਦਾ ਹੈ। ਹਰੇ ਇਨਕਲਾਬ ਦੀ ਆਮਦ ਅਤੇ ਇਸ ਨਾਲ ਜੱਟ ਵਰਗ ਦੀ ਆਰਥਿਕ ਦਸ਼ਾ ਤੇ ਰਾਜਸੀ ਤਾਕਤ ਵਿੱਚ ਹੋਏ ਚੌਖੇ ਵਾਧੇ ਨੇ ਪਿੰਡ ਦੀਆਂ ਹੋਰਨਾਂ ਜਾਤੀਆਂ ਦੇ ਮਨਾਂ ਅੰਦਰ ਕੁਝ ਅਣਜਾਣੇ ਭੈ ਅਤੇ ਤੌਖਲੇ ਪੈਦਾ ਕਰ ਦਿੱਤੇ। ਜੱਟ ਭਾਈਚਾਰੇ ਦੇ ਹੱਥ ਵਿੱਚ ਰਾਜਸੀ ਤਾਕਤ ਆਉਣ ਨਾਲ ਉਹਨਾਂ ਨੂੰ ਉਸ ਦੀ ਜਾਤ ਹੰਕਾਰੀ ਭਾਵਨਾ ਦੇ ਹੋਰ ਵੀ ਅਸਮਾਨੀ ਚੜ੍ਹ ਜਾਣ ਅਤੇ ਦੂਸਰੀਆਂ ਜਾਤਾਂ ਨਾਲ ਹੋਰ ਵੱਧ ਬਦਤਮੀਜ਼ੀ ਨਾਲ ਪੇਸ਼ ਆਉਣ ਦੇ ਡਰ ਅਤੇ ਸੰਸਿਆ ਨੇ ਦਬੋਚ ਲਿਆ। ਕਿਉਂਕਿ ਖੇਤਰ ਆਰਥਿਕ ਹੋਵੇ ਜਾਂ ਸਮਾਜੀ ਅਤੇ ਜਾਂ ਫਿਰ ਰਾਜਸੀ, ਜੱਟ ਵਰਗ ਹੋਰਨਾਂ ਜਾਤੀਆਂ ਨੂੰ ਸਹਿਭਾਗੀ ਬਣਾਉਣ ਦਾ ਕੌੜਾ ਅੱਕ ਕਤਈ ਤੌਰ ਤੇ ਨਹੀਂ ਚੱਬ ਸਕਦਾ। ਜਿਵੇਂ ਆਰਥਿਕ ਪੱਧਰ ਤੇ ਉਹ ਉਹਨਾਂ ਨੂੰ ਜ਼ਮੀਨ ਦੀ ਮਾਲਕੀ 'ਚ ਬਰਾਬਰ ਦੇ ਭਿਆਲ ਬਣਾਉਣ ਦੀ ਥਾਂ ਸੇਪੀ ਸੀਰੀ ਬਣਾ ਕੇ ਆਪਣੀ ਆਰਥਿਕ ਗੱਡੀ ਨੂੰ ਰੇੜੇ ਪਾਈ ਰੱਖਣ ਦੀ ਰੁਚੀ ਰੱਖਦਾ ਹੈ, ਉਵੇਂ ਹੀ ਉਹ ਉਹਨਾਂ ਨੂੰ ਸੱਤਾ ਦੇ ਢਾਂਚੇ ਅੰਦਰ ਬਰਾਬਰ ਦਾ ਹਿੱਸਾ ਤੇ ਰੁਤਬਾ ਦੇਣ ਦੀ ਥਾਂ ਕੁਝ ਕੁ ਅਹੁਦਿਆਂ ਤੇ ਪਦਵੀਆਂ ਦੀ ਵੱਡੀ ਦੇ ਕੇ ਵਰਚਾਉਣ ਦੀ ਧਾਰਨਾ ਪਾਲ ਕੇ ਚੱਲਦਾ ਹੈ। ਪਿੰਡ ਦੀਆਂ ਹੋਰਨਾਂ ਜਾਤੀਆਂ ਅੰਦਰ ਅਕਾਲੀ ਦਲ ਨੂੰ ਭਾਰੂ ਰੂਪ ਵਿੱਚ ਜੱਟ ਕਿਸਾਨਾਂ ਦੀ ਪਾਰਟੀ ਵਜੋਂ ਦੇਖਣ ਦੀ ਸੋਚ ਅਤੇ ਭਾਵਨਾ ਪਹਿਲਾਂ ਹੀ ਕਾਫੀ ਪ੍ਰਬਲ ਸੀ। ਸੰਤ ਫਤਿਹ ਸਿੰਘ ਦੁਆਰਾ ਮਾਸਟਰ ਤਾਰਾ ਸਿੰਘ ਨੂੰ ਲਾਂਭੇ ਕਰਕੇ ਅਕਾਲੀ ਦਲ ਅਤੇ ਰਾਜਨੀਤੀ ਉੱਤੇ ਆਪਣੀ ਚੌਧਰ ਜਮਾ ਲੈਣ ਅਤੇ ਇਸ ਤਰ੍ਹਾਂ ਅਕਾਲੀ ਦਲ ਦੇ ਇਤਿਹਾਸ ਅੰਦਰ ਪਹਿਲੀ ਵਾਰ ਸ਼ਹਿਰੀ ਮੱਧ ਵਰਗੀ ਸਿੱਖ ਤਬਕੇ ਨੂੰ ਅਕਾਲੀ ਰਾਜਨੀਤੀ ਅੰਦਰ ਪੂਰੀ ਤਰ੍ਹਾਂ ਨੁੱਕਰੇ ਲਾ ਕੇ ਇਸ ਉੱਤੇ ਜੱਟ ਕਿਸਾਨ ਵਰਗ ਦੀ ਮੁਕੰਮਲ ਸਰਦਾਰੀ ਸਥਾਪਿਤ ਹੋ ਜਾਣ ਨਾਲ ਪਿੰਡ ਦੀਆਂ ਹੋਰਨਾਂ ਜਾਤੀਆਂ ਅੰਦਰ ਇਹ ਅਹਿਸਾਸ ਹੋਰ ਵੀ ਮਜ਼ਬੂਤ ਹੋ ਉੱਠਿਆ।
ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਪੰਜਾਬ ਅੰਦਰ ਅਕਾਲੀ ਦਲ ਦੇ ਪ੍ਰਮੁੱਖ ਰਾਜਸੀ ਤਾਕਤ ਬਣ ਕੇ ਉੱਭਰ ਆਉਣ ਅਤੇ ਸੱਤਾ ਉੱਤੇ ਆਪਣਾ ਤਕੜਾ ਪ੍ਰਭਾਵ ਅਤੇ ਕੰਟਰੋਲ ਹਾਸਲ ਕਰ ਲੈਣ ਨਾਲ ਪਿੰਡ ਦੀਆਂ ਦੂਸਰੀਆਂ ਜਾਤੀਆਂ ਅੰਦਰ ਬਰਾਬਰ ਦੇ ਹੱਕਾਂ ਤੇ ਮੌਕਿਆਂ ਤੋਂ ਵੰਚਿਤ ਹੋ ਜਾਣ ਦੀ ਭਾਵਨਾ ਜ਼ੋਰ ਫੜ ਗਈ ਅਤੇ ਉਹਨਾਂ ਓਟ ਲਈ ਆਲਾ ਦੁਆਲਾ ਤੱਕਣਾ ਸ਼ੁਰੂ ਕਰ ਦਿੱਤਾ। ਜਦ ਕਿਸੇ ਨਿਤਾਣੇ ਵਰਗ ਨੂੰ ਇਤਿਹਾਸ ਅੰਦਰ ਕਿਸੇ ਜ਼ੋਰਾਵਰ ਧਿਰ ਦੁਆਰਾ ਦਰਕਿਨਾਰ ਕਰ ਦਿੱਤੇ ਜਾਣ ਦਾ ਡਰ ਅਤੇ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਹਮੇਸ਼ਾ ਹੀ ਜ਼ਰੂਰੀ ਨਹੀਂ ਹੁੰਦਾ ਕਿ ਉਹ ਆਪਣੀ ਰੱਖਿਆ ਲਈ ਰਾਜਸੀ ਤੌਰ ਤੇ ਜਥੇਬੰਦ ਹੋ ਕੇ ਜ਼ੋਰਾਵਰ ਧਿਰ ਨਾਲ ਸਿੱਧੀ ਟੱਕਰ ਲਈ ਤਿਆਰ ਹੋ ਜਾਵੇ। ਇਹ ਰਾਹ ਹਮੇਸ਼ਾ ਇੰਨਾ ਸਹਿਲ ਨਹੀਂ ਹੁੰਦਾ ਬਲਕਿ ਬਹੁਤ ਹੀ ਜੋਖਮ ਭਰਿਆ ਹੁੰਦਾ ਹੈ। ਇਸ ਦੀ ਤੁਲਨਾ ਵਿੱਚ ਅਜਿਹੀ ਸਥਿਤੀ ਵਿੱਚ ਘਿਰੇ ਵਰਗ ਲਈ ਸਵੈ ਰੱਖਿਆ ਦਾ ਇੱਕ ਵਧੇਰੇ ਸੁਰੱਖਿਅਤ ਅਤੇ ਵੱਧ ਕਾਰਗਰ ਢੰਗ ਇਹ ਹੁੰਦਾ ਹੈ ਕਿ ਉਹ ਆਪਣੇ ਵੱਖਰੇ ਅਧਿਆਤਮਕ ਰਹਿਬਰ ਸਿਰਜ ਲੈਂਦਾ ਹੈ ਅਤੇ ਉਹਨਾਂ ਦੀ ਓਟ ਤੱਕ ਲੈਂਦਾ ਹੈ। ਇਹ ਰਾਹ ਵੱਧ ਕਿਫਾਇਤੀ ਅਤੇ ਘੱਟ ਖਤਰਿਆਂ ਭਰਿਆ ਹੁੰਦਾ ਹੈ। 60ਵਿਆਂ 70ਵਿਆਂ ਵਿੱਚ ਪੰਜਾਬ ਅੰਦਰ ਜੱਟ ਕਿਸਾਨੀ ਦੀ ਚੜ੍ਹਤ ਤੋਂ ਧਰਪਕੇ ਕਮਜ਼ੋਰ ਪੇਂਡੂ ਵਰਗਾਂ ਅਤੇ ਪੰਜਾਬੀ ਸਮਾਜ ਦੀਆਂ ਹੋਰਨਾਂ ਪਛੜੀਆਂ ਸਮਝੀਆਂ ਜਾਂਦੀਆਂ ਜਾਤੀਆਂ ਅੰਦਰ ਇਹ ਵਰਤਾਰਾ ਜ਼ੋਰਦਾਰ ਰੂਪ ਵਿੱਚ ਪ੍ਰਗਟ ਹੋਇਆ। ਸਿੱਖ ਸਮਾਜ ਅੰਦਰਲੇ ਦੱਬੇ ਕੁਚਲੇ ਤੇ ਪਛੜੇ ਸਮਝੇ ਜਾਂਦੇ ਵਰਗਾਂ ਨੇ ਸਿੱਖ ਧਰਮ ਨਾਲੋਂ ਖੁੱਲ੍ਹੇ ਰੂਪ ਵਿੱਚ ਨਾਤਾ ਤੋੜਨ ਦੀ ਜਗ੍ਹਾ ਆਪਣੀਆਂ ਵੱਖਰੀਆਂ ਅਧਿਆਤਮਕ ਸ਼ਰਨਗਾਹਾਂ ਤਲਾਸ਼ ਸਿਰਜ ਲਈਆਂ। ਕੁਝ ਰਾਧਾ ਸੁਆਮੀ ਬਣ ਗਏ, ਕੁਝ ਨੇ ਸਰਸਾ ਦੇ ਸੱਚੇ ਸੌਦੇ ਦਾ ਆਸਰਾ ਤੱਕ ਲਿਆ, ਕੁਝ ਡੇਰਾ ਬਾਬਾ ਵਡਭਾਗ ਸਿੰਘ ਦੇ ਮੁਰੀਦ ਬਣ ਗਏ, ਕੁਝ ਨਿਰੰਕਾਰੀਆਂ ਦੇ ਭਰਮ ਜਾਲ ਵਿੱਚ ਫਸ ਗਏ ਅਤੇ ਕੁਝ ਨਾਮਧਾਰੀਆਂ ਦੇ ਲੜ ਜਾ ਲੱਗੇ। ਬਾਕੀ ਦੇ ਸਥਾਨਕ ਪੱਧਰਾਂ ਤੇ ਆਪਣਾ ਟਮਟਮਾ ਚਲਾ ਰਹੇ ਛੋਟੇ-ਮੋਟੇ ਬਾਬਿਆਂ ਦੇ ਚਰਨੀ ਜਾ ਲੱਗੇ। ਸਿੱਖੀ ਦੇ ਦ੍ਰਿਸ਼ਟੀਕੋਣ ਤੋਂ ਇਹ ਵਰਤਾਰਾ ਸਿੱਖ ਧਰਮ ਨੂੰ ਵੱਡੀ ਢਾਹ ਲਾਉਣ ਦਾ ਸਾਧਨ ਬਣਿਆ ਤੇ ਬਣ ਰਿਹਾ ਹੈ, ਕਿਉਂਕਿ ਸਿੱਖ ਧਰਮ ਦੀ ਮੁੱਖ ਧਾਰਾ ਨਾਲੋਂ ਹਟ ਕੇ ਗੁਰਮਤ ਵਿਚਾਰਧਾਰਾ ਦੇ ਨਿਖੇਧ ਵਿੱਚ ਉੱਭਰ ਪਸਰ ਰਹੀਆਂ ਇਹ ਸੰਪਰਦਾਵਾਂ ਨਾ ਸਿਰਫ ਸਿੱਖ ਸਮਾਜ ਦੀ ਏਕਤਾ ਨੂੰ ਫਿਰਕੇਦਾਰੀ ਦੀਆਂ ਵੰਡਾਂ ਨਾਲ ਲੀਰੋ-ਲੀਰ ਕਰ ਰਹੀਆਂ ਹਨ, ਸਗੋਂ ਅਲੱਗ-ਅਲੱਗ ਪੱਧਰ ਤੇ ਅਲੱਗ-ਅਲੱਗ ਰੂਪਾਂ ਵਿੱਚ ਅਤੇ ਅਲੱਗ-ਅਲੱਗ ਮਾਤਰਾ ਵਿੱਚ ਸਿੱਖ ਵਿਚਾਰਧਾਰਾ ਦੀ ਨਿਰਮਲਤਾ ਤੇ ਪਾਕੀਜ਼ਗੀ ਨੂੰ ਵੀ ਪਲੀਤ ਕਰ ਰਹੀਆਂ ਹਨ। ਜੇਕਰ ਇਸ ਮਸਲੇ 'ਚ ਅਸਲੀ ਦੋਸ਼ੀਆਂ ਦਾ ਖੁਰਾ ਨੱਪਿਆ ਜਾਵੇ ਤਾਂ ਇਹ ਸਿੱਧਾ ਅਕਾਲੀ ਆਗੂਆਂ ਦੇ ਘਰੀ ਜਾ ਅੱਪੜਦਾ ਹੈ। ਅਕਾਲੀ ਆਗੂਆਂ ਨੇ ਇਸ ਵਰਤਾਰੇ ਨੂੰ ਦੋ ਪਾਸਿਆਂ ਤੋਂ ਉਗਾਸਾ ਦਿੱਤਾ। ਇੱਕ, ਸਿੱਖ ਸਮਾਜ ਅੰਦਰਲੇ ਗੈਰ ਜੱਟ ਅਤੇ ਕਮਜ਼ੋਰ ਵਰਗਾਂ ਨੂੰ ਸੱਤਾ ਦੇ ਢਾਂਚੇ 'ਚੋਂ ਬਾਹਰ ਕੱਢ ਕੇ ਉਹਨਾਂ ਨੂੰ ਇਸ ਰਾਹ ਵੱਲ ਧੱਕਾ ਦੇ ਦਿੱਤਾ। ਦੂਜਾ, ਆਪਣੀ ਚੋਣ ਰਾਜਨੀਤੀ ਦੀਆਂ ਗਰਜ਼ਾਂ ਅਨੁਸਾਰ ਇਹਨਾਂ ਗੁਰਮਤ ਵਿਰੋਧੀ ਡੇਰਿਆਂ ਤੇ ਸੰਪਰਦਾਵਾਂ ਨਾਲ ਉਹਨਾਂ ਨਾ ਸਿਰਫ ਸਿਧਾਂਤਕ ਪੱਧਰ ਤੇ ਸਮਝੌਤਾ ਕਰ ਲੈਣ ਦੀ ਕਰੂਚੀਆਂ ਪ੍ਰਗਟਾਈਆਂ, ਸਗੋਂ ਉਹਨਾਂ ਨਾਲ ਗੁੱਝੇ ਅਤੇ ਕਈ ਮਾਮਲਿਆਂ 'ਚ ਨੰਗੇ ਸਬੰਧ ਬਣਾਉਣ ਦੀ ਨੰਗੀ ਮੌਕਾ ਪ੍ਰਸਤੀ ਵੀ ਦਿਖਾਈ। ਵੈਸੇ ਵੀ ਅਕਾਲੀ ਦਲ ਦੀ ਪੇਂਡੂ ਲੀਡਰਸ਼ਿਪ ਦੇ ਵਹਿਮਾਂ ਭਰਮਾਂ ਵਿੱਚ ਅੰਨਾ ਯਕੀਨ ਪਾਲਣ ਅਤੇ ਸਾਦਾ ਸੰਤਾਂ ਅੱਗੇ ਨੱਕ ਰਗੜਨ ਵਰਗੇ ਗੁਰਮਤ ਦੋਖੀ ਅਮਲਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਪੇਂਡੂ ਸੱਭਿਆਚਾਰ ਦੇ ਖੁਦ ਗਹਿਰੇ ਅਸਰ ਹੇਠ ਹੋਣ ਕਰਕੇ ਪਿਛਲੇ ਸਮੇਂ ਦੌਰਾਨ ਆਮ ਰੂਪ ਵਿੱਚ ਹੀ ਡੇਰਾ ਸੱਭਿਆਚਾਰ ਵੱਧ ਪ੍ਰਫੁੱਲਤ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਰੋਜ਼ਮर्रा ਦੀ ਜ਼ਿੰਦਗੀ ਤੋਂ ਲੈ ਕੇ ਧਾਰਮਿਕ ਤੇ ਰਾਜਸੀ ਖੇਤਰ ਤੱਕ ਹਰ ਜਗ੍ਹਾ ਸੰਤਾਂ ਬਾਬਿਆਂ ਦਾ ਬਹੁਤ ਹੀ ਉੱਭਰਵਾਂ ਰੋਲ ਅਤੇ ਦਬਦਬਾ ਦੇਖਣ ਨੂੰ ਮਿਲ ਰਿਹਾ ਹੈ। ਜਿੰਨਾ ਚਿਰ ਅਕਾਲੀ ਦਲ ਦੀ ਲੀਡਰਸ਼ਿਪ ਸ਼ਹਿਰੀ ਮੱਧ ਵਰਗੀ ਤੱਤਾਂ ਦੇ ਹੱਥ ਵਿੱਚ ਰਹੀ, ਉਨਾ ਚਿਰ ਇਹਨਾਂ ਰੁਝਾਨਾਂ ਅਤੇ ਅਮਲਾਂ ਨੇ ਦਬਵਾਂ ਰੂਪ ਅਖਤਿਆਰ ਕਰੀ ਰੱਖਿਆ। ਸਿੱਖ ਧਰਮ ਅੰਦਰ ਡੇਰੇਦਾਰਾਂ ਤੇ ਡੇਰਾ ਸੱਭਿਆਚਾਰ ਨੂੰ ਇੰਨੀ ਖੁੱਲ੍ਹੀ ਮਾਨਤਾ ਪੇਂਡੂ ਜੱਟ ਲੀਡਰਸ਼ਿਪ ਦੇ ਰਾਜ ਅੰਦਰ ਹੀ ਹਾਸਲ ਹੋਈ ਹੈ। ਅਜਿਹੇ ਲੜਾਕੂ ਤੇ ਸ਼ਖਸੀਅਤ ਪ੍ਰਸਤ ਕਬੀਲਿਆਂ ਦਾ ਇਹ ਖਾਸ ਲੱਛਣ ਹੈ ਕਿ ਉਹ ਬਾਹਰੀ ਖਤਰੇ ਦੇ ਖਿਲਾਫ ਇਕੱਠੇ ਹੋ ਕੇ ਲੜਦੇ ਹਨ, ਪਰ ਜਦ ਇਹ ਖਤਰਾ ਟਲ ਜਾਵੇ ਜਾਂ ਅਲੋਪ ਹੋ ਜਾਵੇ ਤਾਂ ਆਪਸ ਵਿੱਚ ਖੈਬੜ ਪੈਂਦੇ ਹਨ। ਬਾਹਰੀ ਖਤਰੇ ਖਿਲਾਫ ਕੱਲਾ-ਕੱਲਾ 1.25 ਲੱਖ ਨਾਲ ਲੜ ਸਕਦਾ ਹੈ, ਪਰ ਬਾਅਦ ਵਿੱਚ ਆਪਸ ਵਿੱਚ ਉਲਝ ਪੈਂਦੇ ਹਨ। ਖਾਨਾ ਬਦੋਸ਼ ਜੀਵਨ ਅੰਦਰ ਕਦੇ ਸਵੈ ਰੱਖਿਆ ਲਈ ਅਤੇ ਕਦੇ ਲੋੜ ਪੂਰਤੀ ਲਈ ਲੜਨਾ ਉਹਨਾਂ ਦੀ ਲੋੜ ਬਣੀ ਰਹਿੰਦੀ ਸੀ। ਹੌਲੀ-ਹੌਲੀ ਇਹ ਉਹਨਾਂ ਦੀ ਆਦਤ ਬਣ ਗਈ। ਬਿਨਾਂ ਜ਼ਿਆਦਾ ਸੋਚੇ ਵਿਚਾਰੇ ਅਤੇ ਸਿੱਟਿਆਂ ਤੋਂ ਬੇਪਰਵਾਹ ਲੜਾਈ ਵਿੱਚ ਕੁੱਦ ਪੈਣਾ ਉਹਨਾਂ ਦੇ ਸੁਭਾਅ ਦਾ ਆਮ ਲੱਛਣ ਬਣ ਜਾਂਦਾ ਹੈ। ਇਸ ਲੱਛਣ ਨੂੰ ਘੜਨ ਤਰਾਸ਼ਣ ਵਿੱਚ ਇਤਿਹਾਸਕ ਹਾਲਤਾਂ ਦਾ ਵੱਡਾ ਭਾਰੀ ਰੋਲ ਹੈ। ਬਰਬਰਤਾ ਦੇ ਯੁੱਗ ਅੰਦਰ ਉਸਨੂੰ ਨਿਰੰਤਰ ਵੱਡੀਆਂ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਹ ਆਫਤਾਂ ਬੂਹੇ ਉੱਤੇ ਦਸਤਕ ਦੇ ਕੇ ਨਹੀਂ ਸਨ ਆਉਂਦੀਆਂ, ਸੁੱਤਿਆਂ ਪਿਆਂ ਨੂੰ ਦਬੋਚ ਲੈਂਦੀਆਂ ਸਨ। ਉਹਨਾਂ ਨੂੰ ਬਾਹਰੀ ਹਮਲਿਆਂ, ਤਾੜਵੀਆਂ ਅਤੇ ਲੁਟੇਰੇ ਗਰੋਹਾਂ ਵਿਰੁੱਧ ਅਚਨਚੇਤ ਲੜਨਾ ਪੈਂਦਾ ਰਿਹਾ। ਉਹਨਾਂ ਨੂੰ ਲੜਨ ਤੋਂ ਪਹਿਲਾਂ ਲੜਾਈ ਬਾਰੇ ਸੋਚ ਵਿਚਾਰ ਕਰਨ ਦਾ ਵਕਤ ਹੀ ਨਹੀਂ ਸੀ ਜੁੜਦਾ।
इस करके हौली हौली लंबे इतिहासक अमल अंदर उन्हां दी सोचण दी आदत ही जांदी रही अते यह रुचि इस कदर पक्की हो गई कि उन्हां नूं सोचण दी लोड़ महसूस होणों ही हट गई। इतिहास अंदर युगां दा पैंडा तय कर लैण तो बाद भी इन्हां कबीलियां दे सुभाਅ ते विहार उत्ते इस रुचि दा गूढ़ा असर मौजूद है। पंजाब दे जट किसान ने अपना यह विरसा खास तौर ते संभालिया होया है अते अजोकी अकाली राजनीति चों इसकी गूढ़ी भाव परतख नज़र आउंदी है। इतिहास अंदर तजर्बे चों इस गल की वार वार पुष्टि हुई है कि सिख विचारधारा ही सी जिसने जट किसान के सुभाਅ ते आचरण उत्ते इनकलाबी पुठ चाढ़ी सी। इस विचारधारा तो सखना जट किरदार अपने हांदरू लक्षण गुआ के नावाची हो निबड़दा है। 18वीं सदी च भी जट किसानां दे जिन्हां हिस्सिਆਂ ने सिख लहर की मूल आत्मा नूं ग्रहण नहीं सी कीता, उन्हां ने लहर अंदर शामिल हो के नावाची अमलों ते रुझानां नूं तकड़ाई बख्शी। जिस वर्ग ने सिक्खी की हकीकी स्पिरिट ते जज्बे नूं धुर दिलों अपनाया ते ग्रहण किया सी, उसने पाक ते बुलंद इखलाक दे ओह जलवे दिखाए कि काजी नूर मुहम्मद वर्गे कट्टड़ दुश्मन भी प्रभावित ते अचंभित होणों ना रह सके। सो समुचे इतिहासक तजर्बे चों यह गल प्रगट होंदी है कि पंजाब दा जट किसान जद सिक्खी दे जज्बे नूं ग्रहण कर लैंदा है तां ओह शुद्ध सोना बन जाता है अते जद ओह इस जज्बे तो विरवा हो जाता है तां ओह पित्तल दे मुੱਲ दा भी नहीं रहिंदा। बतौर निरा जट ओह जाहल ते जात अभिमानी हो निबड़दा है। इस संबंधी मरहूम प्रोफैसर किशन सिंह का यह निर्णय बहुत ही टिकाणे का है कि पंजाब के जट किसान के किरदार अंदर एक वड्डा विरोधाभास है। इस विच जिथे गुरु गोबिंद सिंह महाराज वास्ते इन्नी डूंगी वफादारी है, उत्थे जटपुणे का जज्बा भी बहुत गहरा है। जटपुणे के जज्बे के दो पहलू हैं। एक यह इस नूं कीर होणों बचाउंदा है, इस पक्षों गुणकारी है। दूजा यह दीर्घ रोग है। जटपुणे का यह जज्बा है इन्ना परबल ते हड्डी रचिया होया कि सवाए सिक्खी तो सवाए गुरु साहिब के जज्बे तो इस जटपुणे उत्ते होर कोई जज्बा गलबा नहीं पा सकता। दूजी गल, जेकर जट किसान राजसी तौर पर चेतन नहीं, निशानियां बारे स्पष्ट ते दृढ़ चित नहीं, तो वह किसी भी राजसी ताकत नाल निर्वाह कर सकता है, उसका हथ ठोका बन सकता है, बशर्ते कि उसके आर्थिक हितां नूं आंच ना आवे। जेकर कोई हुक्मरान ताकत उसके आर्थिक हितां नूं सੱਟ ना मारे अते उसकी सीमित जहे दायरे वाल आज़ादी च दखल ना देवे तां ओह उस नाल आराम नाल निर्वाह कर सकता है। यह गल बरतानवी राज वेले भी प्रगट हुई अते अजोके समय भी सामने आ रही है। राजसी चेतना तो कोरा जट किसी भी राज शक्ति का बहादुर जवान बन के अपना ते होरना का ना सिर्फ अजाई सगों निहक्का लहू डोल सकता है अते इस उत्ते उजड़ किस्म का गरूर कर सकता है। असल विच जिसनों प्रोफैसर किशन सिंह ने जटपुणे का नाम दिता है, वह आदर्शक प्रेरणा तो खाली दलेरी ते लड़ाकूपुणा है, जो कि बगैर साधिया होया कबायली पद्धर का जज्बा है। सिख लहर के रूप में कबायली पद्धर तो उचेरे समाजिक निशानियां लई जद्दोजहद ने जट किसान के चरित्र नूं नवां रूप चाढ़िया। इतिहास अंदर भी अते अजोके समय च भी जिथे यह निशाने गायब हो गए, उत्थे उसका विहार मुड़ कबायली पद्धर ते आ डिग्या। जेकर उसनूं किसी इनकलाबी आदर्श की सचमुच पकड़ हो जाए, वह सिक्खी के स्पिरिट नूं हकीकी रूप च ग्रहण कर लवे तां वह बहुत दुश्वार हालतां विच भी इरादे की अडोलता प्रगटा सकदा अते सिदक दे नवें कीर्तिमान स्थापित कर सकता है। सालां बद्धी बल्कि दहाकियां बद्धी अत दर्जे दीआं मुसीबतां ते तसीहे झल्लण दे बावजूद बिना डोले बिना झुके बिना रुके अपने निशाने वाल अडोल वध सकता है। ना उम्मीदी की हालत विच भी कुर्बानी ते बहादरी दे बेजोड़ जलवे दिखा सकता है, पर जद उस अंदर आदर्श का जज्बा कमज़ोर हो जाए तां उस अंदर खुद प्रस्ती बेदिली ते आत्म समर्पण करन दीआं रुचियां सिर चुक लैंदियां हन अते ओह सस्ते भाव कई वार तां मुफ्तों मुफ्ती ही विकण लई तैयार हो जाता है। अजोके सरमाएदारां युग ने उसकी शख्सियत प्रस्ती अते खुदगर्जी उत्ते नवां जोबन चाड़ दिता है अते इनकलाबी आदर्श तो सखना जट किसान एक कमाऊ पर लालसावान जीव बन के रह गया है। यह अंश अजोकी अकाली राजनीति की दिशा अते नुहार उत्ते अपना गहरा प्रभाव प्रगटा रहा है।
ਸੋ ਜੇਕਰ ਪੰਜਾਬ ਅੰਦਰ 5 ਸਾਲਾਂ 'ਚ 2 ਵਾਰ ਆਪਣੀ ਹਕੂਮਤ ਬਣਾਉਣ 'ਚ ਸਫਲ ਹੋਣ ਤੋਂ ਬਾਅਦ ਅਕਾਲੀ ਦਲ ਦੁਆਰਾ 1972 ਦੀਆਂ ਚੋਣਾਂ ਅੰਦਰ ਗੈਰ ਜੱਟ ਵਰਗਾਂ ਦੀ ਹਮਾਇਤ ਤੇ ਹਮਦਰਦੀ ਨੂੰ ਬੁਰੀ ਤਰ੍ਹਾਂ ਗਵਾ ਬੈਠਣ ਅਤੇ ਗਿਆਨੀ ਜੈਲ ਸਿੰਘ ਦੇ ਇੱਕ ਪ੍ਰਭਾਵਸ਼ਾਲੀ ਲੋਕ ਆਗੂ ਵਜੋਂ ਉੱਭਰ ਆਉਣ ਦੇ ਘਟਨਾਕ੍ਰਮ ਨੂੰ ਉੱਪਰ ਬਿਆਨੇ ਚੌਖਟੇ ਵਿੱਚ ਰੱਖ ਕੇ ਦੇਖਿਆ ਜਾਵੇ ਤਾਂ ਇਸ ਦੇ ਸਾਰੇ ਰਹੱਸ ਉਜਾਗਰ ਹੋ ਜਾਂਦੇ ਹਨ। ਗਿਆਨੀ ਜੈਲ ਸਿੰਘ ਨੇ ਸੱਤਾ ਸੰਭਾਲਦਿਆਂ ਹੀ ਪੰਜਾਬ ਦੇ ਗੈਰ ਜੱਟ ਸਮਾਜੀ ਵਰਗਾਂ ਅੰਦਰ ਆਪਣਾ ਅਤੇ ਕਾਂਗਰਸ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਅਤੇ ਅਕਾਲੀ ਆਗੂਆਂ ਦੀ ਤਾਕਤ ਨੂੰ ਖੋਰਾ ਪਾਉਣ ਦੀ ਦਿਸ਼ਾ ਵੱਲ ਕਈ ਕਾਰਗਰ ਕਦਮ ਉਠਾਏ। ਅਕਾਲੀ ਸਰਕਾਰਾਂ ਦੀ ਤਰਜ਼ ਤੇ ਉਸਨੇ ਆਪਣਾ 12 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ, ਜਿਸ ਵਿੱਚ ਦਲਿਤ ਵਰਗ ਨੂੰ ਵੱਡੀਆਂ ਰਾਹਤਾਂ ਦੇਣ, ਵੱਡੇ ਜ਼ਿਮੀਂਦਾਰਾਂ ਦੁਆਰਾ ਹੱਦਬੰਦੀ ਤੋਂ ਵੱਧ ਸੰਭਾਲ ਰੱਖੀਆਂ ਜ਼ਮੀਨਾਂ ਨੂੰ ਸਰਕਾਰੀ ਮਾਲਕੀ ਹੇਠਲੀਆਂ ਜ਼ਮੀਨਾਂ ਸਮੇਤ ਬੇਜ਼ਮੀਨੇ ਵਰਗਾਂ ਅੰਦਰ ਵੰਡ ਦੇਣ, ਗਰੀਬ ਵਰਗਾਂ ਲਈ ਨੌਕਰੀਆਂ ਦੇ ਵਿਸ਼ੇਸ਼ ਮੌਕੇ ਪੈਦਾ ਕਰਨ, ਮੁਜਾਰਾ ਕਾਨੂੰਨਾਂ ਨੂੰ ਕਰੜਾਈ ਨਾਲ ਲਾਗੂ ਕਰਨ ਵਾਸਤੇ ਇਹਨਾਂ ਵਿਚਲੀਆਂ ਚੋਰ ਮੋਰੀਆਂ ਨੂੰ ਮੋਂਦੇ ਲਾਉਣ ਅਤੇ ਜ਼ਮੀਨ ਦੀ ਹੱਦਬੰਦੀ ਲਈ ਪਰਿਵਾਰ ਨੂੰ ਇਕਾਈ ਮੰਨਣ, ਟਰਾਂਸਪੋਰਟ ਦੇ ਕੌਮੀਕਰਨ ਲਈ ਢੁਕਵੇਂ ਕਦਮ ਚੁੱਕਣ ਆਦਿ ਕਾਰਜਾਂ ਨੂੰ ਉਚੇਚੀ ਅਹਿਮੀਅਤ ਦਿੱਤੀ ਗਈ। ਗਿਆਨੀ ਜੈਲ ਸਿੰਘ ਨੇ ਜ਼ਮੀਨੀ ਹੱਦਬੰਦੀ ਬਾਰੇ ਕੇਂਦਰ ਸਰਕਾਰ ਦੀਆਂ ਕਾਰਜ ਸੇਧਾਂ ਅਨੁਸਾਰ ਪੰਜਾਬ ਅੰਦਰ ਜ਼ਮੀਨ ਮਾਲਕੀ ਦੀ ਸੀਮਾ 30 ਏਕੜ ਤੋਂ ਘਟਾ ਕੇ ਜ਼ਮੀਨ ਦੀਆਂ ਅਲੱਗ ਕਿਸਮਾਂ ਵਾਸਤੇ ਅੱਡ-ਅੱਡ ਸੀਮਾ ਨਿਰਧਾਰਿਤ ਕਰਨ ਬਾਰੇ ਕਾਨੂੰਨ ਪਾਸ ਕਰ ਦਿੱਤਾ। ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਸਨਮਾਨ ਵਿੱਚ ਕਈ ਕਿਸਮ ਦੇ ਕਦਮ ਚੁੱਕੇ ਗਏ। ਸ਼ਹੀਦ ਭਗਤ ਸਿੰਘ ਦੀ ਬਿਰਧ ਮਾਤਾ ਨੂੰ ਪੰਜਾਬ ਮਾਤਾ ਦੀ ਉਪਾਧੀ ਤੇ 1000 ਰੁਪਏ ਮਹੀਨਾ ਪੈਨਸ਼ਨ ਨਾਲ ਨਵਾਜਿਆ ਗਿਆ। ਅਨੰਦਪੁਰ ਸਾਹਿਬ ਤੋਂ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ 640 ਕਿਲੋਮੀਟਰ ਲੰਮਾ ਗੁਰੂ ਗੋਬਿੰਦ ਸਿੰਘ ਮਾਰਗ ਮੁਕੰਮਲ ਕਰਕੇ 1973 ਦੀ ਵਿਸਾਖੀ ਤੇ ਸਰਕਾਰੀ ਪੱਧਰ ਤੇ ਉਸ ਮਾਰਗ ਉੱਤੇ ਪ੍ਰਭਾਵਸ਼ਾਲੀ ਜਲੂਸ ਕੱਢਿਆ ਗਿਆ, ਜਿਸ ਵਿੱਚ ਮਜਬੂਰੀ ਵਸ ਅਕਾਲੀ ਆਗੂਆਂ ਨੂੰ ਵੀ ਸ਼ਿਰਕਤ ਕਰਨੀ ਪਈ। 1976 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾਂ ਸ਼ਹੀਦੀ ਦਿਹਾੜੇ ਮੌਕੇ ਵੱਡੇ ਨੁਮਾਇਸ਼ੀ ਸਰਕਾਰੀ ਪ੍ਰੋਗਰਾਮ ਰਚੇ ਗਏ। 1977 ਵਿੱਚ ਅੰਮ੍ਰਿਤਸਰ ਦਾ 400 ਸਾਲਾ ਸਥਾਪਨ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਪਿੰਡਾਂ ਤੇ ਸ਼ਹਿਰਾਂ ਅੰਦਰ ਗਰੀਬ ਵਰਗਾਂ ਦੀ ਸਹੂਲਤ ਲਈ ਵਿਕਾਸ ਕਾਰਜਾਂ ਵੱਲ ਉਚੇਚਾ ਧਿਆਨ ਦਿੱਤਾ ਗਿਆ। ਆਮ ਸੂਝ ਦੇ ਮੁਤਾਬਕ ਉਪਰੋਕਤ ਕਦਮਾਂ ਨਾਲ ਗਿਆਨੀ ਜੈਲ ਸਿੰਘ ਦੀ ਸਿੱਖਾਂ ਸਮੇਤ ਆਮ ਜਨਤਾ ਅੰਦਰ, ਖਾਸ ਕਰਕੇ ਪੰਜਾਬ ਦੇ ਗੈਰ ਜੱਟ ਅਤੇ ਗੈਰ ਕਾਸ਼ਤਕਾਰ ਵਰਗਾਂ ਅੰਦਰ ਚੰਗੀ ਪੈਂਠ ਬਣ ਜਾਣੀ ਚਾਹੀਦੀ ਸੀ। ਨਿਰਪੱਖ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਆਰੰਭਕ ਦੌਰ ਅੰਦਰ ਉਹ ਪੰਜਾਬ ਦੇ ਲੋਕਾਂ ਅੰਦਰ ਸਵੱਛ ਅਤੇ ਨਿਆਂਕਾਰੀ ਰਾਜ ਪ੍ਰਬੰਧ ਬਾਰੇ ਆਸ਼ਾ ਭਰੀਆਂ ਉਮੀਦਾਂ ਜਗਾਉਣ ਵਿੱਚ ਕਾਫੀ ਸਫਲ ਹੋ ਨਿਬੜਿਆ ਸੀ। 1972 ਵਿੱਚ ਹੀ ਸੰਤ ਫਤਿਹ ਸਿੰਘ ਤੇ ਸੰਤ ਚੰਨਨ ਸਿੰਘ ਦੀ ਮੌਤ ਸਦਕਾ ਅਕਾਲੀ ਦਲ ਅੰਦਰ ਪੈਦਾ ਹੋਇਆ ਲੀਡਰਸ਼ਿਪ ਦਾ ਖੱਪਾ ਗਿਆਨੀ ਜੈਲ ਸਿੰਘ ਲਈ ਅਕਾਲੀ ਦਲ ਨੂੰ ਭਾਂਜ ਦੇਣ ਵਿੱਚ ਹੋਰ ਵੱਧ ਸਹਾਈ ਹੋ ਸਕਦਾ ਸੀ, ਪਰ ਕੁਝ ਬਾਹਰਮੁਖੀ ਤੇ ਕੁਝ ਅੰਤਰਮੁਖੀ ਕਾਰਨਾਂ ਕਰਕੇ ਗਿਆਨੀ ਜੈਲ ਸਿੰਘ ਦਾ ਪੰਜਾਬ ਦੇ ਹਰ ਦਿਲ ਅਜੀਜ਼ ਆਗੂ ਬਣ ਕੇ ਉਭਰਨ ਦਾ ਚਾਅ ਤੇ ਸੁਪਨਾ ਨਾ ਸਿਰਫ ਪੂਰਾ ਨਹੀਂ ਹੋ ਸਕਿਆ, ਸਗੋਂ ਇਹ ਬੁਰੀ ਮੌਤ ਮਰ ਕੇ ਰਹਿ ਗਿਆ। 60ਵਿਆਂ ਦੇ ਦੂਜੇ ਅੱਧ ਵਿੱਚ ਜਿਸ ਹਰੇ ਇਨਕਲਾਬ ਨੇ ਪੰਜਾਬ ਦੀ ਕਿਸਾਨੀ ਦੇ ਵਾਰੇ ਨਿਆਰੇ ਕਰ ਦਿੱਤੇ ਸਨ, 70ਵਿਆਂ 'ਚ ਆ ਕੇ ਇਹ ਦਮੋਂ ਨਿਕਲਿਆ ਮਹਿਸੂਸ ਹੋਣ ਲੱਗਾ। ਖੇਤੀ ਲਈ ਲੋੜੀਂਦੀਆਂ ਵਸਤਾਂ ਜਿਵੇਂ ਰੇਹ, ਤੇਲ, ਕੀੜੇਮਾਰ ਤੇ ਨਦੀਨ ਨਾਸ਼ਕ ਦਵਾਈਆਂ, ਮਸ਼ੀਨਰੀ ਆਦਿ ਦੀਆਂ ਕੀਮਤਾਂ 'ਚ ਖਰਗੋਸ਼ ਚਾਲ ਵਾਧੇ ਦੀ ਤੁਲਨਾ ਵਿੱਚ ਖੇਤੀ ਜਿਨਸਾਂ ਦੀਆਂ ਕੀਮਤਾਂ 'ਚ ਕੱਛੂ ਚਾਲ ਵਾਧੇ ਦਾ ਸਿੱਟਾ ਇਹ ਨਿਕਲਿਆ ਕਿ ਕਿਸਾਨ ਦੀ ਕਮਾਈ ਉਸ ਦੀ ਮੁੱਠੀ 'ਚੋਂ ਕੱਕੇ ਰੇਤੇ ਵਾਂਗੂ ਕਿਰਨ ਲੱਗੀ। 1973-74 ਵਿੱਚ ਕੁਝ ਕੌਮਾਂਤਰੀ ਕਾਰਨਾਂ ਤੇ ਕੁਝ ਭਾਰਤ ਸਰਕਾਰ ਦੀ ਗਲਤ ਯੋਜਨਾਬੰਦੀ ਦੇ ਨਤੀਜੇ ਵਜੋਂ ਤੇਲ ਅਤੇ ਰੇਹ ਦੀ ਕਿੱਲਤ ਹੋ ਗਈ ਅਤੇ ਇਸ ਦੀ ਜ਼ਖੀਰੇਬਾਜ਼ੀ ਹੋਣ ਲੱਗੀ, ਜਿਸ ਨਾਲ ਕਿਸਾਨੀ ਅੰਦਰ ਵਿਆਪਕ ਪੱਧਰ ਤੇ ਰੋਹ ਤੇ ਬੇਚੈਨੀ ਪਸਰਨ ਲੱਗ ਪਈ। ਪੰਜਾਬ ਅੰਦਰ ਇੱਕ ਗੈਰ ਕਾਸ਼ਤਕਾਰ ਤੇ ਗੈਰ ਜੱਟ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਰਾਜਮਾਨ ਹੋਣ ਦੀ ਹਕੀਕਤ ਨੂੰ ਜੱਟ ਕਾਸ਼ਤਕਾਰ ਵਰਗ ਨੇ ਪਹਿਲਾਂ ਹੀ ਮਨੋ ਕਬੂਲ ਨਹੀਂ ਸੀ ਕੀਤਾ ਹੋਇਆ। ਉੱਤੋਂ ਉਸ ਲਈ ਪੈਦਾ ਹੋਈਆਂ ਦੁਸ਼ਵਾਰੀਆਂ ਨੇ ਉਹਨਾਂ ਦੀ ਸੁਲਗ ਰਹੀ ਔਖ ਤੇ ਨਾਰਾਜ਼ਗੀ ਨੂੰ ਅਜਿਹਾ ਝੋਕਾ ਦੇ ਦਿੱਤਾ ਕਿ ਕਿਸਾਨ ਭਾਈਚਾਰੇ ਅੰਦਰ ਭਾਰਤ ਦੇ ਕਾਂਗਰਸੀ ਹਾਕਮਾਂ ਵਿਰੁੱਧ ਆਮ ਕਰਕੇ ਅਤੇ ਗਿਆਨੀ ਜੈਲ ਸਿੰਘ ਖਿਲਾਫ ਖਾਸ ਕਰਕੇ ਵਿਆਪਕ ਰੋਹ ਦੀ ਅੱਗ ਭੜਕ ਉੱਠੀ। 5 ਅਤੇ 7 ਅਕਤੂਬਰ 1972 ਨੂੰ ਮੋਗੇ ਵਿਖੇ ਇੱਕ ਸਿਨੇਮੇ ਦੇ ਮਾਲਕਾਂ ਵੱਲੋਂ ਟਿਕਟਾਂ ਦੀ ਬਲੈਕ ਵਿਰੁੱਧ ਰੋਸ ਪ੍ਰਗਟਾਉਂਦੇ ਵਿਦਿਆਰਥੀਆਂ ਉੱਤੇ ਪੁਲਿਸ ਗੋਲੀਬਾਰੀ ਦੀ ਵਹਿਸ਼ੀ ਵਾਰਦਾਤ, ਜਿਸ ਵਿੱਚ ਅੱਧੀ ਦਰਜਨ ਤੋਂ ਵੱਧ ਨੌਜਵਾਨ ਹਲਾਕ ਕਰ ਦਿੱਤੇ ਗਏ ਸਨ, ਨੇ ਪੰਜਾਬ ਭਰ ਦੇ ਵਿਦਿਆਰਥੀਆਂ ਅੰਦਰ ਇੰਨਾ ਤਿੱਖਾ ਰੋਹ ਭੜਕਾ ਦਿੱਤਾ ਕਿ ਸਮੁੱਚਾ ਪੰਜਾਬ ਲਗਾਤਾਰ ਕਈ ਹਫ਼ਤਿਆਂ ਤੱਕ ਸਰਕਾਰ ਵਿਰੋਧੀ ਹਿੰਸਕ ਦਿਖਾਵਿਆਂ ਦੀ ਗ੍ਰਿਫਤ ਵਿੱਚ ਆਇਆ ਰਿਹਾ।
इसे दौरान गुजरात ਅਤੇ बिहार अंदर श्री जय प्रकाश नारायण की अगवाई हेठ कांग्रेसी हाकमां विरुद्ध लामिसाल जनतक अंदोलनां ने ਸਰੂਪ धारण कर लए, जिन्हां ने समुचे देश के माहौल नूं अजिहा गरमा दिता कि 1971 विच लामिसाल जनतक हमायत जटाउण वाली दुर्गा दा सिंघासन डिकडोले खा उठिया। इंदिरा गांधी वर्गी तबीयत वाले हाकमां सामने जद भी अजिही हालत पैदा हुंदी है तो उन्हां अंदर फाशी बल मरोड़े खा उठता है ते ओह अपनी संकट मूँह आई गद्दी दी सलामती लई फाशीवाद दे राह पै तुरदे हन। इंदिरा गांधी ने भी अजिहा ही किया। उसने इलाहाबाद हाई कोर्ट द्वारा उसकी लोक सभा की मैंबरी नूं अयोग ठहरा देण दे फैसले अगे जमहूरीयत की भावना अनुसार अपना सिर नवाउण दी थां जमहूरीयत के सिर नूं ही कलम कर देण दा जमहूरीयत घाती रुख अख्तियार कर लिया। सो अज असीं यह किताब पन्ना नंबर 270 तक ही पढ़ांगे। धन्नवाद जी। वाहिगुरू जी का खालसा, वाहिगुरू जी की फतेह।